ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ ਹੈ ਦੋਸਤੋ ਤੁਹਾਡਾ। ਸ਼ੁੱਕਰਵਾਰ ਦਾ ਦਿਨ ਤੇ ਸ਼ੁੱਕਰਵਾਰ ਦਾ ਮੈਨੂੰ ਖੁਦ ਨੂੰ ਜਿਹੜਾ ਵੈਸੇ ਦਾ ਜਿਹੜਾ ਹਰ ਪ੍ਰੋਗਰਾਮ ਹੁੰਦਾ, ਹਰ ਰੋਜ਼ ਕੋਸ਼ਿਸ਼ ਕਰੀਦੀ ਹੈ ਕਿ ਇੱਕ ਵਧੀਆ ਪ੍ਰੋਗਰਾਮ ਤੁਹਾਡੇ ਲਈ ਉਲੀਕਿਆ ਜਾਵੇ, ਕੁਝ ਨਵਾਂ ਲੈ ਕੇ ਆਈਏ। ਪਰ ਜਿਹੜਾ ਅੱਜ ਵਾਲਾ ਸ਼ੁੱਕਰਵਾਰ ਹੈ ਨਾ, ਮੈਨੂੰ ਖੁਦ ਨੂੰ ਬਹੁਤ ਇੰਤਜ਼ਾਰ ਰਿਹਾ ਔਰ ਸੀ ਕਿ ਮੈਂ ਡਾਕਟਰ ਬਰਜਿੰਦਰ ਚੀਮਾ ਸਾਹਿਬ ਸੋ 2 ਵੀਕ ਪਹਿਲਾਂ, 1 ਵੀਕ ਛੱਡ ਕੇ ਉਸ ਤੋਂ ਪਹਿਲਾਂ ਵੀਕ ਆਏ ਸੀਗੇ। ਸੋ ਬੱਚਿਆਂ ਨਾਲ ਸੰਬੰਧਿਤ ਗੱਲਾਂ ਬਾਤਾਂ ਕੀਤੀਆਂ ਸੀਗੀਆਂ। ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਬਹੁਤ ਸਾਰੀਆਂ ਜਿਹੜੀਆਂ ਸਾਡੇ ਧਿਆਨ ਰੱਖਣ ਯੋਗ ਗੱਲਾਂ ਹੁੰਦੀਆਂ ਉਹ ਅਸੀਂ ਮਿਸ ਕਰ ਜਾਂਦੇ ਹਾਂ। ਸੋ ਦੋਸਤੋ, ਤੁਸੀਂ ਜ਼ਰੂਰ ਪ੍ਰੋਗਰਾਮ ਨੂੰ ਦੇਖਣਾ ਹੈ, ਸੁਣਨਾ ਹੈ ਔਰ ਫੇਸਬੁੱਕ ਤੇ ਵੀ ਅਸੀਂ ਪੰਜਾਬ ਦੇ ਜਿਹੜਾ ਪੇਜ ਹੈਗਾ ਉਸ ਤੇ ਲਾਈਵ ਆ। ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਕੁਝ ਕੁ ਗੱਲਾਂ ਪੜ੍ਹਨ ਨਾਲ, ਸੁਣਨ ਨਾਲ, ਦੇਖਣ ਨਾਲ ਸਾਡੀ ਜ਼ਿੰਦਗੀ 'ਚ ਬਦਲਾਅ ਆਉਂਦਾ ਹੈ। ਔਰ ਉਹ ਤਾਂ ਹੀ ਆਉਂਦਾ ਜੇ ਅਸੀਂ ਸੁਣਾਂਗੇ, ਪੜ੍ਹਾਂਗੇ, ਦੇਖਾਂਗੇ, ਚੰਗਾ ਦੇਖਾਂਗੇ। ਸੋ ਬੜੇ ਹੀ ਰਿਸਪੈਕਟੇਬਲ, ਸਤਿਕਾਰਯੋਗ ਡਾਕਟਰ ਬਰਜਿੰਦਰ ਚੀਮਾ ਸਾਹਿਬ ਸਟੂਡੀਓ ਵਿੱਚ ਪਹੁੰਚ ਚੁੱਕੇ ਆ। ਸੋ ਬੱਚਿਆਂ ਨਾਲ ਸੰਬੰਧਿਤ ਡਾਕਟਰ ਹੈਗੇ ਜੀ ਈਟੋਬੀਕੋ ਦੇ ਵਿੱਚ। ਬੱਚਿਆਂ ਦੀਆਂ ਕਿਸ ਤਰ੍ਹਾਂ ਦੀਆਂ ਪ੍ਰੋਬਲਮਾਂ ਔਰ ਕਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਹੈਗੀਆਂ, ਪੇਰੈਂਟਸ ਅਸੀਂ ਐਜ ਏ ਪੇਰੈਂਟਸ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਕਰਦੇ। ਸੋ ਉਦਾਹਰਨਾਂ ਜਿਹੜੀਆਂ ਦਿੰਦੇ ਆ ਉਹ ਲਾਜਵਾਬ ਹੁੰਦੀਆਂ। ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਾਂਗੇ ਡਾਕਟਰ ਸਾਹਿਬ, ਜੀ ਆਇਆਂ ਨੂੰ। बहुत बहुत मेहरबानी जी, सारे ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸੋ ਡਾਕਟਰ ਸਾਹਿਬ, ਪਿਛਲੀ ਵਾਰ ਮੈਨੂੰ ਕਾਫੀ ਕਾਲਸ ਆਈਆਂ ਤਾਂ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ, ਕਿਉਂਕਿ ਕਈ ਵਾਰ ਨਾ ਅਸੀਂ ਭੱਜੇ ਜਾਂਦੇ ਆ ਜ਼ਿੰਦਗੀ ਦੇ ਵਿੱਚ, ਹਨਾ, ਰੁਕਦੇ ਨਹੀਂ ਗਏ। ਹਾਂਜੀ, ਭੱਜੋ ਅਗਲਾ ਸਟੈਪ, ਹਨਾ। ਪਰ ਕੁਝ ਕੁ ਜਿਹੜੀਆਂ ਤੁਸੀਂ ਨਾਲ ਨਾ, ਇੱਕ ਤਾਂ ਇਕੱਲਾ ਦੱਸਣਾ ਜੀ ਆਹ ਗੋਲੀ ਲੈ ਲਓ ਠੀਕ ਹੋ ਜਾਊਗਾ, ਪਰ ਉਹਨੂੰ ਪ੍ਰੋਪਰ ਵੇ ਨਾਲ ਦੱਸਣਾ। ਮੈਂ ਉਹ ਫੇਰ ਗੱਲ ਕਰ ਰਿਹਾ ਸੀ ਕੱਲ, ਇੱਕ ਨਾ ਕਹਾਣੀ ਹਰਪ੍ਰੀਤ ਜਵੰਦਾ ਸਾਹਿਬ ਆ ਵਿਨੀਪੈਗ ਸ਼ਹਿਰ ਤੋਂ। ਸੋ ਉਹ ਹਰ ਵੀਰਵਾਰ ਆਉਂਦੇ ਇੱਕ ਕਹਾਣੀ ਦੱਸਦੇ ਆ। ਠੀਕ ਹੈ ਜੀ। ਕਿ ਸ਼ਾਰਟ ਦੇ ਵਿੱਚ ਹੀ ਦੱਸੂ, ਫਿਰ ਆਪਾਂ ਆਪਣੇ ਵਿਸ਼ੇ ਵੱਲ ਹੀ ਆਵਾਂਗੇ, ਬ੍ਰੇਕ ਨਹੀਂ ਲਵਾਂਗੇ। ਉਹ ਕਹਿੰਦੇ ਕਿ ਇੱਕ ਬੱਚੇ ਨੇ ਨਾ ਚੋਰੀ ਕਰ ਲਈ ਕੋਈ ਸਕੂਲ ਦੇ ਵਿੱਚ, ਤੇ ਉਹਦਾ ਉਸਤਾਦ, ਟੀਚਰ, ਗੁਰੂ ਉਸ ਨੇ ਉਸ ਨੂੰ ਇਸ ਤਰ੍ਹਾਂ ਮਤਲਬ ਚੋਰੀ ਚੀਜ਼ ਬਰਾਮਦ ਵੀ ਕਰ ਲਈ ਔਰ ਉਸ ਨੂੰ ਦੂਸਰਿਆਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਇੰਨੇ ਸੋਹਣੇ ਤਰੀਕੇ ਨਾਲ ਮਤਲਬ ਉਸ ਚੀਜ਼ ਨੂੰ ਹੈਂਡਲ ਕੀਤਾ। ਔਰ ਜਦੋਂ ਵੱਡਾ ਬਣ ਗਿਆ, ਕੋਈ ਚੰਗੀ ਜੌਬ ਤੇ ਚਲਾ ਗਿਆ, ਉਸ ਟਾਈਮ ਉਹ ਬੰਦੇ ਨੇ ਉਹ ਗੱਲ ਦੱਸੀ ਹੈ ਨਾ ਕਿ ਆਹ ਕੁਛ ਮੈਥੋਂ ਮਿਸਟੇਕ ਹੋਈ ਸੀ, ਪਰ ਮੇਰਾ ਉਸਤਾਦ, ਮੇਰਾ ਮਾਸਟਰ, ਮੇਰਾ ਗੁਰੂ, ਉਹਨੇ ਇੰਨੇ ਸੋਹਣੇ ਤਰੀਕੇ ਨਾਲ ਮਤਲਬ ਅੱਖਾਂ ਬੰਦ ਕਰਕੇ ਸਾਰਿਆਂ ਦੀਆਂ ਕੰਨਾਂ 'ਚ ਉਂਗਲਾਂ ਪਾ ਕੇ ਉਹ ਮੇਰੇ ਤੋਂ ਚੀਜ਼ ਲਈ ਔਰ ਜਿਹਦੀ ਸੀ ਉਹਨੂੰ ਵਾਪਸ ਕਰਤੀ। ਤੇ ਅੱਜ ਉਹ ਉਸ ਗੱਲ ਕਰਕੇ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਕੁਝ ਗਲਤ ਨਹੀਂ ਕਰ ਸਕਿਆ। ਹਨਾ। ਸੋ ਇਦਾਂ ਦੀਆਂ ਉਦਾਹਰਨਾਂ, ਸੋ ਉਹ ਜ਼ਰੂਰੀ ਆ, ਹਨਾ। ਸੋ ਇਸੇ ਤਰ੍ਹਾਂ ਜੇ ਕੋਈ ਇੱਥੇ ਇਨਸਾਨ ਪਹੁੰਚਿਆ ਹੈ ਜਾਂ ਦੁਨੀਆ ਦੇ ਵਿੱਚ ਕੋਈ ਅਗਲੇ ਸਟੈਪ ਤੇ ਜਾਣਾ ਚਾਹੁੰਦਾ ਹੈ, ਤੇ ਥੋੜਾ ਜਿਹਾ ਟਾਈਮ ਤਾਂ ਉਹ ਸੋਚਦਾ ਜੀ ਮੈਂ ਆਪਾਂ ਸੈੱਟ ਹੋਣਾ, ਮੈਨੂੰ ਡਾਲਰ ਚਾਹੀਦੇ ਆ। ਉਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਹੁੰਦਾ ਨਾ ਡਾਕਟਰ ਸਾਹਿਬ, ਉਹ ਹੁੰਦਾ ਜੀ ਮੈਂ ਤਾਂ ਆਪਣੇ ਬੱਚਿਆਂ ਲਈ ਆਇਆ ਹੈ ਨਾ। ਤੇ ਕਿਤੇ ਨਾ ਕਿਤੇ ਅਸੀਂ ਉਹੀ ਚੀਜ਼ ਮਿਸ ਕਰ ਰਹੇ ਹਾਂ। ਪਿਛਲੀ ਵਾਰ ਆਪਾਂ ਬੇਬੀ ਨੂੰ ਮਤਲਬ ਕਿਹਾ ਸੀ ਕਿ ਬੇਬੀ ਜਦੋਂ ਬੋਰਨ ਹੋਣਾ ਉਦੋਂ ਤੱਕ ਪੇਰੈਂਟਸ ਦੀ ਕਿਸ ਤਰ੍ਹਾਂ ਦੀ ਮਤਲਬ ਵਿਵਹਾਰ ਹੋਣੇ ਚਾਹੀਦੇ ਆ, ਹੈ ਨਾ। ਉਹ ਆਪਾਂ ਸ਼ੋਅ ਕਰ ਲਿਆ ਪਿਛਲਾ ਕੰਪਲੀਟ। ਅੱਜ ਆਪਾਂ ਸ਼ੁਰੂ ਕਰੀਏ ਕਿ ਬੇਬੀ ਬੋਰਨ ਹੋ ਜਾਂਦਾ ਹੈ। ਉਸ ਤੋਂ ਬਾਅਦ ਸਰਕਾਰ ਵੀ ਕਹਿੰਦੀ ਹੈ ਜੀ 1 ਸਾਲ ਘਰੇ ਬੈਠੋ, ਮਾਂ ਨੂੰ ਕਹਿੰਦੀ ਹੈ ਤੇ ਜਾਂ ਬਾਪੂ ਨੂੰ ਕਹਿੰਦੇ ਆ, ਠੀਕ ਹੈ ਜੀ, ਤੇ ਕਰੋ ਸਾਂਭ ਸੰਭਾਲ, ਡੈਪਰ ਚੇਂਜ ਕਰੋ, ਫਲਾਨਾ ਕਰੋ। ਅਸੀਂ ਕਈ ਵਾਰ ਉਹਨਾਂ ਚੀਜ਼ਾਂ 'ਚ ਸਾਨੂੰ ਲੱਗਦਾ ਕਿ ਸਾਡੀ ਬੜੀ ਜ਼ਿੰਮੇਵਾਰੀ ਆ। ਹਾਂਜੀ, ਐਕਚੁਅਲ ਜ਼ਿੰਮੇਵਾਰੀ ਕੀ ਆ? ਸੰਦੀਪ ਜੀ, ਤੁਹਾਡਾ ਸਵਾਲ ਬਹੁਤ ਹੀ ਵੱਡਾ ਹੈ ਅਸਲ ਦੇ ਵਿੱਚ। ਇਹ ਛੋਟੇ ਲਫ਼ਜ਼ਾਂ 'ਚ ਇਹਦਾ ਜਵਾਬ ਦੇਣਾ ਬੜਾ ਔਖਾ ਜੀ। ਬਟ ਮੈਂ ਇਹ ਸਾਰੇ ਚੀਜ਼ ਨੂੰ ਇਸ ਤਰੀਕੇ ਨਾਲ ਲੈਣਾ, ਆਪਾਂ ਥੋੜਾ ਜਿਹਾ ਪਿੱਛੇ ਚੱਲੀਏ। ਦੇਖੋ, ਤੁਸੀਂ ਜੋ ਵੀ ਦੁਨੀਆ 'ਚ ਕਰਦੇ ਹੋ ਜੀ, ਪੈਦਾ ਹੋਣ ਤੋਂ ਬਾਅਦ ਸਾਡਾ ਸਰੀਰ ਇੱਕ ਮਾਧਿਅਮ ਹੈ ਚੀਜ਼ਾਂ ਕਰਨ ਦਾ, ਪਰ ਪਿੱਛੇ ਦਿਮਾਗ ਆ, ਪਿੱਛੇ ਦਿਮਾਗ ਕਹਿ ਲਓ, ਸਾਡਾ ਮਾਈਂਡ ਕਹਿ ਲਓ, ਉਹਦੇ ਵੀ ਗਾਂ ਹਿੱਸੇ ਹੁੰਦੇ ਆ ਜੀ। ਜੇ ਮੇਰੇ ਮਨ 'ਚ ਆਇਆ ਵਾ ਕਿ ਮੈਂ ਕਿਸੇ ਨੂੰ ਥੱਪੜ ਮਾਰਨਾ ਜੀ ਜਾਂ ਮੈਂ ਖੁਰਕ ਕਰਨੀ ਆ, ਪਹਿਲਾਂ ਮੇਰੇ ਮਾਈਂਡ 'ਚ ਚੀਜ਼ ਆਉਂਦੀ ਆ ਜੀ, ਫਿਰ ਮੇਰਾ ਹੱਥ ਉਹਦੇ ਪਿੱਛੇ ਵਰਤਾਰਾ ਕਰਦਾ ਜੀ। ਜੇ ਮੇਰੇ ਮਾਈਂਡ ਦੇ ਵਿੱਚ ਉਨੀ ਤੀਬਰਤਾ ਦੇ ਨਾਲ ਉਹ ਚੀਜ਼ ਨਹੀਂ ਆਈ ਜੀ ਤੇ ਮੈਂ ਨਹੀਂ ਕਰ ਸਕਦਾ। ਸਾਡੇ ਗੁਰੂਆਂ ਨੇ ਸਾਡੇ 'ਚ ਇਹੀ ਚੀਜ਼ ਭਰੀ ਸੀ। ਉਸ ਵੇਲੇ ਦੇ ਹਿਸਾਬ ਨਾਲ ਲੋਕਾਂ ਨੂੰ ਸਾਨੂੰ ਵੱਖਰਾ ਇਸ ਤਰੀਕੇ ਨਾਲ ਕੀਤਾ ਸੀ ਵੀ ਅਸੀਂ ਤਿਆਰ ਸੀਗੇ। ਜੇ ਸਾਡੇ ਦਿਮਾਗ 'ਚ ਆ ਗਿਆ ਕਿ ਅਸੀਂ ਲੜਨਾ, ਤੇ ਫਿਰ ਅਸੀਂ
ਅਸੀਂ ਪੂਰਾ ਲੜਨਾ, ਇਹ ਨਹੀਂ ਵੀ ਅਸੀਂ ਡਰ ਡਰ ਕੇ ਲੜਨਾ, ਠੀਕ ਹੈ ਨਾ। ਤੇ ਲੜਾਈ ਦੇ ਮੈਦਾਨ ਦੇ ਵਿੱਚ ਇੱਕ ਚੀਜ਼ ਮੈਨੂੰ ਸਾਡੇ ਪ੍ਰਿੰਸੀਪਲ ਰਿਟਾਇਰ ਹੋ ਗਏ, ਉਹਨਾਂ ਨੇ ਸਮਝਾਈ ਸੀ, ਕਹਿੰਦੇ ਵੀ ਸਿੱਖਾਂ ਨੂੰ ਇਹ ਚੀਜ਼ ਸਿਖਾਈ ਗਈ ਸੀ ਕਿ ਤੁਸੀਂ ਡਿਫੈਂਸਿਵ ਲੜਾਈ ਨਹੀਂ ਕਰਨੀ ਜੀ। ਹੁਣ ਜੇ ਮੇਰੇ ਨਾਲ ਮੇਰੀ ਬੀਵੀ ਆ, ਮੇਰਾ ਬੱਚਾ ਆ, ਤੇ ਜੇ ਮੇਰਾ ਧਿਆਨ ਹੋ ਗਿਆ ਕਿ ਮੈਂ ਇਹਨਾਂ ਨੂੰ ਸੱਟ ਨਾ ਲੱਗਣ ਦੇਵਾਂ, ਫਿਰ ਮੈਂ ਹਾਰ ਜਾਊਂਗਾ, ਫਿਰ ਅਗਲਾ ਮੈਨੂੰ ਢਾਲੂਗਾ, ਕਿਉਂਕਿ ਮੈਂ ਹੁਣ ਹਮਲਾਵਰ ਨਹੀਂ ਹੈਗਾ, ਮੈਂ ਡਿਫੈਂਸਿਵ ਮੋਡ 'ਚ ਆ ਗਿਆ ਤੇ ਮੈਂ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਾਡੇ ਗੁਰੂ ਨੇ ਸਿਖਾਇਆ ਸੀ ਕਿ ਸਾਰੇ ਹੀ ਲੜਨਗੇ, ਠੀਕ ਹੈ ਨਾ, ਫਿਰ ਹੀ ਤੁਸੀਂ ਪੂਰਨ ਰੂਪ 'ਚ ਲੜ ਸਕਦੇ ਹੋ, ਨਹੀਂ ਤੇ ਤੁਸੀਂ ਨਹੀਂ ਲੜ ਸਕਦੇ। ਨਹੀਂ ਤੇ ਮੈਂ ਤਾਂ ਡਿਫੈਂਸਿਵ ਹੋ ਗਿਆ, ਫਿਰ ਤੇ ਅਗਲੇ ਨੇ ਮੇਰੇ ਤੇ ਹਾਵੀ ਹੋਣਾ ਹੀ ਹੋਣਾ। ਸੋ ਇਹ ਮਾਨਸਿਕਤਾ ਹੈ ਨਾ, ਇਹ ਮਾਨਸਿਕਤਾ ਬਦਲਦੀ ਆ ਤੇ ਤੁਹਾਡਾ ਸਾਰਾ ਰੰਗ ਰੂਪ, ਐਕਸ਼ਨ, ਸਭ ਕੁਝ ਬਦਲ ਜਾਂਦਾ। ਠੀਕ ਹੋ ਗਿਆ। ਇਸ ਵੇਲੇ ਜਿਹੜੀ ਮੌਜੂਦਾ ਸਥਿਤੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਸਾਡੀ ਅਗਲੀ ਪੀੜ੍ਹੀ ਵਾਸਤੇ ਜੀ, ਉਹ ਮਾਨਸਿਕਤਾ ਦਾ ਹੀ ਆ। ਸਾਡੀ ਮਾਨਸਿਕਤਾ ਦਿਨੋਂ ਦਿਨ ਥੱਲੇ ਜਾ ਰਹੀ। ਮੈਂ ਲਾਸਟ ਵਾਰੀ ਵੀ ਕਿਹਾ ਸੀ ਕਿ ਬਹੁਤ ਵੱਡੀ ਪਰਸੈਂਟੇਜ ਹੈ ਸਾਡੀ ਬੱਚੇ ਜਿਹੜੇ ਸੁਸਾਈਡ ਬਾਰੇ ਸੋਚੀ ਜਾਂਦੇ ਆ। ਆਈ ਥਿੰਕ ਤੁਸੀਂ ਗਿਣਤੀ ਕਿਹਾ ਸੀ 40%। 40%। ਹਾਂ, ਬਹੁਤ ਜ਼ਿਆਦਾ ਵੱਡੀ ਮਤਲਬ ਹੈ ਜੀ। ਹਾਂਜੀ, ਹੁਣ ਤੁਹਾਡੇ ਕੋਲੇ ਘਰ ਚੰਗਾ ਰਹਿਣ ਨੂੰ ਆ, ਪਾਣੀ ਤੁਹਾਡੇ ਘਰ ਅਵੇਲੇਬਲ, ਤੁਹਾਨੂੰ ਬਾਹਰ ਪਾਣੀ ਨਹੀਂ ਲੈਣ ਜਾਣ ਪੈਂਦਾ, ਗੁਸਲਖਾਨਾ ਤੁਹਾਡੇ ਘਰ 'ਚ ਹੈ, ਰੋਟੀ ਤੁਹਾਡੀ ਫ੍ਰਿਜ 'ਚ ਪਈ ਆ, ਪਰ ਫਿਰ ਵੀ ਅਸੀਂ ਮੈਂਟਲੀ ਇਹੋ ਜਿਹਾ ਕੁਝ ਸੋਚ ਰਹੇ ਆ ਵੀ ਅਸੀਂ ਸੁਸਾਈਡ ਕਰਨਾ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋ ਰਹੀ ਆ ਬਹੁਤ ਵੱਡੀ। ਤੇ ਜੇ ਤੁਸੀਂ ਵੈਸਟ ਨੂੰ ਤੇ ਈਸਟ ਨੂੰ ਵੇਖੋ ਧਿਆਨ ਨਾਲ, ਜੇ ਅਸੀਂ ਆਪਣੇ ਪਿੱਛੇ ਜਾਂਦੇ ਆ ਤੇ ਸਾਡੇ ਪੂਰੇ ਕਲਚਰ ਦੇ ਵਿੱਚ ਸਰੀਰਕ ਮੋਹ ਬਹੁਤਾ ਨਹੀਂ ਹੈਗਾ, ਠੀਕ ਹੈ ਨਾ। ਸਰੀਰ ਨੂੰ ਸਾਂਭਣ ਲਈ ਤੇ ਕਿਹਾ ਗਿਆ ਵਾ, ਪਰ ਸਰੀਰ ਦੇ ਨਾਲ ਜੁੜਨ ਲਈ ਨਹੀਂ ਕਿਹਾ ਗਿਆ। ਆਤਮਾ ਦੀ ਗੱਲ ਕਰਦੇ ਆ ਵੀ ਉਹਦੇ ਨਾਲ ਜੁੜੋ, ਠੀਕ ਹੈ ਨਾ। ਅੱਛਾ, ਜਦੋਂ ਆਹ ਜਿਹੜਾ ਪਾਰਟ ਹੈ ਵੈਸਟ ਵਰਲਡ ਹੈ, ਵੈਸਟ ਸਾਰਾ ਸਰੀਰ ਦੇ ਨਾਲ ਓਰੀਐਂਟਡ ਆ। ਇਹ ਕਹਿੰਦੇ ਵੀ ਸਾਹ ਨਹੀਂ ਬੰਦ ਹੋਣ ਦੇਣਾ, ਜੋ ਮਰਜ਼ੀ ਹੋ ਜੇ, ਉਹਦੇ ਲਈ ਹਰ ਯਤਨ ਲਾ ਦਿੰਦੇ ਆ। ਸਾਡੇ ਉੱਥੇ ਸਾਹ ਕਹਿੰਦੇ ਵੀ ਸਾਹ ਬੰਦ ਹੋ ਜੇ, ਤੁਹਾਡੀ ਮਾਨਸਿਕਤਾ ਦਾ ਸਾਹ ਨਹੀਂ ਘੁੱਟਣਾ ਚਾਹੀਦਾ। ਬਿਲਕੁਲ ਸਹੀ ਗੱਲ। ਹੁਣ ਸਿਚੁਏਸ਼ਨ ਇਹੋ ਜੀ ਆ ਗਈ ਆ ਕਿ ਜਿਹੜੇ ਸਾਡੇ ਲੋਕ, ਅਸੀਂ ਤਾਂ ਹੀ ਇੱਥੇ ਬਚਾਂਗੇ ਜੇ ਅਸੀਂ ਮਾਨਸਿਕਤਾ ਜਿਹੜੀ ਸਾਡੀ ਹੈ ਜਿਸ ਤਰ੍ਹਾਂ ਦੀ, ਉਹਨੂੰ ਨਾਲ ਲੈ ਕੇ ਇੱਥੇ ਆਈਏ। ਸੋ ਇੱਕ ਪੀੜ੍ਹੀ ਤੇ ਲੈ ਕੇ ਆ ਰਹੀ ਆ ਜੀ, ਉਹ ਤੇ ਆ ਕੇ ਮਿਹਨਤ ਕਰ ਲੈਂਦੇ, ਔਖੇ ਹਾਲਾਤਾਂ 'ਚ ਵੀ ਰਹਿ ਲੈਂਦੇ ਆ, ਸਿਰੜ ਨਹੀਂ ਛੱਡਦੇ, ਪਰ ਉਹਨਾਂ ਦੀ ਅਗਲੀ ਪੀੜ੍ਹੀ, ਆਪਾਂ ਪਿਛਲੀ ਵੀਗਾ, ਉਹ ਮਾਨਸਿਕਤਾ ਦਾ ਜਿਹੜਾ ਲੈਵਲ ਆ ਉਹ ਅਗਲੇ ਪਾਸੇ ਨਹੀਂ ਟਰਾਂਸਫਰ ਹੋ ਰਿਹਾ। ਬੱਚੇ ਡੈਫੀਨਿਟਲੀ ਇੱਥੇ ਜਦੋਂ ਪੈਦਾ ਹੁੰਦੇ ਆ, ਉਹਨਾਂ ਨੂੰ ਖੁਰਾਕ ਚੰਗੀ ਮਿਲਦੀ ਆ, ਪੌਸ਼ਟਿਕ ਚੀਜ਼ਾਂ ਜ਼ਿਆਦਾ ਮਿਲਦੀਆਂ, ਉਹ ਬਹੁਤ ਸਰੀਰਕ ਤੌਰ ਤੇ ਥੋੜੇ ਜਿਹੇ ਬੈਟਰ ਹੋ ਜਾਂਦੇ ਆ, ਠੀਕ ਹੈ। ਬਟ ਅਸੀਂ ਮਾਨਸਿਕਤਾ ਦੇ ਲੈਵਲ ਤੇ ਥੱਲੇ ਨੂੰ ਜਾ ਰਹੇ ਹਾਂ। ਸਾਡੇ ਬੱਚੇ ਉਨੇ ਸਟਰੋਂਗ ਨਹੀਂ ਹੈਗੇ। ਮੈਂ ਇੱਕ ਐਗਜ਼ਾਮਪਲ ਦੇ ਕੇ ਫਿਰ ਆਪਾਂ ਗੱਲ ਸ਼ੁਰੂ ਕਰਦੇ ਹਾਂ। ਸਾਡੇ ਕੋਲ ਇੱਕ ਏਡੀ ਵੱਡੀ ਐਗਜ਼ਾਮਪਲ ਹੈ, ਦੁਨੀਆ 'ਚ ਕਿਤੇ ਨਹੀਂ ਹੈਗੀ। ਉਹ ਹੈਗੀ ਹੈ ਸਾਡੇ 10ਵੇਂ ਪਾਤਸ਼ਾਹ ਦੇ ਛੋਟੇ ਦੋ ਸਾਹਿਬਜ਼ਾਦੇ। ਦੋਵੇਂ 10 ਸਾਲ ਦੀ ਉਮਰ ਤੋਂ ਛੋਟੇ ਨੇ ਜੀ। ਜਿੰਨੇ ਵੀ ਮੈਨੂੰ ਸੁਣਨ ਵਾਲੇ ਆ, ਆਪਣੇ ਘਰ ਝਾਤੀ ਮਾਰ ਕੇ ਦੇਖੋ ਕਿ ਜੇ ਤੁਹਾਡੇ ਅੱਜ ਬੱਚੇ ਨੂੰ ਸਰਕਾਰ ਚੱਕ ਕੇ ਲੈ ਜੇ, ਠੀਕ ਹੈ ਨਾ, ਸਰਕਾਰ ਚੱਕ ਕੇ ਲੈ ਜਾਂਦੀ ਹੈ, ਸਰਕਾਰ ਦੀ ਪ੍ਰੈਸਟੀਜ ਇਸ਼ੂ ਆ ਕਿ ਮੈਂ ਇਹਨਾਂ ਨੂੰ ਮਨਾਉਣਾ, ਆਪਦੀ ਗੱਲ ਮਨਾਉਣੀ। ਹੁਣ ਤੁਹਾਡਾ ਕੀ, ਅਸੀਂ ਮੱਥਾ ਤੇ ਟੇਕ ਆਉਂਦੇ ਸਰਹੰਦ ਜਾ ਕੇ, ਬਟ ਇਹ ਨਹੀਂ ਸੋਚਦੇ ਕਿ ਉਹਨਾਂ ਨਾਲ ਰੀਅਲ ਲਾਈਫ 'ਚ ਕੀ ਹੋਇਆ ਹੋਵੇਗਾ। ਉਹਨਾਂ ਦੇ ਸਾਹਮਣੇ ਖੂੰਖਾਰ ਕਿਸਮ ਦੇ ਹਵਾਲਦਾਰ ਵੀ ਹੋਣਗੇ, ਉਹਨਾਂ ਨੂੰ ਡਰਾਇਆ ਧਮਕਾਇਆ ਵੀ ਜਾਇਆ ਗਿਆ। ਕਈ ਇਤਿਹਾਸਕਾਰ ਤੇ ਕਹਿੰਦੇ ਕਿ ਉਹਨਾਂ ਨੂੰ ਫਿਜ਼ੀਕਲੀ ਵੀ ਮੈਨ ਹੈਂਡਲ ਕੀਤਾ ਸੀ। ਉਹਨਾਂ ਨੂੰ ਛੋਟੇ ਸਾਹਿਬਜ਼ਾਦੇ ਨੂੰ ਸ਼ਾਇਦ ਇੱਕ ਥਾਂ ਤੇ ਜ਼ਿਕਰ ਹੈ ਕਿ ਉਹਨਾਂ ਨੂੰ ਬੰਨ੍ਹ ਕੇ ਨੀਹਾਂ 'ਚ ਚੁਣਨ ਤੋਂ ਪਹਿਲਾਂ ਉਹਨਾਂ ਤੇ ਰੋੜੇ ਵੀ ਮਰਵਾਏ ਗਏ ਸੀ। ਸੋ ਚਲੋ ਆਪਾਂ ਉਹਦੀ ਡਿਟੇਲ 'ਚ ਨਹੀਂ ਜਾਂਦੇ, ਪਰ ਮੇਰਾ ਕਹਿਣ ਦਾ ਭਾਵ ਇਹ ਆ ਕਿ ਪੂਰੀ ਦੀ ਪੂਰੀ ਸਰਕਾਰ ਲੱਗੀ ਹੋਵੇ ਦੋ ਜਾਣਿਆਂ ਦੇ ਉੱਤੇ ਵੀ ਸਾਡੀ ਗੱਲ ਮੰਨ ਲਓ, ਉਹ ਮੰਨੇ ਨਹੀਂ, ਠੀਕ ਹੈ ਨਾ। ਕਿ ਸਾਡੇ ਬੱਚੇ ਇੰਨਾ ਉਸ ਲੈਵਲ ਤੇ ਪਹੁੰਚ ਸਕਦੇ ਆ ਅੱਜ ਦੀ ਡੇਟ ਦੇ ਵਿੱਚ ਕਿ ਉਹਨਾਂ ਨੂੰ ਕੋਈ ਚੱਕ ਕੇ ਲੈ ਜਾਏ ਤੇ ਉਹ ਮੰਨਣ ਨਾ ਗੱਲ ਨੂੰ, ਠੀਕ ਹੈ ਨਾ। ਸ਼ਹੀਦ ਹੋਣ ਤੱਕ ਨਾ ਉਹ ਮੰਨੇ ਨਾ ਉਹ ਡੋਲੇ। ਸੋ ਚਲੋ ਅਸੀਂ ਉਹਨਾਂ ਦੀ ਰੀਸ ਤੇ ਨਹੀਂ ਕਰ ਸਕਦੇ, ਬਟ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਜਿਸ ਟੀਸੀ ਤੇ ਉਹਨਾਂ ਨੇ ਪਹੁੰਚੇ ਆਓ, ਅਸੀਂ ਥੋੜਾ ਬਹੁਤਾ ਪੌੜੀਆਂ ਤੇ ਚੜੀਏ। ਅਸੀਂ ਉਲਟੇ ਤੁਰ ਪਏ ਆ, ਅਸੀਂ ਥੱਲੇ ਨੂੰ ਤੁਰ ਪਏ ਆ, ਠੀਕ ਹੈ ਨਾ। ਵੱਡੇ ਤੋਂ ਵੱਡਾ ਬੰਦਾ ਵੀ ਸ਼ਾਇਦ ਉਹੋ ਜਿਹੇ ਹਾਲਾਤਾਂ 'ਚ ਡੋਲ ਜਾਂਦਾ, ਪਰ ਉਹ ਦੋ ਨਹੀਂ ਡੋਲੇ। ਉਮਰ ਕਿੰਨੀ ਆ? ਦੋਵੇਂ 10 ਸਾਲ ਤੋਂ ਛੋਟੇ ਜੀ। ਤੇ ਮੈਂ ਅੱਗੇ ਵੀ ਇੱਕ ਥਾਂ ਤੇ ਗੱਲ ਕੀਤੀ ਸੀ ਕਿ ਜਿਹੜੀ ਮਾਨਸਿਕਤਾ ਦੀ ਜਿਹੜੀ ਅਡੋਲਤਾ ਹੈ, ਜਿਹੜੀ ਸਥਿਰਤਾ ਆ,
ਇਹਦੀ ਨੀਂਹ ਜਿਹੜੀ ਵੱਜਦੀ ਹੈ ਨਾ ਉਹ 7 ਸਾਲ ਤੋਂ ਪਹਿਲਾਂ ਵੱਜਦੀ ਹੈ, ਉਸ ਤੋਂ ਬਾਅਦ ਨਹੀਂ ਵੱਜਦੀ। ਸੋ ਮੀਨਸ ਬੱਚਿਆਂ ਨੂੰ ਜਿੰਨਾ ਵੀ ਮਤਲਬ 7 ਸਾਲ ਤੋਂ ਛੋਟਿਆਂ ਤੇ ਤੁਸੀਂ ਮਿਹਨਤ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਉੱਥੇ ਹੀ ਕਰਨ ਦੀ ਲੋੜ ਹੈ, ਉਸ ਤੋਂ ਬਾਅਦ ਨਹੀਂ ਹੁੰਦੀ। ਉਹਨਾਂ ਸਾਹਿਬਜ਼ਾਦਿਆਂ ਨੇ ਆਪਣੇ ਬਾਪ ਦੇ ਨਾਲ ਰਹਿੰਦਿਆਂ ਕਈ ਲੜਾਈਆਂ ਵੇਖੀਆਂ ਹੋਣਗੀਆਂ। ਅੱਛਾ, ਹੁਣ ਅੱਜ ਕੱਲ ਦੀ ਲੜਾਈ ਵਾਂਗੂ ਤਾਂ ਲੜਾਈ ਹੁੰਦੀ ਨਹੀਂ ਸੀ, ਉੱਥੇ ਤੇ ਤਲਵਾਰਾਂ ਹੀ ਵੱਜਦੀਆਂ ਸੀ। ਸ਼ਾਮ ਨੂੰ ਕਿਸੇ ਦੀ ਬਾਹ ਵੱਢੀ ਆ, ਕਿਸੇ ਦੇ ਫੱਟ ਵੱਜੇ ਆ, ਕਿਸੇ ਦੇ ਟਾਂਕੇ ਲੱਗਣ ਦੇ, ਪੀੜਾਂ ਹੁੰਦੀਆਂ ਹੋਣਗੀਆਂ। ਉਹਨਾਂ ਨੇ ਮਰਦੇ ਦੇਖੇ ਹੋਣਗੇ, ਰੋਜ਼ ਸਾਰਾ ਕੁਝ ਹੁੰਦਾ ਹੋਊਗਾ। ਉਹਨਾਂ ਨੇ ਇੰਨਾ ਕੁਝ ਵੇਖ ਲਿਆ ਹੋਏਗਾ ਕਿ ਉਹਨਾਂ ਦਾ ਮੌਤ ਤੋਂ ਡਰ, ਉਹਨਾਂ ਨੂੰ ਸਮਝ ਲੱਗ ਗਈ ਵੀ ਇਹ ਤਾਂ ਬਿਰਤਾਂਤ ਹੈ ਜ਼ਿੰਦਗੀ ਦਾ, ਤੇ ਐਂ ਹੀ ਚੱਲਣੀ। ਆਏ ਆ ਤੇ ਜਾਣਾ ਵਾ ਇੱਕ ਦਿਨ, ਤੇ ਫਿਰ ਜੇ ਜਾਣਾ ਵਾ ਤੇ ਫਿਰ ਤਗੜੇ ਹੋ ਕੇ ਜਾਣਾ। ਸੋ ਕਹਿਣ ਦਾ ਮਤਲਬ ਇਹ ਮੇਰਾ ਵੀ ਉਹਨਾਂ ਨੇ ਦੇਖਿਆ ਜੀ, ਤੇ ਬਾ ਕਮਾਲ ਕਿਸਮ ਦਾ ਉਹਨਾਂ ਦਾ ਬਾਪ, ਉਹਨਾਂ ਦੀ ਮਾਂ, ਸਾਰਾ ਪਰਿਵਾਰ ਹੀ। ਸੋ ਉਹਨਾਂ ਨੇ ਜਿਹੜੀ ਮਾਨਸਿਕਤਾ ਦਾ ਜਿਹੜਾ ਸਿਖਰ ਛੋਇਆ ਵਾ ਉਹ ਉਹਨਾਂ ਹਾਲਾਤਾਂ 'ਚ ਛੋਇਆ ਵਾ ਉਹਨਾਂ ਦੇ, ਤੇ ਤਾਂ ਹੀ ਉਹ ਇਹ ਸਾਰਾ ਕੁਝ ਕਰ ਸਕੇ। ਇਹ ਤੁਸੀਂ ਕਿਸੇ ਨੂੰ ਕਹਾਣੀਆਂ ਸੁਣਾ ਕੇ ਨਹੀਂ ਕੁਝ ਕਰਾ ਸਕਦੇ, ਠੀਕ ਹੈ ਨਾ। ਕਿਸੇ ਨੂੰ ਬੋਲ ਕੇ ਤੁਸੀਂ ਜਜ਼ਬਾ ਭਰ ਦੋਗੇ ਥੋੜੀ ਦੇਰ ਲਈ, ਬਟ ਜਦੋਂ ਉਹਨੂੰ ਸੱਚੀ ਮੁੱਚੀ ਲੜਨਾ ਪੈ ਗਿਆ ਉਹਨੇ ਬੈਕ ਆਫ ਕਰ ਜਾਣਾ, ਕਿਉਂਕਿ ਥੱਲੇ ਥੱਲੜਾ ਸਾ ਮਜ਼ਬੂਤ ਨਹੀਂ ਹੈਗਾ। ਸੋ ਜਿੰਨੀ ਵੀ ਮਜ਼ਬੂਤੀ ਤੁਸੀਂ ਭਰਨੀ ਚਾਹੁੰਦੇ ਹੋ ਆਪਣੇ ਬੱਚੇ 'ਚ, ਉਹ ਤੁਸੀਂ 7 ਸਾਲ ਤੋਂ ਪਹਿਲਾਂ ਹੀ ਭਰ ਸਕਦੇ ਆ। 7 ਸਾਲ ਤੋਂ ਬਾਅਦ ਕੁਝ ਨਹੀਂ ਹੁੰਦਾ। ਬਟ ਇਹਨਾਂ ਮੁਲਕਾਂ 'ਚ ਕੀ ਹੋ ਰਿਹਾ ਕਿ 7 ਸਾਲ ਤੱਕ ਤਾਂ ਅਸੀਂ ਕੋਈ ਗੱਲ ਹੀ ਨਹੀਂ ਕਰਦੇ। 7 ਸਾਲ ਤੱਕ ਤੇ ਉਹ ਡੇ ਕੇਅਰ ਚਲੇ ਗਿਆ ਜੀ, ਰਾਈਮ ਸਿੱਖ ਲੀਆਂ ਜੀ, ਪੋਇਮਾਂ ਸਿੱਖ ਲੀਆਂ ਜੀ, ABC ਸਿੱਖ ਲਈ। ਅਸੀਂ ਉਹਦੇ 'ਚ ਹੀ ਖੁਸ਼ ਹੋ ਜਾਂਦੇ ਹਾਂ ਵੀ ਸਾਡੇ ਬੱਚੇ ਨੂੰ ਕਲਰਸ ਆ ਗਏ, ਸਾਡੇ ਬੱਚੇ ਨੂੰ ABC ਪੂਰੀ ਬੋਲ ਲੈਂਦਾ, ਸਾਡਾ ਬੱਚੇ ਨੂੰ ਜੀ ਰਾਈਮਸ ਬੜੀਆਂ ਸੋਹਣੀਆਂ ਸੁਣਾਉਂਦਾ ਜੀ। ਸੋ ਅਸੀਂ ਬਹੁਤ ਥੱਲੜੇ ਲੈਵਲ ਤੇ ਆ ਗਏ। ਸੋ ਸਾਨੂੰ ਜੇ ਆਪਣੀ ਹੋਂਦ ਨੂੰ ਬਚਾਉਣਾ ਆ, ਸਾਡੀ ਹੋਂਦ ਸਿਰਫ ਇਹ ਨਹੀਂ ਵੀ ਅਸੀਂ ਪੱਗਾਂ ਬੰਨ ਲਾਂਗੇ ਜਾਂ ਅਸੀਂ ਦਸਤਾਰ ਸਜਾ ਲਾਂਗੇ, ਉਹ ਨਹੀਂਗਾ। ਮੈਂ ਕੱਲ ਸ਼ਬਦ ਸੁਣਨ ਦਿਆ ਸੀ, ਮੈਨੂੰ ਮੇਰੇ ਇੱਕ ਸੱਜਣ ਨੇ ਭੇਜਿਆ, ਜਿੱਥੇ ਗੁਰੂ ਸਾਹਿਬ ਦਾ ਉਹ ਹੈਗਾ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਉਹ ਜਦੋਂ ਸਾਰਾ ਸ਼ਬਦ ਪੜੋ ਨਾ ਤੇ ਉਹ ਰਹਿਤ ਨਹੀਂ ਕਹਿ ਰਹੇ ਜਿਹੜੀ ਸਾਨੂੰ ਕਹਿ ਵੀ ਪੱਗ ਬੰਨਣੀ ਆ ਜੀ ਵਾਲ, ਉਹ ਰਹਿਤ ਦੀ ਤੇ ਗੱਲ ਹੀ ਨਹੀਂ ਹੈਗੀ। ਗੱਲ ਹੈਗੀ ਆ ਤੁਹਾਡੇ ਅੰਦਰ ਦੇ اخلاق ਦੀ। ਸਿੱਖ ਦੀ ਪਰਿਭਾਸ਼ਾ ਕੀ ਹੈ? ਜੋ ਸਾਡੇ ਪਹਿਲੇ 9 ਗੁਰੂਆਂ ਨੇ ਕੀਤਾ, ਉਦੋਂ ਤੇ ਨਹੀਂ ਨਾ ਇਹ ਚੀਜ਼ ਹੈਗੀ ਸੀ। ਉਹ ਤਾਂ ਸਾਡੇ 10ਵੇਂ ਗੁਰੂ ਸਾਹਿਬ ਨੇ ਸਾਨੂੰ ਇੱਕ ਪਛਾਣ ਦੇ ਦਿੱਤੀ ਵੀ ਜਿਹੜਾ ਆ 9 ਗੁਰੂਆਂ ਦੇ ਨਾਲ ਚੱਲਦਾ ਆ ਉਹਦੀ ਪਛਾਣ ਆਇਆ। ਅਸੀਂ ਸਿਰਫ ਪਛਾਣ ਫੜ ਕੇ ਬਹਿ ਗਏ, ਅਸੀਂ ਪਿਛਲਾ ਸਾਰਾ ਛੱਡਤਾ। ਸੋ ਉਹ ਜਿਹੜੀ ਚੀਜ਼ ਹੈ ਨਾ, ਉਸ ਡਾਕਟਰ ਤੁਹਾਨੂੰ ਡਿਪਰੈਸ਼ਨ ਚੋਂ ਬਾਹਰ ਨਹੀਂ ਕੱਢ ਸਕਦਾ। ਥੋੜੀਆਂ ਜਿਹੀ ਦਵਾਈਆਂ ਦੇ ਦਾਂਗੇ, ਮਾੜੀਆਂ ਮੋਟੀਆਂ ਸਾਈਕੋਥੈਰੇਪੀਆਂ ਕਰ, ਇਹੀ ਹੋ ਰਿਹਾ। ਮੈਂ ਅੱਜ ਤੱਕ ਕੋਈ ਵੀ ਮਰੀਜ਼ ਠੀਕ ਹੁੰਦਾ ਨਹੀਂ ਵੇਖਿਆ, ਤੇ ਜੇ ਕਿਸੇ ਨੇ ਵੇਖਿਆ ਤੇ ਮੈਨੂੰ ਜ਼ਰੂਰ ਆ ਕੇ ਮਿਲੇ ਵੀ ਹਾਂਜੀ ਜੀ ਆਪ ਬਹੁਤ ਡਿਪਰੈਸ਼ਨ 'ਚ ਸੀਗਾ ਤੇ ਇਹ ਹੁਣ ਬਿਲਕੁਲ ਨਾਰਮਲ ਹੈ। ਨਹੀਂ, ਅਸੀਂ ਉਹਨੂੰ ਥੋੜਾ ਜਿਹਾ ਫੰਕਸ਼ਨਲ ਕਰ ਲੈਂਦੇ ਹਾਂ ਦਵਾਈਆਂ ਦੇ ਕੇ, ਬਟ ਅਸੀਂ ਉਹਨੂੰ ਬਾਹਰ ਨਹੀਂ ਕੱਢ ਸਕਦੇ। ਖੁਦ ਨਿਕਲਣਾ ਉਹਨੇ, ਹਾਂ ਉਹਨੇ ਖੁਦ ਨਿਕਲਣਾ। ਤੁਹਾਡੀ ਬਾਂਹ ਟੁੱਟ ਗਈ ਆ, ਇਹ ਅਸੀਂ ਫਸਟ ਕਲਾਸ ਜੋੜ ਦਿਆਂਗੇ, ਕੋਈ ਮੁਸ਼ਕਲ ਪਤਾ ਨਹੀਂ ਲੱਗਣਾ ਬਾਅਦ 'ਚ ਮੈਨੂੰ ਕਦੀ ਕੋਈ ਸੱਟ ਲੱਗੀ ਸੀ। ਬਟ ਮਾਨਸਿਕਤਾ ਦੇ ਜਿਹੜੇ ਘਾਵ ਨੇ ਇਹ ਕਈ ਵਾਰੀ ਸਾਰੀ ਉਮਰ ਚੱਲਦੇ ਆ। ਇਸੇ ਤਰ੍ਹਾਂ ਜਿਹੜੀ ਮਾਨਸਿਕਤਾ ਦੀ ਸਥਿਰਤਾ ਆ, ਉਹ ਜੋ ਇੱਕ ਵਾਰੀ ਆ ਗਈ ਤੇ ਉਹ ਫਿਰ ਛੋਟੇ-ਮੋਟੀਆਂ ਸੱਟਾਂ ਨੂੰ ਆਉਣ ਨਹੀਂ ਦਿੰਦੀ। ਜਿਵੇਂ ਜੇ ਤੁਸੀਂ ਸਰੀਰਕ ਤੌਰ ਤੇ ਤਗੜੇ ਹੋ ਤੇ ਫਿਰ ਤੁਸੀਂ ਛੇਤੀ ਥੱਕੋਗੇ ਨਹੀਂ ਜੇ ਤੁਹਾਨੂੰ ਕੱਲ ਨੂੰ ਜ਼ਿਆਦਾ ਕੰਮ ਕਰਨਾ ਵੀ ਪੈ ਗਿਆ ਤੇ ਜੀ। ਇਸੇ ਤਰ੍ਹਾਂ ਸਾਡਾ ਮਾਈਂਡ ਹੈ, ਜੇ ਇਹ ਤਕੜਾ ਹੋ ਗਿਆ ਤੇ ਕੱਲ ਨੂੰ ਇਹ ਕਿਸੇ ਮਾੜੀ ਹਾਲਾਤ 'ਚ ਆ ਵੀ ਜਾਂਦਾ ਹੈ ਤੇ ਇਹ ਢੇਰੀ ਨਹੀਂ ਢਾਏਗਾ। ਸੋ ਮੇਰੀ ਪੇਰੈਂਟਸ ਨੂੰ ਇਹੀ ਬੇਨਤੀ ਆ ਕਿ ਸਾਨੂੰ ਕੰਮ ਕਰਨਾ ਪੈਣਾ ਪਹਿਲੇ 7 ਸਾਲਾਂ 'ਚ, ਜਿਹੜਾ ਕਿ ਮੈਂ ਇੱਥੇ ਆ ਕੇ 4 ਸਾਲ 'ਚ ਦੇਖਿਆ ਟੋਟਲੀ ਮਿਸਿੰਗ ਆ। ਕੋਈ ਗੱਲਬਾਤ ਨਹੀਂ, ਬੱਚਿਆਂ ਨੂੰ ਕੁਝ ਨਹੀਂ ਪਤਾ। ਬੱਚੇ ਫੋਨ ਚੁਲਝ ਗਏ, ਆਈਪੈਡ ਚੁਲਝ ਗਏ, ਆਈਸਕ੍ਰੀਮਾਂ ਖਾ ਲਓ, ਵੰਡਰਲੈਂਡ ਚਲੇ ਜਾਓ ਜੀ, ਉਹ ਫਲੋਰੀਡਾ ਘੁੰਮਾਓ ਜੀ, ਬਸ ਇਹੀ ਸਾਡਾ ਦਾਇਰਾ ਰਹਿ ਗਿਆ। ਤੇ ਇਸ ਦਾਇਰੇ ਨੇ ਭਾਜੀ ਕੁਛ ਨਹੀਂ ਜੇ ਦੇਣਾ ਸਾਨੂੰ ਲੌਂਗ ਟਰਮ ਦੇ ਵਿੱਚ। ਅਸੀਂ ਉਹ ਕਹਿੰਦੇ ਕਿਸੇ ਬੱਚੇ ਨੂੰ ਖਿਡੌਣਾ ਨਾ ਦਿਓ ਤੇ ਉਹ ਥੋੜੀ ਦੇਰ ਰੋਊਗਾ, ਪਰ ਜੇ ਤੁਸੀਂ ਉਹਨੂੰ ਤਗੜੀ ਮਾਨਸਿਕਤਾ ਨਾ ਦਿੱਤੀ ਉਹਨੇ ਸਾਰੀ ਉਮਰ ਰੋਣਾ। ਡਾਕਟਰ ਸਾਹਿਬ ਤੁਹਾਡੇ ਸਾਹਮਣੇ ਵੀ ਇੱਕ ਉਦਾਹਰਨ ਬੈਠੀ ਆ, ਕਿਉਂਕਿ ਨਾ ਉਹੀ ਚੀਜ਼ਾਂ ਹੁੰਦੀਆਂ। ਅਸੀਂ ਆਪਣਾ ਸ਼ੋਅ ਕਰਨ ਦਾ ਮਕਸਦ ਦੇਖੋ, ਆਪਾਂ ਨਵੰਬਰ 'ਚ ਮਿਲੇ ਸੀ ਜੀ ਫਸਟ ਟਾਈਮ, ਫੋਨ ਤੇ ਗੱਲ ਹੁੰਦੀ ਰਹੀ। ਉਸ ਟਾਈਮ ਹੀ ਮੈਂ ਔਰ ਵਾਈਫ ਸਭ ਕੁਝ ਛੱਡ ਕੇ ਤੁਹਾਡੇ ਨਾਲ ਤਕਰੀਬਨ 1 ਘੰਟਾ ਆਪਾਂ ਟਾਈਮ ਸਪੈਂਡ ਕੀਤਾ, ਹਨਾ। ਮੇਰੇ ਬੱਚੇ ਵੱਡੇ ਹੋ ਚੁੱਕੇ ਆ ਜੀ, ਇਸ ਤੋਂ ਵੱਡੇ ਹੋ ਚੁੱਕੇ ਆ। ਸੋ ਵੱਡੇ ਹੋ ਕੇ ਦੁਬਾਰਾ ਅਸੀਂ ਕੁਝ ਚਾਹੁੰਦੇ ਆ, ਉਹ ਬਾਅਦ ਦੀਆਂ ਗੱਲਾਂ ਕਰਨੀਆਂ। ਪਰ ਅੱਜ ਦਾ ਜਿਹੜਾ ਆਪਣਾ ਵਿਸ਼ਾ ਇਹੀ ਆ ਕਿ ਉਹ ਕਿਹੜੀਆਂ, ਦੇਖੋ ਅਸੀਂ ਲੋਕ ਇੱਥੇ ਆਏ ਆ ਡਾਕਟਰ ਸਾਹਿਬ, ਸਾਨੂੰ ਹੁੰਦਾ ਕਿ
ਸਾਨੂੰ ਰਹਿਣ ਲਈ ਘਰ ਵੀ ਚਾਹੀਦਾ ਹੈ, ਬਿਲਕੁਲ ਸਾਨੂੰ ਕੰਮ ਤੇ ਜਾਣ ਲਈ ਕਾਰ ਵੀ ਚਾਹੀਦੀ ਆ, ਹਨਾ। ਤੇ ਜਦੋਂ ਕਿਤੇ ਜਾਣਾ ਹੈ ਰਿਸ਼ਤੇਦਾਰਾਂ ਕੋਲ, ਕਿੰਨਾ ਕੁਛ ਹੀ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ, ਜਿਹੜੀ ਮਹਿੰਗਾਈ ਆ, ਹਰ ਚੀਜ਼ ਨੇ ਇੰਨੀ ਤਰ੍ਹਾਂ ਬੰਦੇ ਨੂੰ ਨਾ ਮਤਲਬ ਬੰਨ ਲਿਆ ਜੀ, ਗਲੇ ਤੱਕ ਆਇਆ ਪਿਆ ਸਭ ਕੁਝ, ਬਿਲਕੁਲ ਹਨਾ। ਸੋ ਉਸ ਕਰਕੇ ਨਾ ਮਤਲਬ ਉਹਦੇ ਚ ਫਿਰ ਉਹ ਸਾਰੇ ਦੇ ਬਾਵਜੂਦ ਅਖੀਰ ਤਾਂ ਉੱਥੇ ਹੀ ਆ ਜਾਂਦਾ ਨਾ ਕਿ ਜੇ ਤੁਸੀਂ ਉਹ ਮਿਸਿੰਗ ਕਰ ਗਏ ਚੀਜ਼, ਇਹ ਚੀਜ਼ਾਂ ਦਾ ਸ਼ਾਇਦ ਅਸੀਂ ਬਣਾ ਲਾਂਗੇ ਪਰ ਉਹ ਚੀਜ਼ ਨਹੀਂ ਬਣਨੀ। ਸੋ ਉਹ ਚੀਜ਼ਾਂ ਆਪਾਂ ਸ਼ੁਰੂਆਤ ਉਹੀ ਕਰਨੀ ਆ, ਅੱਜ ਆਪਾਂ 7-10 ਸਾਲ ਦੀ ਏਜ ਦੇ ਵਿੱਚ ਹੀ ਰਹਿਣਾ ਜੀ, ਠੀਕ ਹੈ। ਸੋ ਉੱਥੇ ਆਪਾਂ ਕਰੀਏ, ਜਿਹੜੇ ਇਹਦੇ ਜਿਹੜੇ ਵੱਡੇ ਹੋ ਗਏ, ਜਿਹੜੇ ਅਸੀਂ ਹੋ ਗਏ ਪੇਰੈਂਟਸ ਹੋ ਗਏ, ਉਹ ਆਪਾਂ ਬਾਅਦ ਦੇ ਵਿੱਚ ਕਰਾਂਗੇ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ। 100% ਨਹੀਂ, ਕੁਛ ਤਾਂ ਮਤਲਬ ਸਾਡੇ ਕੋਲੇ ਹੋਊਗਾ ਨਾ। ਬਿਲਕੁਲ ਜੀ। ਹੁਣ ਆਪਾਂ ਜਿਹੜਾ ਉਹ ਸਮਾਂ ਹੈ ਉਹਨੂੰ ਕਿੱਦਾਂ ਮਤਲਬ ਜਿਹੜਾ ਫਸਟ ਮਤਲਬ 1 ਸਾਲ ਦਾ ਸਰਕਾਰ ਵੱਲੋਂ ਲੀਵ ਮਿਲਦੀ ਆ, ਮਤਲਬ ਮੇਲ ਔਰ ਫੀਮੇਲ ਕੋਈ ਵੀ ਲੈ ਸਕਦਾ ਹੈ, ਹਨਾ। ਕਿ ਉਹ ਡੈਪਰ ਚੇਂਜ ਕਰਨਾ, ਦੂਸਰਾ ਤੀਸਰਾ, ਕਿ ਉਹੀ ਮਤਲਬ ਸਾਡੀ ਜ਼ਿੰਮੇਵਾਰੀ ਆ। ਮੈਂ ਦੇਖੋ ਇਹ ਨਾ ਕੁਝ ਗੱਲਾਂ ਹੁਣ ਜਿਹੜੀਆਂ ਮੈਂ ਕਰਨੀਆਂ ਵਾ ਜੀ, ਇਹ ਰੂਟੀਨ ਤੋਂ ਬਿਲਕੁਲ ਉਲਟ ਨੇ। ਹੋ ਸਕਦਾ ਕਿਸੇ ਨੂੰ ਮੇਰੀਆਂ ਗੱਲਾਂ ਨਾ ਵੀ ਚੰਗੀਆਂ ਲੱਗਣ ਤੇ ਕੱਲ ਨੂੰ ਕੋਈ ਮੇਰੇ ਤੇ ਕੋਈ ਦਾਵਾ ਵੀ ਕਰ ਦੇਵੇ, ਪਰ ਜੋ ਹੈਗਾ ਮੈਨੂੰ ਕਹਿਣਾ ਪੈਣਾ, ਠੀਕ ਹੈ ਨਾ। ਹੁਣ ਦੇਖੋ ਸੰਦੀਪ ਜੀ, ਇੱਕ ਹੁੰਦੀ ਹੈ ਬਾਡੀ ਲੈਂਗੁਏਜ। ਬਾਡੀ ਲੈਂਗੁਏਜ ਹੈਗੀ ਆ ਕਿ ਮੈਂ ਜੋ ਬੋਲ ਰਿਹਾ ਜਾਂ ਤੁਸੀਂ ਜੋ ਬੋਲ ਰਹੇ ਹੋ, ਵਿਚਰ ਰਹੇ ਹੋ, ਸਿਰਫ ਸਾਡੇ ਬੋਲ ਹੀ ਨਹੀਂ ਹੁੰਦੇ, ਤੁਸੀਂ ਕਿਸ ਲਹਿਜੇ 'ਚ ਬੋਲੇ, ਕਿਹੋ ਜਿਹੇ ਮੂੰਹ ਬਣਾ ਕੇ ਬੋਲੇ, ਉਹਦਾ ਬਹੁਤ ਫਰਕ ਪੈ ਜਾਂਦਾ। ਇਹ ਤਾਂ ਆਪਾਂ ਸਾਰੇ ਸਮਝਦੇ ਹਾਂ। ਤੁਸੀਂ ਅਪਸੈਟ ਬੈਠੇ ਹੋ, ਮੈਂ ਤੁਹਾਨੂੰ ਫੋਨ ਤੇ ਦਿਲਾਸਾ ਦੇਈ ਜਾਂਦਾ, ਵਰਸਸ ਮੈਂ ਤੁਹਾਡੇ ਘਰ ਆਉਣਾ, ਤੁਹਾਡੇ ਲਾਗੇ ਬਹਿਣਾ, ਤੁਹਾਡਾ ਹੱਥ ਫੜਦਾ, 2 ਗੱਲਾਂ ਕਰਦਾ, ਤੁਹਾਨੂੰ ਜ਼ਿਆਦਾ ਚੰਗਾ ਕਿਹੜੇ ਪਾਸੇ ਮਹਿਸੂਸ ਹੋਊਗਾ? ਜਦੋਂ ਕੋਲੇ ਬੈਠੋਗੇ, ਹੈ ਨਾ। ਸੋ ਬਾਡੀ ਲੈਂਗੁਏਜ ਆ, ਇਹ ਜ਼ਰੂਰੀ ਆ। ਤੁਸੀਂ ਕੁਕੜੀ ਦੇਖੋ, ਕੁਕੜੀ ਦੇ ਬੱਚੇ ਦੇ ਮਗਰ 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 ਫਿਰਦੇ ਆ, ਹੈ ਨਾ। ਠੰਡ ਪੈਂਦੀ, ਉਹ ਸਾਰਿਆਂ ਨੂੰ ਥੱਲੇ ਲੈ ਕੇ ਬਹਿ ਜਾਂਦੀ ਹੈ, ਹੁੰਦਾ ਹੈ ਨਾ। ਸ਼ੇਰ ਵਾ, ਉਹ ਆਪਣੇ ਬੱਚੇ ਨੂੰ ਫੜਦਾ ਧੌਣ ਤੋਂ। ਹੁਣ ਖੁੰਖਾਰ ਜਾਨਵਰ ਆ, ਬਟ ਉਹਨੂੰ ਪਤਾ ਹੈ ਕਿ ਮੈਂ ਕਿੱਦਾਂ ਫੜਨਾ ਹੈ ਤਾਂ ਕਿ ਇਹਨੂੰ ਸੱਟ ਨਾ ਲੱਗੇ। ਜੇ ਜਾਨਵਰਾਂ ਨੂੰ ਇਹ ਸਾਰੀ ਸਮਝ ਹੈ ਜੀ, ਤੇ ਕੀ ਅਸੀਂ ਮੂਰਖ ਹਾਂ? ਸਾਨੂੰ ਇਹ ਸਿਖਾਇਆ ਜਾਂਦਾ ਇੱਥੇ, ਬੱਚਾ ਢਿੱਡ ਚੋਂ ਬਾਹਰ ਨਿਕਲਿਆ ਨਹੀਂ ਤੇ ਬੱਚੇ ਨੂੰ ਮਾਂ ਦੇ ਲਾਗੇ ਹੀ ਨਹੀਂ ਪੈਣ ਦਿੱਤਾ ਜਾਂਦਾ ਐਸ ਸਿਸਟਮ ਦੇ ਵਿੱਚ। ਉਹ ਕਹਿੰਦੇ ਜੀ ਵਲੇਟੋ ਤੇ ਬੈਸੀਨਟ 'ਚ ਰੱਖੋ, ਕਹਿੰਦੇ ਜੀ ਉੱਥੇ ਜ਼ਿਆਦਾ ਸੇਫ ਆ। ਮਾਂ ਦੇ ਨਾਲ ਸੌਣ ਨਹੀਂ ਦਿੱਤਾ ਜਾਂਦਾ, ਇਹ ਜੀ ਥੱਲੇ ਆ ਜਾਊਗਾ, ਡੈਥਸ ਹੋ ਜਾਂਦੀਆਂ, ਫਲਾਨ ਐਟਿੰਗ। ਠੀਕ ਆ, ਹੁੰਦੀਆਂ, ਮੈਂ ਇਹ ਨਹੀਂ ਕਹਿੰਦਾ ਨਹੀਂ ਹੁੰਦੀਆਂ, ਪਰ ਹੁਣ ਜਿਸ ਮਾਂ ਨੇ ਦਾਰੂ ਪੀਤੀ ਹੋਈ ਹੈ, ਜਿਸ ਮਾਂ ਨੇ ਨਸ਼ਾ ਕੀਤਾ ਹੋਇਆ, ਉਹ ਤਾਂ ਆਪਦੇ ਬੱਚੇ ਦੇ ਉੱਤੇ ਜੋ ਆ ਗਈ ਤੇ ਉਹਨੂੰ ਤਾਂ ਨਹੀਂ ਪਤਾ ਲੱਗਣਾ, ਤੇ ਉਸ ਬੱਚੇ ਦੀ ਤੇ ਅਨਫੋਰਚੂਨੇਟ ਡੈਥ ਹੋਏਗੀ। ਬਟ ਯਾਰ ਕੀ ਸਾਰੀਆਂ ਇਦਾਂ ਦੀਆਂ? ਠੀਕ ਹੈ ਨਾ ਜੀ। ਨਿਆਣਾ ਮੇਰੇ ਕੋਲ ਆਉਂਦਾ, 3 ਦਿਨ ਦਾ ਨਿਆਣਾ ਹੁੰਦਾ, 5 ਦਿਨ ਦਾ ਨਿਆਣਾ ਹੁੰਦਾ, ਭਾਜੀ ਠੰਡਾ ਹੁੰਦਾ, ਹੱਥ ਪੈਰ ਨੀਲੇ ਆ, ਠੰਡੇ। ਬੀਬੀ ਜੀ ਇਹ ਨਿਆਣਾ ਠੰਡਾ ਹੋਇਆ ਪਿਆ, ਇਹ ਜੀ ਇਦਾਂ ਹੀ ਰਹਿੰਦਾ। ਮੈਂ ਕਿਹਾ ਤੁਹਾਡੇ ਹੱਥ ਨੀਲੇ ਹੋਏ ਹੋਣ, ਤੁਹਾਨੂੰ ਕਿੰਨੀ ਠੰਡ ਲੱਗਦੀ ਹੋਊਗੀ? ਹਾਂ, ਕਦੀ ਸੋਚ ਕੇ ਵੇਖਿਆ? ਫਿਰ ਕਹਿਣਗੇ ਹਾਂਜੀ ਜੀ ਲੱਗਦੀ। ਮੈਂ ਕਿਹਾ ਤੁਸੀਂ ਕੀ ਕਰੋਗੇ? ਕਹਿੰਦੇ ਜੀ ਹੀਟਰ ਅੱਗੇ ਬੈਠਾਂਗੇ। ਤੇ ਮੈਂ ਕਿਹਾ ਫਿਰ ਇਹਨੂੰ ਵੀ ਹੀਟ ਦਿਓ। ਤੁਹਾਡਾ ਬੱਚਾ ਤੁਹਾਡੇ ਢਿੱਡ ਦੇ ਅੰਦਰ ਸੀਗਾ, 37 ਡਿਗਰੀ ਟੈਂਪਰੇਚਰ ਸੀ ਤੁਹਾਡਾ, ਸਾਡੇ ਸਰੀਰ ਦਾ, ਉਹ 37 ਡਿਗਰੀ ਚੋਂ ਨਿਕਲਿਆ ਬਾਹਰ, ਤੇ ਕਮਰੇ ਦਾ ਟੈਂਪਰੇਚਰ ਹੈਗਾ 20 ਡਿਗਰੀ, 17 ਡਿਗਰੀ ਦਾ ਡ੍ਰੌਪ ਆ ਉਹਦੇ ਵਾਸਤੇ ਜੀ, ਠੀਕ ਹੈ ਨਾ। ਬੱਚਾ ਜੇ ਤੁਹਾਨੂੰ ਸਰੀਰਕ ਕੰਫਰਟ ਮਿਲਦਾ ਆ ਨਾਲ ਜੱਫੀ ਪਾ ਕੇ, ਤੁਹਾਡੇ ਬੱਚੇ ਨੂੰ ਵੀ ਚਾਹੀਦਾ ਆ ਇਹਨੂੰ ਆਪਦੇ ਨਾਲ ਲਾ ਕੇ ਰੱਖੋ। ਬੋਡੀ ਦੀ ਹੀਟ ਮਤਲਬ ਉਹਨੂੰ ਉੱਪਰ ਦੇ ਕੇ ਜੀ। ਇਹ ਸਾਰਾ ਕਾਰਪੋਰੇਟ ਦਾ ਡਿਜ਼ਾਈਨ ਕੀਤਾ ਹੋਇਆ ਮਾਡਲ ਹੈ। ਹੁਣ ਦੇਖੋ, ਜੋ ਡੰਗਰਾਂ ਦਾ ਸਿਸਟਮ ਹੈ ਉਹੀ ਬੰਦੇ ਦਾ ਸਿਸਟਮ ਹੈ। ਤੁਸੀਂ ਲੋਕਾਂ ਦਾ ਗਾਂ ਦਾ ਬੱਚਾ ਮਰ ਜੇ ਨਾ ਜਾਂ ਵਛੇਰੀ ਮਰ ਜੇ, ਤੇ ਉਹ ਪਹਿਲੇ ਆਣੇ ਜਮਾਨੇ ਭੂਸਾ ਭਰ ਕੇ ਉਹਦੇ ਲਾਗੇ ਖੜਾ ਕਰ ਛੱਡਦੇ ਸੀ ਵੀ ਇਹ ਦੁੱਧ ਨਾ ਛੱਡ ਜੇ ਕਿਤੇ, ਠੀਕ ਹੈ ਨਾ। ਦੇਖਣ ਨਾਲ ਹੀ ਇੰਨਾ ਫਰਕ ਪੈਂਦਾ। ਮੇਰੇ ਬੀਜ ਦੱਸਦੇ ਹੁੰਦੇ ਸੀ ਵੀ ਨਿਆਣੇ ਨੇ ਰੋਣਾ ਤੇ ਮਾਂ ਦਾ ਦੁੱਧ ਉੱਤਰ ਆਉਣਾ, ਠੀਕ ਹੈ ਨਾ, ਕਿਉਂਕਿ ਤੁਹਾਡੀ ਇੱਕ ਅਟੈਚਮੈਂਟ ਹੈ। ਮੈਂ ਇੱਥੇ ਵੇਖ ਰਿਹਾ ਕਿ ਜਿਹੜੀਆਂ ਸਾਡੇ ਲੋਕ ਨੇ, ਮੈਂ ਗੋਰਿਆਂ ਦੀ ਗੱਲ ਨਹੀਂ ਕਰਦਾ, ਮੈਂ ਆਪਣਿਆਂ ਦੀ ਗੱਲ ਕਰਦਾ, ਜਿਹਨੂੰ ਦੇਖ ਕੇ ਦੁੱਖ ਹੁੰਦਾ ਕਿ ਉਹ ਇੰਨੇ ਕੁ ਮਕੈਨੀਕਲ ਹੋ ਗਏ ਆ ਬੱਚੇ ਨੂੰ ਲੈ ਕੇ, ਵੀ ਮਤਲਬ ਜਿਵੇਂ ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਨੂੰ ਸੋਹਣੇ ਕੱਪੜੇ ਪਾਤੇ ਆ, ਪਰਫਿਊਮ ਵਾਲੇ, ਖੁਸ਼ਬੂ, ਸਾਡੇ ਬੱਚੇ 'ਚ ਖੁਸ਼ਬੂ ਆ ਰਹੀ ਆ, ਅਸੀਂ ਡਾਈਪਰ ਵਧੀਆ ਕੁਆਲਿਟੀ ਦਾ ਪਾ ਰਹੇ ਆ, ਹਨਾ। ਉਹਨਾਂ ਨੂੰ ਲੱਗਦਾ ਕਿ ਅਸੀਂ ਬਹੁਤ ਵੱਡਾ ਕਰ ਲਿਆ। ਬਟ ਜਿਹੜਾ ਕਿ ਮੈਨੂੰ ਲੱਗਦਾ ਕਿ ਜਿਹਦੀ ਕੋਈ ਵੈਲਿਊ ਨਹੀਂ ਹੈਗੀ, ਇਹ ਤੁਹਾਨੂੰ ਲੱਗਦਾ ਹੀ ਆ ਬਸ ਐਵੇਂ। ਤੁਸੀਂ ਵੇਖ ਕੇ ਸਾਡਾ ਨਿਆਣਾ ਸੋਹਣਾ ਲੱਗਦਾ, ਸਾਡਾ ਨਿਆਣਾ ਸੋਹਣਾ ਲੱਗਦਾ, ਇਹੀ ਤੁਸੀਂ ਕਾਰ ਨਾਲ ਕਰਦੇ। ਸਾਡੀ ਕਾਰ ਸੋਹਣੀ ਲੱਗਦੀ, ਇਹਨੂੰ ਟਾਇਰ ਵੱਡੇ ਪਾ ਲਓ, ਇਹਨੂੰ ਰਿਮ ਵੱਡਾ ਪਾ ਲਓ, ਸਾਡਾ ਘਰ ਸੋਹਣਾ ਲੱਗਦਾ, ਇਹਨੂੰ ਲਾਈਟਾਂ ਲਾ ਦਿਓ, ਇਹਨੂੰ ਰੰਗ ਕਰ ਦਿਓ।
ਅਸੀਂ ਉਹੀ ਬਿਹੇਵੀਅਰ ਆਪਦੇ ਬੱਚੇ ਨਾਲ ਕਰੀ ਜਾਂਦੇ ਕਿ ਹਾਂ ਇਹਦੇ ਚ ਸੋਹਣਾ ਲੱਗਦਾ। ਸੋਹਣਾ ਲੱਗ ਕੇ ਕੀ ਕਰੂਗਾ ਉਹ ਤਾਂ ਟੈਂਪਰੇਰੀ ਗੱਲ ਆ, ਬਟ ਉਹਦੀ ਜੋ ਨੈਚੁਰਲ ਕੁਦਰਤੀ ਜੋ ਉਹਦੀ ਡਿਮਾਂਡ ਹੈ ਉਹ ਅਸੀਂ ਉਹਨੂੰ ਨਹੀਂ ਦੇ ਰਹੇ। ਹੁਣ ਤਾਂ ਮੇਰੇ ਕੋਲੇ ਪੰਜਾਬੀ ਪਰਿਵਾਰ ਆਉਂਦੇ ਆ ਜਿਹੜੇ ਕਹਿੰਦੇ ਜੀ ਹਾਂਜੀ ਵੀ ਜੀ ਇਹ ਰਾਤ ਨੂੰ ਭੈਣ ਜੀ ਘਰਾੜੇ ਘਰੂੜੇ ਤੇ ਨਹੀਂ ਮਾਰਦਾ। ਨਹੀਂ ਜੀ ਮੈਨੂੰ ਨਹੀਂ ਪਤਾ, ਇਹ ਤਾਂ ਦੂਸਰੇ ਕਮਰੇ 'ਚ ਸੌਂਦਾ। ਯਾਰ 2.5 ਸਾਲ ਦਾ ਬੱਚਾ ਦੂਸਰੇ ਕਮਰੇ 'ਚ ਸੌਂਦਾ। ਕਹਿੰਦੇ ਮੈਂ ਨੈਕਸਟ ਟਾਈਮ ਕੋਸ਼ਿਸ਼ ਕਰੂੰਗੀ, ਆਈ ਵਿਲ ਟਰਾਈ ਟੂ ਸੀ ਕਿ ਕੈਮਰੇ ਦੇ ਵਿੱਚ ਕਿ ਮਾਰਦਾ ਕਿ ਨਹੀਂ ਮਾਰਦਾ। ਮੇਰਾ ਰੋਣ ਨਿਕਲ ਜਾਂਦਾ ਕਈ ਵਾਰੀ ਵੀ ਅਸੀਂ ਕੀ ਕਰੀ ਜਾਂਦੇ ਆ ਯਾਰ, ਕਿਹੜੇ ਪਾਸੇ ਜਾ ਰਹੇ ਹੋ ਤੁਸੀਂ 2.5 ਸਾਲ ਦੇ ਬੱਚੇ ਨੂੰ ਵੀ ਸੌਰੀ, ਪਰ ਕਈ ਮੈਨੂੰ ਐ ਲੱਗਦਾ ਵੀ ਕਈਆਂ ਪੇਰੈਂਟਸ ਵਾਸਤੇ ਹੈਡੇਕ ਆ ਵੀ ਰਾਤ ਸੌਂਦਾ ਨਹੀਂ ਜੀ, ਸਾਨੂੰ ਸੌਣ ਨਹੀਂ ਦਿੰਦਾ ਜੀ, ਤੇ ਇਹਨੂੰ ਫਿਰ ਉਧਰ ਪਾ ਦਿੰਦੇ। ਅੱਛਾ ਡਾਕਟਰ ਸਾਹਿਬ ਸੌਰੀ ਮੈਂ ਵਿੱਚ ਹੀ ਇੱਕ ਸਵਾਲ ਨੂੰ ਕਿ ਜਿਸ ਤਰ੍ਹਾਂ ਇਹ ਹੈਗਾ ਜਿਹੜੇ ਇੱਥੋਂ ਦੇ ਸਾਡੇ ਬੱਚੇ ਬੋਰਨ ਹੋਏ ਸੀ ਉਹਨਾਂ ਜਾਂ ਜਿਹੜੇ ਇੰਡੀਆ ਤੋਂ ਬੋਰਨ ਹੋ ਕੇ ਅਸੀਂ ਆਏ ਹੋਏ ਆ ਉਹਨਾਂ ਦੇ ਬਾਰੇ ਮਿਕਸ ਕਰੋ। ਹਾਂ, ਜਿਹੜੇ ਤਾਂ ਇੰਡੀਆ ਤੋਂ ਯੰਗ ਪੇਰੈਂਟਸ ਆ ਰਹੇ ਆ ਜੀ, ਉਹ ਕਸ਼ਮਕਸ਼ ਚ ਫਸ ਜਾਂਦੇ ਆ, ਉਸ ਹਸਪੀਟਲ ਤੋਂ ਕੁਝ ਹੋਰ ਸੁਣ ਕੇ ਆਉਂਦੇ ਆ। ਜਦੋਂ ਮੈਂ ਇਹਨਾਂ ਨੂੰ ਸਮਝਾਉਣਾ ਵੀ ਨਹੀਂ ਯਾਰ ਆਪਾਂ ਇਦਾਂ ਕਰਨਾ, ਉਹ ਮੰਨ ਜਾਂਦੇ ਆ ਵੀ ਹਾਂ ਨਹੀਂ ਠੀਕ ਹੈ। ਉੱਥੇ ਦਾਦੀ ਨਾਲ ਗੱਲ ਕੀਤੀ ਸੀ, ਨਾਨੀ ਨਾਲ ਗੱਲ ਕੀਤੀ ਸੀ, ਤੇ ਉਹ ਵੀ ਸਾਨੂੰ ਗੁੱਸੇ ਹੋ ਕੇ ਹਟੀਆਂ ਵੀ ਤੁਸੀਂ ਇਹਨੂੰ ਕਿਉਂ ਵੱਖਰਾ ਪਾਉਂਦੀਆਂ ਜਾਂ ਆਪਦੇ ਨਾਲ ਪਾਓ, ਹਨਾ, ਉਹ ਗੱਲ ਸਮਝ ਲੈਂਦੇ ਆ। ਪਰ ਜਿਹੜੇ ਬੱਚੇ ਇੱਥੇ ਬੋਰਨ ਐਂਡ ਬ੍ਰੌਟ ਅਪ ਹੋ ਗਏ ਸਾਡੇ, ਉਹ ਬਿਲਕੁਲ ਨਹੀਂ ਗੱਲ ਸੁਣਦੇ। ਉਹ ਲਕੀਰ ਦੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪੁਰਾਣੀਆਂ ਗੱਲਾਂ ਕਰ ਰਿਹਾ ਤੇ ਇਹ ਕੋਈ ਰੈਲੇਵੈਂਟ ਨਹੀਂ ਹੈ। ਕਈ ਤੇ ਆਉਂਦੇ ਹੀ ਨਹੀਂ ਬਾਅਦ ਚ ਵੀ ਇਹ ਤਾਂ ਬਹੁਤ ਡਿਸਕ੍ਰਿਪੈਂਸੀ ਆ, ਅਸੀਂ ਤਾਂ ਗੂਗਲ ਤੇ ਆਹ ਕਹਿੰਦਾ ਆਹ ਕਹਿੰਦਾ ਤੇ ਇਹ ਬਿਲਕੁਲ ਉਲਟ ਕਰਦਾ। ਸੋ ਮੈਂ ਪੁੱਛ ਲੈਣਾ ਹੁਣ ਥੋੜਾ ਜਿਹਾ ਮੈਂ ਆਪਣਾ ਢੰਗ ਚੇਂਜ ਕਰ ਲਿਆ ਵੀ ਯਾਰ ਤੁਸੀਂ ਨੈਚੁਰਲ ਵੇ ਚ ਚੱਲਣਾ ਹੈ ਜਾਂ ਮਾਡਰਨ ਵੇ ਚ, ਮੈਨੂੰ ਮਾੜਾ ਜਿਹਾ ਦੱਸ ਦਿਓ ਫਿਰ ਆਪਾਂ ਉਸ ਹਿਸਾਬ ਨਾਲ ਗੱਲ ਕਰੀਏ। ਅੱਛਾ ਤੁਸੀਂ ਵੀ ਫਿਰ ਮਾਡਰਨ ਮੰਨਣਾ ਮੈਨੂੰ ਫਿਰ ਵਿਚਲੀ ਗੱਲ ਕਰਨੀ ਪੈਂਦੀ, ਫਿਰ ਮੈਨੂੰ ਉਹਨਾਂ ਨੂੰ ਹੋਰ ਤਰੀਕੇ ਨਾਲ ਸਮਝਾਉਣਾ ਪੈਂਦਾ ਹੈ ਗੱਲ। ਜਿਹੜੇ ਤੇ ਸਾਡੇ ਪਿਛਲੇ ਵਾਲੇ ਬੰਦੇ ਆ ਉਹ ਤਾਂ ਉਹਨਾਂ ਨੂੰ ਗੱਲ ਸਮਝਾਉਣ ਲੱਗਿਆ ਮਤਲਬ ਟਾਈਮ ਨਹੀਂ ਲੱਗਦਾ, ਉਹ ਗੱਲ ਸਮਝ ਲੈਂਦੇ ਕਿ ਉਹਨਾਂ ਨੇ ਦੇਖਿਆ ਹੋਇਆ। ਠੀਕ ਹੈ ਨਾ, ਇੱਥੋਂ ਵਾਲੇ ਦੀ ਪ੍ਰੋਬਲਮ ਇਹਨਾਂ ਨੇ ਵੇਖਿਆ ਹੀ ਨਹੀਂ। ਠੀਕ ਹੈ ਨਾ, ਸੋ ਇਹਨਾਂ ਨੂੰ ਕਈ ਵਾਰੀ ਸਾਨੂੰ ਫਿਰ ਹੋਰ ਤਰੀਕੇ ਨਾਲ ਗੱਲ ਸਮਝਾਉਣੀ ਪੈਂਦੀ ਹੈ ਵੀ ਨਹੀਂ ਯਾਰ ਆਹ ਚੀਜ਼ ਜ਼ਰੂਰੀ ਆ। ਉਹ ਕਹਿਣਗੇ ਜੀ ਅਸੀਂ ਵੱਖਰਾ ਪਾਉਣੇ, ਫਿਰ ਮੈਂ ਕਹਿੰਦਾ ਨਾ ਕਿਉਂ ਵੱਖਰਾ ਪਾਉਣੇ ਜੀ, ਸਾਨੂੰ ਉਹਨਾਂ ਨੇ ਕਿਹਾ। ਤੇ ਮੈਂ ਕਿਹਾ ਜੀ ਕੱਲ ਨੂੰ ਕੁਝ ਹੋਰ ਕਹਿਣਗੇ ਤਾਂ ਵੀ ਆਪਾਂ ਕਰ ਲਾਂਗੇ। ਤੁਹਾਨੂੰ ਪਤਾ ਵੱਖਰਾ ਪਾਉਣ ਦਾ ਰੀਜ਼ਨ ਕੀ ਹੈ? ਉਹ ਕਹਿਣਗੇ ਜੀ ਕੀ ਰੀਜ਼ਨ ਹੈ? ਮੈਂ ਕਿਹਾ ਕਿਉਂਕਿ ਕੁਝ ਡੈਥਸ ਹੋਈਆਂ ਸੀ, ਰਿਪੋਰਟ ਹੋਈਆਂ ਸੀ ਕਿ ਮਾਂ ਉੱਪਰ ਆ ਜਾਂਦੀ ਆ, ਤੇ ਲੋਕਾਂ ਨੇ ਫਟਾਫਟ ਲਾਅ ਬਣਾਤਾ ਵੀ ਠੀਕ ਹੈ ਜੀ ਬੈਸੀਨੇਟ ਵਾਲਿਆਂ ਨੇ ਬੈਸੀਨੇਟ ਵਾਲਾ ਸੋਚ ਲਿਆ ਵੀ ਹਾਂ ਬੈਸੀਨੇਟ ਬਣਾ ਕੇ ਵੇਚਦੇ ਆ, ਬਿਜ਼ਨਸ ਆ ਗਿਆ ਵਿੱਚ, ਕਹਿਤਾ ਜੀ ਤੁਸੀਂ ਵੱਖਰਾ ਰੱਖਣਾ। ਪਰ ਜੇ ਤੁਸੀਂ ਦਾਰੂ ਨਹੀਂ ਪੀਂਦੇ, ਤੁਸੀਂ ਸ਼ਰਾਬ ਨਹੀਂ ਪੀਂਦੇ, ਤੁਸੀਂ ਰਾਤ ਨੂੰ ਟੱਲੀ ਹੋ ਕੇ ਨਹੀਂ ਸੌਂਦੀ ਮਾਂ, ਤੁਸੀਂ ਬੱਚੇ ਦੇ ਉੱਤੇ ਕਿਵੇਂ ਆ ਸਕਦੇ ਹੋ? ਤੁਸੀਂ ਨਹੀਂ ਆ ਸਕਦੇ, ਹੋ ਹੀ ਨਹੀਂ ਸਕਦਾ। ਜਾਨਵਰ ਨਹੀਂ ਆਉਂਦੇ, ਜਾਨਵਰ ਨੂੰ ਮਾਂ ਤਾਂ ਹਿਲਦੀ ਵੀ ਨਹੀਂ ਜੀ, ਮਾਂ ਤਾਂ ਹਿਲਦੀ ਨਹੀਂ ਹੈ। ਮਤਲਬ ਇੰਨੀ ਚੇਂਜ ਆਂਦੀ ਆ ਜਦੋਂ ਇੱਕ ਲੜਕੀ ਮਾਂ ਬਣਦੀ ਆ ਨਾ, ਸੋ ਉਹਦੇ ਚ ਇੰਨਾ ਬਦਲਾਅ ਆਂਦਾ ਹੈ, ਸਭ ਕੁਝ ਉਹ ਭੁੱਲ ਕੇ ਬੱਚੇ ਤੋਂ ਬਿਨਾਂ ਮਤਲਬ ਪਾਸੇ ਰਹਿ ਹੀ ਨਹੀਂ ਸਕਦੇ। ਬਿਲਕੁਲ। ਅੱਛਾ ਹੁਣ ਇਸ ਤੋਂ ਵੀ ਵੱਡਾ ਮਸਲਾ ਜੀ, 90% ਮਾਵਾਂ ਆਪਣਾ ਦੁੱਧ ਨਹੀਂ ਪਿਆ ਪਾਉਂਦੀਆਂ, ਉਹ 2-3 ਹਫ਼ਤਿਆਂ ਦੇ ਵਿੱਚ ਹੀ ਉਹ ਡਰਾਈ ਹੋ ਜਾਂਦੀਆਂ ਕਿ ਸਾਨੂੰ ਦੁੱਧ ਨਹੀਂ ਆਉਂਦਾ। ਦੁੱਧ ਆਉਣਾ ਕਿੱਥੋਂ ਆ? ਦੁੱਧ ਆਉਣ ਦਾ ਪ੍ਰਿੰਸੀਪਲ ਹੀ ਰੱਬ ਨੇ ਇਹੋ ਜਿਹਾ ਬਣਾਇਆ ਵਾ। ਹੁਣ ਆਪਾਂ ਮੱਝ ਗਾਂ ਨੂੰ ਵੀ ਚੋਨੇ ਆ, ਆਪਾਂ ਪਹਿਲਾਂ ਨੂੰ ਪਸਮਾਉਨੇ ਆ, ਉਹਦਾ ਨਿਆਣਾ ਨੂੰ ਵਿਖਾਉਨੇ ਆ, ਨਿਆਣਾ ਨੂੰ ਛੱਡਦੇ ਆ, ਫਿਰ ਉਹਦਾ ਦੁੱਧ ਉਤਰਦਾ ਜੀ। ਠੀਕ ਹੈ ਨਾ, ਉਹ ਵੱਖਰੀ ਗੱਲ। ਅੱਜ ਕੱਲ ਲੋਕੀ ਟੀਕਾ ਲਾਉਣ ਲੱਗੇ। ਸਾਡੀ ਮਸ਼ੀਨਰੀ ਵੀ ਸੇਮ ਹੈ। ਮਾਂ ਬੱਚੇ ਨੂੰ ਚੱਕੂਗੀ, ਆਪਦੇ ਨਾਲ ਲਾਊਗੀ, ਤਾਂ ਹੀ ਉਹਦਾ ਦੁੱਧ ਉਤਰਨਾ ਸ਼ੁਰੂ ਹੋਣਾ, ਨਹੀਂ ਤਾਂ ਉਤਰਨਾ ਹੀ ਨਹੀਂ। ਜੇ ਉਹ ਸਿਰਫ ਚੱਕੀ ਉਸ ਟਾਈਮ ਰਹੀ ਆ ਕਿ ਹੁਣ ਰੋਇਆ ਵਾ ਤੇ ਮੈਂ ਇਹਨੂੰ ਦੁੱਧ ਪਿਆ ਦਿਆਂ, ਉਹਨੇ ਚਿਰ ਚ ਦੁੱਧ ਨਹੀਂ ਉਤਰਨਾ। ਠੀਕ ਹੈ ਨਾ। ਅੱਛਾ ਉਤੋਂ ਥੋੜਾ ਜਿਹਾ ਹੋ ਜਾਂਦਾ ਜੀ, ਤੁਸੀਂ ਹਰ 3 ਘੰਟੇ ਬਾਅਦ, ਮਤਲਬ ਥੋੜੇ ਡਿਫਰੈਂਟ ਚੀਜ਼ਾਂ ਨੇ ਜਿਹੜੀਆਂ ਕਈ ਵਾਰੀ ਕੋਈ ਸਿਸਟਮ ਹੀ ਹੋ ਜਾਏ ਕਿ ਮਾਂ ਹੀ ਇੰਨੀ ਸਟ੍ਰੈਸ ਆਊਟ ਨਿਕਲਦੀ ਆ ਹਸਪੀਟਲ ਚੋਂ, ਉਹ ਵਿਚਾਰੀ ਆਪਦੇ ਖਿਆਲਾਂ 'ਚ ਖਰਾਬ ਉਲਝ ਜਾਂਦੀ ਆ, ਤੇ ਉਹ ਜਦੋਂ ਤੁਸੀਂ ਮਾਨਸਿਕ ਤੌਰ ਤੇ ਨਹੀਂ ਠੀਕ, ਤੁਹਾਡਾ ਦੁੱਧ ਨਹੀਂ ਆਉਣਾ। ਸੋ ਲੈ ਦੇ ਕੇ ਗੱਲ ਆ ਜਾਂਦੀ ਬੋਤਲ ਤੇ। ਪਰ ਮੈਂ ਜੇ ਦੂਰੋਂ ਹੋ ਕੇ ਵੇਖਾਂ ਤੇ ਮੈਨੂੰ ਲੱਗਦਾ ਵਾ ਕਿ ਜਿਹੜੇ ਪਿੱਛੇ ਬੈਠੇ ਨਾ ਸਾਡੇ, ਜਿਹੜੇ ਦੁਨੀਆ ਨੂੰ ਚਲਾ ਰਹੇ ਆ, ਉਹ ਸਾਡੀ ਮਾਨਸਿਕਤਾ ਨੂੰ ਜ਼ਿਆਦਾ ਵਧੀਆ ਸਮਝਦੇ ਆ। ਉਹਨਾਂ ਨੂੰ ਪਤਾ ਵਾ ਵੀ ਕਿੱਥੇ ਚੋਟ ਮਾਰਨੀ ਆ ਤੇ ਕਿਹੜੀ ਚੀਜ਼ ਇਹਨਾਂ ਦੀ ਨਿਕਲੂਗੀ ਤੇ ਫਿਰ ਸਾਡਾ ਸਮਾਨ ਕਿਸ ਤਰ੍ਹਾਂ ਵਿਕਣਾ। ਕਈ ਕਹਿ ਜਾਂਦੇ ਜੀ ਕੋਈ ਦਵਾਈ ਦੇ ਦਿਓ ਦੁੱਧ ਆ ਜਾਵੇ। ਮੈਂ ਕਿਹਾ ਜੀ ਜੇ ਮੇਰੇ ਕੋਲੇ ਦਵਾਈ ਹੋਵੇ ਫਿਰ ਤੇ ਮੈਂ ਕੰਪਨੀਆਂ ਹੀ ਬੰਦ ਕਰਾ ਦੇਵਾਂ, ਫਿਰ ਤੇ ਸਾਰਿਆਂ ਦੇ ਦੁੱਧ ਉਤਰਾਵੇ। ਇਦਾਂ ਨਹੀਂ ਗਾ। ਇਹ ਸਾਰੇ ਮਾਨਸਿਕਤਾ ਦੇ ਨਾਲ ਰਿਲੇਟਡ ਚੀਜ਼ਾਂ ਨੇ, ਤੁਹਾਡੇ ਚੋਂ ਵੀ ਨਿਕਲ ਰਹੀਆਂ ਤੇ ਬੱਚੇ ਚੋਂ ਵੀ ਨਿਕਲ ਰਹੀਆਂ। ਸੋ ਗੱਲ ਸਿਰਫ ਇੱਕ ਫਿਜ਼ੀਕਲ ਕੰਮ ਨਹੀਂ ਹੈਗਾ ਕਿ ਬੱਚਾ ਚੁੰਗ ਰਿਹਾ ਤੇ ਉਹਨੂੰ ਦੁੱਧ ਮਿਲ ਰਿਹਾ,
ਉਹਨੂੰ ਹੋਰ ਵੀ ਬਹੁਤ ਕੁਝ ਤੁਹਾਡੇ ਸਿਰਫ ਨਾਲ ਰਹਿਣ ਕਰਕੇ ਮਿਲ ਰਿਹਾ। ਤਾਂ ਉਹਦੇ ਜਿਹੜਾ ਦਿਮਾਗ ਪਹਿਲੇ 3 ਮਹੀਨਿਆਂ 'ਚ, ਸੰਦੀਪ ਜੀ ਮੈਂ ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ ਜੀ, ਬੱਚਾ ਅਗਰ 3 ਕਿਲੋ ਦਾ ਪੈਦਾ ਹੋਇਆ ਨਾ ਤੇ ਉਹ 3 ਮਹੀਨੇ ਦੇ ਐਂਡ ਤੱਕ ਜਾਂਦਿਆਂ 6 ਕਿਲੋ ਦਾ ਹੋ ਜਾਂਦਾ, ਦੂਣਾ। ਇੰਨੀ ਤੇਜ਼ੀ ਨਾਲ ਤੁਸੀਂ ਸਾਰੀ ਜ਼ਿੰਦਗੀ ਦੁਬਾਰਾ ਨਹੀਂ ਵੱਧਦੇ, ਤੁਸੀਂ ਦੂਣਾ ਹੋ ਜਾਓ 3 ਮਹੀਨੇ 'ਚ। ਤੁਸੀਂ ਅੱਜ 60 ਕਿਲੋ ਦੇ ਹੋ, ਤੁਸੀਂ ਮੈਨੂੰ 3 ਮਹੀਨਿਆਂ 'ਚ 120 ਕਿਲੋ ਦੇ ਹੋ ਕੇ ਵਿਖਾਓ, ਹੋ ਹੀ ਨਹੀਂ ਸਕਦੇ, ਪੋਸੀਬਲ ਹੀ ਨਹੀਂਗਾ। ਸਿਰਫ ਉਹੀ ਗਰੋਥ ਆ ਪਹਿਲੇ 3 ਮਹੀਨੇ, ਪਹਿਲੇ 3 ਮਹੀਨਿਆਂ 'ਚ ਤੁਸੀਂ ਡਬਲ ਹੋ ਜਾਂਦੇ ਆ ਤੇ ਪਹਿਲੇ ਬਰਥਡੇ ਤੇ ਤੁਸੀਂ ਟ੍ਰਿਪਲ ਹੋ ਜਾਂਦੇ ਆ। 3 ਕਿਲੋ ਦਾ ਜੰਮਿਆ, 3 ਮਹੀਨਿਆਂ ਦੇ 6 ਕਿਲੋ ਦਾ ਤੇ ਸਾਲ ਤੇ 9 ਕਿਲੋ ਦਾ। ਹੁਣ ਅਗਲੇ 9 ਮਹੀਨਿਆਂ ਦੇ ਵਿੱਚ ਸਿਰਫ 3 ਕਿਲੋ ਭਾਰ ਹੋਰ ਵੱਧਦਾ, ਪਰ ਪਹਿਲੇ 3 ਮਹੀਨਿਆਂ ਦੇ ਵਿੱਚ 3 ਦਾ 3 ਹੀ ਵੱਧ ਜਾਂਦਾ, 6 ਹੋ ਜਾਂਦਾ। ਮਤਲਬ ਕਿੰਨੀ ਜ਼ਰੂਰਤ ਆ ਬੋਡੀ ਨੂੰ। ਔਰ ਉਹ ਜਿਹੜਾ ਦਿਮਾਗ ਦਾ ਜਿਹੜਾ ਸਾਈਜ਼ ਆ, ਅਸੀਂ ਨਾ ਸਿਰ ਦਾ ਇਦਾਂ ਘੇਰਾ ਗਿਣਦੇ ਆ, 35 ਸੈਂਟੀਮੀਟਰ ਹੁੰਦਾ ਜਨਮ ਤੇ, ਜੀ, ਤੇ 1 ਸਾਲ ਦੇ ਵਿੱਚ 12 ਸੈਂਟੀਮੀਟਰ ਵੱਧਦਾ, 6 ਪਹਿਲੇ 3 ਮਹੀਨਿਆਂ 'ਚ ਵੱਧਦਾ। ਹਾਂ, ਸੋ ਦਿਮਾਗ ਦੀ ਗਰੋਥ ਪਹਿਲੇ 3 ਮਹੀਨਿਆਂ ਦੇ ਵਿੱਚ ਬਹੁਤ ਜ਼ਬਰਦਸਤ ਹੁੰਦੀ ਆ। ਉਸ ਵੇਲੇ ਉਹਨੂੰ ਕਿਸ ਤਰ੍ਹਾਂ ਦੀ ਸਟੀਮੂਲੇਸ਼ਨ ਮਿਲੀ ਹੈ, ਉਹਨੂੰ ਕਿੰਨਾ ਕੁ ਕੋਈ ਮਿਲਿਆ ਵਾ, ਕਿੰਨੇ ਜੱਫੀਆਂ ਪਾਈਆਂ, ਕਿੰਨਾ ਕੁ ਉਹਨੂੰ ਸਰੀਰ, ਮਾਂ ਦੇ ਸਰੀਰ ਦਾ ਨਿੱਘ ਮਿਲਿਆ ਹੈ, ਉਹ ਡਿਸਾਈਡ ਕਰਦਾ ਹੈ ਕਿ ਉਹਦੇ ਜਿਹੜਾ ਦਿਮਾਗ ਦਾ ਜਿਹੜੀ ਫਾਊਂਡੇਸ਼ਨ ਬਣ ਰਹੀ ਹੈ ਉਹ ਕਿੱਦਾਂ ਦੀ ਬਣਨੀ ਹੈ। ਬਟ ਅਨਫੋਰਚੂਨੇਟਲੀ ਹੁਣ ਨਿਆਣਾ ਉਹ ਸਾਰੇ ਦਾ ਸਾਰਾ ਟਾਈਮ ਜਿਹੜਾ ਉਹ ਬੈਸੀਨੇਟ 'ਚ ਕੱਢਦਾ। ਠੀਕ ਹੈ। ਅੱਛਾ, ਦੂਜੀ ਗੱਲ, ਪਿੱਛੇ ਚੱਲੋ। ਪਿੱਛੇ ਸਾਡਾ ਇੱਕ ਕਲਚਰ ਸੀ ਬੜਾ ਵਧੀਆ, ਠੀਕ ਹੈ, ਉਹਦੇ ਥੋੜੀਆਂ ਤਰੁੱਟੀਆਂ ਆ ਗਈਆਂ। ਅੱਗੇ ਕੀ ਕਰਦੇ ਸੀ, 40 ਦਿਨਾਂ ਵਾਸਤੇ ਨਾ ਮਾਂ ਬੱਚੇ ਨੂੰ ਵੱਖਰਾ ਕਰ ਦਿੰਦੇ ਸੀ, ਉਹਨੂੰ 40 ਕਹਿੰਦੇ ਹੁੰਦੇ ਸੀ। ਓਕੇ। ਇਹਨਾਂ ਦੇ ਘਰ ਨਿਆਣਾ ਜੰਮਿਆ ਨਾ ਤੇ ਮਾਂ ਨੂੰ ਤੇ ਬੱਚੇ ਨੂੰ ਘਰ ਦੇ ਸਭ ਤੋਂ ਪਿਛਲੇ ਕਮਰੇ ਦੇ ਵਿੱਚ ਛੱਡ ਦਿੰਦੇ ਸੀ। ਓਕੇ, ਮਾਂ ਤੇ ਬੱਚਾ ਦੋਨੋਂ, ਮਾਂ ਤੇ ਬੱਚਾ, ਤੇ ਘਰ ਦੇ ਬਾਹਰ ਉਹ ਟੰਗ ਦਿੰਦੇ ਹੁੰਦੇ ਸੀ ਮਿਰਚਾਂ ਨਿੰਬੂ ਜਿਹਾ, ਤਾਂ ਕਿ ਲੋਕਾਂ ਨੂੰ ਇਸ਼ਾਰਾ ਮਿਲ ਜਾਂਦਾ ਸੀ ਵੀ ਐਸ ਘਰ ਨਵਾਂ ਬੱਚਾ ਆਇਆ ਤੇ ਕੋਈ ਬਿਮਾਰ ਨਾ ਆਵੇ। ਇਹ ਨਿਸ਼ਾਨੀ ਹੁੰਦੀ ਸੀ, ਸਾਡੇ ਬਜ਼ੁਰਗਾਂ ਨੇ ਬਣਾਈ। ਉਹ ਸਰੀਰ ਬੰਨ੍ਹਦੇ ਹੁੰਦੇ ਸੀ। ਬੰਨ੍ਹਦੇ ਸੀ, ਹਾਂ। ਵੀ ਉਹਦਾ ਮਤਲਬ ਐਕਚੁਅਲੀ ਇਹ ਸੀਗਾ ਵੀ ਜਿਹਨੂੰ ਕੋਈ ਬਿਮਾਰੀ ਹੈ ਨਾ, ਉਹ ਐਸ ਘਰ ਨਾ ਆਵੇ, ਵਧਾਈ ਦੇਣ। ਹਾਂ, ਠੀਕ ਹੈ ਨਾ। ਉਹਨੂੰ ਪਹਿਲਾਂ ਹੀ ਇਸ਼ਾਰਾ ਮਿਲ ਜਾਂਦਾ ਸੀ ਵੀ ਮੈਂ ਹੁਣ ਇਹਦੇ ਅੰਦਰ ਨਹੀਂ ਵੜਨਾ। ਓਕੇ। ਤੇ ਮਦਰ ਨੂੰ ਤੇ ਬੱਚੇ ਨੂੰ ਵੀ ਪਾਸੇ ਕਰ ਦਿੰਦੇ ਸੀ ਵੀ ਇਸ ਮਾਂ ਨੂੰ ਦੁਨੀਆਦਾਰੀ ਨਾ ਭੁੱਲ ਜੇ ਹੁਣ 40 ਦਿਨ, ਕਿਉਂਕਿ ਜੇ ਦਿਮਾਗੀ ਤੌਰ ਤੇ ਪਰੇਸ਼ਾਨ ਹੋਊਗੀ ਦੁੱਧ ਨਹੀਂ ਆਉਣਾ। ਤੇ ਬੱਚੇ ਨੇ ਕਿਉਂਕਿ ਹੁਣ ਵਧਣਾ ਹੈ, ਪਹਿਲੇ 3 ਮਹੀਨੇ ਤੇ ਜਿਹੜੇ ਪਹਿਲੇ 1.5 ਮਹੀਨਾ ਉਹਦੇ ਚ ਤਾਂ ਹੋਰ ਫਾਸਟ ਹੁੰਦਾ। ਓਕੇ। ਤੇ ਇਹ ਜਿਹੜਾ ਟਾਈਮ ਹੈ ਨਾ, ਇਹ ਬੱਚੇ ਦਾ ਤੇ ਬੱਚੇ ਦੀ ਮਾਂ ਦਾ ਹੈ। ਪੜਾ ਹੀ ਲੈ ਲਿਆ ਜੀ, ਇਹ ਤਾਂ ਜਿਵੇਂ ਜੀ। ਅੱਛਾ, ਇਹਨੂੰ ਵੀ ਤੁਸੀਂ ਪਾਸੇ ਕਰੋ। ਹੁਣ ਸਾਇੰਸ ਕੀ ਕਹਿੰਦੀ ਆ ਕਿ ਤੁਸੀਂ 40 ਦਿਨਾਂ ਤੋਂ ਪਹਿਲਾਂ ਕੋਈ ਵੀ ਇੰਜੈਕਸ਼ਨ ਅਗਰ ਬੱਚੇ ਨੂੰ ਦਿੰਨੇ ਆ, ਇਹਦੀ ਇਮਿਊਨ ਸਿਸਟਮ ਨੂੰ ਰਿਸਪੌਂਡ ਨਹੀਂ ਕਰਦਾ। ਓਕੇ। ਇਸ ਕਰਕੇ ਜਿਹੜੀ ਵੀ ਟੀਕਾਕਰਨ ਸ਼ੁਰੂ ਹੁੰਦਾ ਹੈ ਉਹ 1.5 ਮਹੀਨੇ ਤੋਂ ਬਾਅਦ ਹੁੰਦਾ, 1.5 ਤੋਂ 2 ਮਹੀਨੇ ਬਾਅਦ ਹੁੰਦਾ। ਉਸ ਤੋਂ ਪਹਿਲਾਂ ਜਿਹੜੀ ਉਹਦੀ ਇਮਿਊਨਿਟੀ ਆ ਨਾ, ਉਹ ਉਹਦੀ ਮਾਂ ਦੇ ਉੱਤੇ ਨਿਰਭਰ ਕਰਦੀ ਹੈ। ਜਦੋਂ ਤੁਸੀਂ ਮਾਂ ਦੇ ਨਾਲ ਰਹਿੰਦੇ ਹੋ, ਤੁਹਾਡੇ ਅੰਦਰ ਇਸ ਵੇਲੇ ਅਰਬਾਂ ਖਰਬਾਂ ਬੈਕਟੀਰੀਆ ਨੇ ਜਿਹੜੇ ਤੁਹਾਡੇ ਲਈ ਕੰਮ ਕਰ ਰਹੇ। ਅਗਰ ਮੈਂ ਸਾਰੇ ਕੱਢ ਦੇਵਾਂ ਤੁਹਾਡੇ ਚੋਂ ਜਾਂ ਮੇਰੇ ਚੋਂ ਨਿਕਲ ਜਾਣ, ਮੇਰੀ ਮੌਤ ਹੋ ਜਾਣੀ। ਸੋ ਮੇਰਾ ਜੀਵਨ ਹੀ ਉਹਨਾਂ ਬੈਕਟੀਰੀਆ ਕਰਕੇ, ਜਿਵੇਂ ਮੱਛੀ ਹੈ ਨਾ, ਮੱਛੀ ਦੇ ਬਾਹਰ ਤੇਲ ਹੁੰਦਾ, ਉਹਨੂੰ ਵਾਟਰਪ੍ਰੂਫ ਬਣਾਉਂਦੀ ਆ। ਉਹ ਤੇਲ ਮੱਛੀ ਨਹੀਂ ਬਣਾਉਂਦੀ। ਉਹ ਜਿਹੜੇ ਮੱਛੀ ਦੇ ਡੈੱਡ ਸੈੱਲ ਹੁੰਦੇ ਆ, ਉਹਦੇ ਉੱਤੇ ਇੱਕ ਬੈਕਟੀਰੀਆ ਗਰੋ ਕਰਦਾ ਹੈ, ਉਹ ਉਹਦੇ ਡੈੱਡ ਸੈੱਲ ਖਾ ਕੇ ਤੇਲ ਬਣਾਉਂਦਾ ਹੈ, ਤਾਂ ਕਿ ਮੱਛੀ ਨੂੰ ਪਾਣੀ ਦਾ ਮਾੜਾ ਅਸਰ ਨਾ ਹੋਵੇ। ਤੁਸੀਂ ਮੱਛੀ ਤੋਂ ਬੈਕਟੀਰੀਆ ਲੈ ਲਓ, ਮੱਛੀ ਦੀ ਚਮੜੀ ਖਰਾਬ ਹੋ ਜਾਊ। ਇਸੇ ਤਰ੍ਹਾਂ ਅਸੀਂ ਆ। ਤੇ ਜਿਹੜਾ ਬੱਚਾ ਮਾਂ ਦੇ ਨਾਲ ਰਹਿੰਦਾ ਹੈ, ਉਹਦੇ ਅੰਦਰ ਜਿਹੜੇ ਬੈਕਟੀਰੀਆ ਪ੍ਰਵੇਸ਼ ਕਰਨੇ ਆ ਜਨਮ ਤੋਂ ਬਾਅਦ, ਉਹ ਉਹੀ ਕਰਨਗੇ ਜੋ ਉਹਦੀ ਮਾਂ ਦੇ ਆ, ਕਿਉਂਕਿ ਉਹਦੀ ਮਾਂ 'ਚ ਰਹਿੰਦੇ ਆ। ਸੋ ਉਹ ਉਹਦੇ ਲਈ ਨੁਕਸਾਨਦਾਇਕ ਨਹੀਂ ਹੁੰਦੇ, ਉਹੀ ਉਹ ਆਪਦੇ ਬੱਚੇ ਨੂੰ ਦੇ ਦਿੰਦੀ ਹੈ। ਤੇ ਦੁੱਧ ਥਾਣੀ ਉਹਨੂੰ ਜਿਹੜੇ ਦੁੱਧ ਮਿਲਦਾ ਹੈ, ਉਹਦੇ ਵਿੱਚ ਵੀ ਕੁਝ ਇਹੋ ਜਿਹੇ ਸੈੱਲ, ਹੁਣ ਜਿਵੇਂ ਸਾਇੰਸ ਖੋਜ ਕਰ ਰਹੀ ਹੈ, ਕੁਝ ਕੈਮੀਕਲ ਇਹੋ ਜਿਹੇ ਨੇ, ਕੁਝ ਸੈੱਲ ਇਹੋ ਨੇ ਜਿਹੜੇ ਡਿਸਾਈਡ ਕਰਨਗੇ ਸਾਡੇ ਸਰੀਰ ਦਿਮਾਗ ਦੇ ਜਿਹੜੇ ਨਰਵ ਸੈੱਲ ਨੇ, ਇਹ ਆਪਸ ਚ ਕਮਿਊਨੀਕੇਟ ਕਰਦੇ ਆ। ਜਿਵੇਂ ਐਂ ਕਹ ਲਓ ਵੀ ਆਪਾਂ ਛੱਤ ਪਾਉਣੀ ਆ, ਤੁਸੀਂ ਵਧੀਆ ਲੱਕੜ ਵੀ ਲੈ ਆਂਦੀ, ਤੁਸੀਂ ਵਧੀਆ ਇੱਟ ਵੀ ਲੈ ਆਂਦੀ, ਪਰ ਜੇ ਜੋੜ ਹੀ ਚੰਗਾ ਨਾ ਲੱਗਾ ਤੇ ਮਟੀਰੀਅਲ ਚੰਗਾ ਕੀ ਕਰੂਗਾ? ਠੀਕ ਹੈ ਨਾ ਜੀ। ਸੋ ਉਹ ਜਿਹੜੇ ਜੋੜ ਨੇ ਨਾ, ਜਿਸ ਕਿਸਮ ਦੇ ਇੱਕ ਸੈੱਲ ਦੂਸਰੇ ਸੈੱਲ ਦੇ ਨਾਲ ਜਦੋਂ ਵਾਰਤਾਲਾਪ ਕਰਦਾ ਹੈ, ਤੇ ਉਹ ਕਰੋੜਾਂ ਤਰ੍ਹਾਂ ਦੀਆਂ ਐ ਸਮਝ ਲਓ ਵੀ ਤਾਰਾਂ ਨੇ, ਕਨੈਕਸ਼ਨਸ ਨੇ। ਜਿੰਨੇ ਜ਼ਿਆਦਾ ਕਨੈਕਸ਼ਨ ਹੁੰਦੇ ਆ,
ਉਨੀ ਸਾਡੀ ਸੰਤੁਲਨ ਸਾਡਾ ਬੈਟਰ ਹੁੰਦਾ। ਤੇ ਹੁਣ ਇਹ ਪਤਾ ਲੱਗ ਰਿਹਾ ਹੌਲੀ ਹੌਲੀ ਕਿ ਜਿਹੜਾ ਮਾਂ ਦਾ ਦੁੱਧ ਆ ਇਹਦੇ ਵਿੱਚ ਕੁਝ ਇਹੋ ਜਿਹੇ ਕੈਮੀਕਲਸ ਨੇ ਜਿਹੜੇ ਉਹਨਾਂ ਦੀ ਗਿਣਤੀ ਨੂੰ ਵਧਾਉਣ ਦੇ ਵਿੱਚ ਹੈਲਪ ਕਰਦਾ। ਔਰ ਜਿਵੇਂ ਜਿਵੇਂ ਅਸੀਂ ਹੋਰ ਛੋਟੇ ਬੱਚਿਆਂ ਨੂੰ ਬਚਾਉਣ 'ਚ ਕਾਮਯਾਬ ਹੋ ਰਹੇ ਹਾਂ, ਜਿਵੇਂ 26-27 ਮਹੀਨੇ ਦਾ ਹਫ਼ਤਿਆਂ ਦਾ ਬੱਚਾ ਵੀ ਹੁਣ ਬਚ ਜਾਂਦਾ ਹੈ ਜੀ। ਹੁਣ ਵੇਖਿਆ ਗਿਆ ਕਿ ਜੇ ਕਿਸੇ ਮਾਂ ਨੇ 7ਵਾਂ ਬੱਚਾ ਪੈਦਾ ਕੀਤਾ ਹੈ ਤੇ ਉਹਦੇ ਦੁੱਧ ਦੀ ਕੁਆਲਿਟੀ ਡਿਫਰੈਂਟ ਹੈ, ਤੇ ਜੇ ਕਿਸੇ ਨੇ 9 ਮਹੀਨੇ ਦਾ ਬੱਚਾ ਪੈਦਾ ਕੀਤਾ ਹੈ ਤੇ ਉਹਦੇ ਦੁੱਧ ਦੀ ਕੁਆਲਿਟੀ ਡਿਫਰੈਂਟ ਹੈ। ਮਤਲਬ ਤੁਹਾਡੀ ਰੱਬ ਨੇ ਇਹੋ ਜਿਹਾ ਸਿਸਟਮ ਬਣਾਇਆ ਹੋਇਆ। ਹੁਣ ਕਿਉਂਕਿ ਬੱਚਾ ਪਹਿਲਾਂ ਆ ਗਿਆ, ਉਹਨੂੰ ਹੁਣ ਜਿਹੜੀ ਚੀਜ਼ ਚਾਹੀਦੀ ਆ ਇਹਦੇ ਦੁੱਧ 'ਚ ਉਹੀ ਆ ਰਹੀ। ਬਟ ਇਹ ਸਾਰਾ ਜੁਗਾੜ ਤਾਂ ਹੀ ਚੱਲੂਗਾ ਜੇ ਤੁਸੀਂ ਮਾਨਸਿਕ ਲੈਵਲ ਤੇ ਮਾਂ ਆਪ ਸੈੱਟ ਹੋਵੇ ਤੇ ਉਹ ਇਸ ਚੀਜ਼ ਦੀ ਵੀ ਇੰਪੋਰਟੈਂਸ ਨੂੰ ਸਮਝੇ ਕਿ ਜੌਨਸਨ ਦੇ ਪ੍ਰੋਡਕਟ ਵਰਤਿਆਂ ਜਾਂ ਅਵੀਨੋ ਦੇ ਪ੍ਰੋਡਕਟ ਵਰਤਿਆਂ ਗੱਲ ਨਹੀਂ ਬਣਨੀ। ਸਾਨੂੰ ਕੁਝ ਹੋਰ ਵੀ ਸਾਡੇ ਬੱਚੇ ਨੂੰ ਦੇਣਾ ਪੈਣਾ ਜੋ ਮਾਂ ਹੀ ਦੇ ਸਕਦੀ ਹੈ। ਉਹ ਮਾਂ ਹੀ ਦੇ ਸਕਦੀ ਹੈ। ਉਹ ਹੈਗਾ ਤੁਹਾਨੂੰ ਪਹਿਲਾਂ, ਸਭ ਤੋਂ ਪਹਿਲਾਂ ਤੇ ਹੈਗਾ ਆਪਦੇ ਨਾਲ ਲਾਉਣਾ ਪੈਣਾ। ਪਹਿਲਾ ਸਾਲ ਤੇ ਸਮਝ ਲਓ ਇਹੀ ਆ ਕਿ ਤੁਸੀਂ ਇਹਨੂੰ ਆਪਦੇ ਨਾਲ ਲਾਓ। ਸੋ ਡਾਕਟਰ ਸਾਹਿਬ ਮੀਨਸ ਇਹਦਾ ਸਭ ਤੋਂ ਵੱਡੀ ਗੱਲ ਤਾਂ ਇਹੀ ਆ ਕਿ ਅਸੀਂ ਇੰਨੇ ਕੁ ਪ੍ਰਿਪੇਅਰ ਹੋ ਜਾਈਏ ਕਿ ਜਿਸ ਤਰ੍ਹਾਂ ਤੁਸੀਂ 40 ਡੇ ਕਿਹਾ, ਮੈਂ ਕਹੂੰਗਾ 40 ਨਹੀਂ 2 ਮੰਥ ਲੈ ਕੇ ਚੱਲੋ ਘੱਟੋ ਘੱਟ। ਤੁਹਾਡੀ ਜਿੰਨੀ ਚੰਗੀ ਮਰਜ਼ੀ ਜੌਬ ਆ, ਹੈਨਾ ਡਾਕਟਰ ਸਾਹਿਬ। ਦੇਖੋ ਮੈਂ ਤੁਹਾਡੇ ਨਾਲ ਗੱਲ ਕਰਦਾ, ਮੈਂ ਖੁਦ ਮੇਰੀ ਬੇਟੀਆਂ ਹੈ ਤੇ ਮੈਂ ਇਹੀ ਚਾਹੁੰਦਾ ਨਾ ਕਿ ਇਹਨਾਂ ਨੂੰ ਮੈਂ ਐਜੂਕੇਸ਼ਨ ਜਿੰਨੀ ਵੀ ਚਾਹੁੰਦੀ ਹੈ ਐਜੂਕੇਸ਼ਨ ਲੈਣ, ਜੋ ਵੀ ਕਰਨਾ ਹੀ ਕਰਨਾ, ਪਰ ਜਦੋਂ ਇਹ ਇੱਕ ਮਾਂ ਬਣਨਾ ਇਹਨਾਂ ਕੋਲੇ ਇੰਨਾ ਕੁ ਟਾਈਮ ਹੋਵੇ ਕਿ ਆਪਣੇ ਬੱਚੇ ਨਾਲ ਸਪੈਂਡ ਕਰ ਸਕਣ। ਬਿਲਕੁਲ ਠੀਕ ਹੈ ਜੀ। ਔਰ ਮੈਂ ਖੁਦ ਡਾਕਟਰ ਸਾਹਿਬ ਆਪਣੀ ਵਾਈਫ ਨੇ ਮੇਰੀਆਂ 3 ਬੱਚੀਆਂ ਦੇ ਨਾਲ ਉਹਨਾਂ ਨੂੰ ਦੁੱਧ ਪਿਲਾਇਆ, ਜਿੰਨਾ ਕਰ ਸਕਦੇ ਆ ਕੀਤਾ ਹੈ, ਔਰ ਉਹਨਾਂ ਨਾਲ ਕਾਫੀ ਅਟੈਚਮੈਂਟ ਆ ਉਹਨਾਂ ਦੀ, ਹੈਨਾ। ਸੋ ਮੀਨਸ ਅੱਜ ਵਿੱਚ ਕਾਲ ਆ ਰਹੀ ਹੈ, ਜੇ ਕਾਲ ਕਰ ਲਓਗੇ ਇੱਕ ਦੀ ਮੈਂ ਕਾਲ ਤੁਹਾਡੀ ਔਨ 에ਅਰ ਲੈ ਸਕਦਾ ਜੀ, ਕਰ ਲਿਓ 1 ਜਾਂ 2 ਕਾਲ ਕਰ ਲਿਓ, ਦੁਬਾਰਾ ਕਾਲ ਕਰ ਲਿਓ, ਮੈਂ ਹੋਲਡ ਕਰ ਲਿਆ ਕਰੂੰ। ਡਾਕਟਰ ਸਾਹਿਬ ਇਹਦਾ ਮਤਲਬ ਕਿ ਅਸੀਂ ਜਿਹੜੇ ਪ੍ਰੋਗਰਾਮ ਆ, ਸ਼ਾਇਦ ਜਿਹੜੇ ਇਹ ਆਪਣਾ ਪ੍ਰੋਗਰਾਮ ਆ ਨਾ, ਜਿਹੜੇ ਇੱਥੋਂ ਦੇ ਬੱਚੇ ਬੋਰਨ ਆ ਸ਼ਾਇਦ ਉਹ ਨਾ ਆਵਾਜ਼ ਕਰਨਾ। ਬਿਲਕੁਲ ਇਹ ਕਿਤੇ ਨਾ ਕਿਤੇ ਮਤਲਬ ਸਾਡੀ ਘਾਟ ਰਹਿਣੀ ਹੈ ਜੀ। ਇਹ ਹੈਗੀ, ਇਹ ਦਿਸ ਰਹੀ ਹੈ, ਇਹ ਬਹੁਤ ਵੱਡਾ ਪਾੜਾ ਪੈ ਰਿਹਾ ਹੈ ਕਿਉਂਕਿ ਸੋਚ ਅਸੀਂ ਟ੍ਰਾਂਸਫਰ ਨਹੀਂ ਕਰ ਪਾਏ, ਉਹਨਾਂ ਨੇ ਬਾਹਰੋਂ ਲੈ ਲਈ ਜੀ। ਹੁਣ ਦੇਖੋ ਤੁਹਾਡਾ ਦਿਮਾਗ ਖਾਲੀ ਹੈ, ਜਿਹੜਾ ਬੱਚਾ ਨਵਾਂ ਪੈਦਾ ਹੋਇਆ ਦਿਮਾਗ ਖਾਲੀ ਹੈ, ਠੀਕ ਹੈ ਨਾ। ਜਿਵੇਂ ਮੈਂ ਅੱਗੇ ਵੀ ਕੋਈ ਗੱਲ ਕੀਤੀ ਸੀ ਜੀ, ਉਹ ਤਾਂ ਖਾਲੀ ਕਾਗਜ਼ ਹੈ, ਉਹ ਤਾਂ ਵੈਕਿਊਮ ਹੈ, ਉਹਨੇ ਤਾਂ ਲੈਣਾ ਹੈ ਸਾਰਾ ਕੁਝ ਜਿੱਥੋਂ ਵੀ ਮਿਲ ਗਿਆ। ਤੁਸੀਂ ਨਾ ਦੇ ਪਾਏ, ਉਹਨੇ ਕਿਤੋਂ ਹੋਰ ਖਿੱਚ ਲੈਣਾ। ਸੋ ਇਹਦਾ ਮਤਲਬ ਸਾਨੂੰ ਜ਼ਿੰਮੇਵਾਰੀ ਸਮਝਣੀ ਪੈਣੀ ਹੈ। ਬਿਲਕੁਲ ਸਮਝਣੀ ਪੈਣੀ। ਦੋਸਤੋ ਜ਼ਰੂਰ ਦੇਖੋ, ਨਾਨ ਕਮਰਸ਼ੀਅਲ ਪ੍ਰੋਗਰਾਮ, ਨਾਨ ਬ੍ਰੇਕ, ਕੋਈ ਬ੍ਰੇਕ ਨਹੀਂ ਇਹਦੇ ਵਿੱਚ ਅਸੀਂ ਕਰ ਰਹੇ, ਹਨਾ। ਸਿਰਫ ਇਹੀ ਕੋਸ਼ਿਸ਼ ਆ, ਸੰਦੀਪ ਤੋਂ ਕੋਈ ਗਲਤੀ ਹੋਈ ਆ, ਜੋ ਡਾਕਟਰ ਸਾਹਿਬ ਦੀ ਮਿਹਨਤ ਆ, ਜੋ ਇਹਨਾਂ ਨੇ ਕੀਤਾ ਹੈ ਆਪਣੇ ਪੇਰੈਂਟਸ ਤੋਂ ਸਿੱਖਿਆ, ਕਿਉਂਕਿ ਇਹਨਾਂ ਦੇ ਡੈਡ ਵੀ ਡਾਕਟਰ ਆ, ਹੈਨਾ। ਉਹ ਆਪਣੇ ਨਾਲ ਇੱਥੇ ਸਾਂਝ ਪਾ ਰਹੇ ਆ। ਪਲੀਜ਼ ਹੱਥ ਜੋੜ ਕੇ ਮੇਰੀ ਬੇਨਤੀ ਆ, ਆਪਾਂ ਇਹਨਾਂ ਗੱਲਾਂ ਨੂੰ ਸੁਣੋ, ਹੈਨਾ। ਮੈਂ ਇੱਕ ਕਾਲ ਹੀ ਡਾਕਟਰ ਸਾਹਿਬ, ਫਿਰ ਅਗਲਾ ਮੈਂ ਸਵਾਲ ਤੁਹਾਨੂੰ ਕਰੂੰਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਤੁਹਾਨੂੰ ਵੀ ਔਰ ਡਾਕਟਰ ਸਾਹਿਬ ਨੂੰ, ਦੋਨਾਂ ਨੂੰ ਜੀ। ਪਵਨਦੀਪ ਜੀ ਆਏ ਨੂੰ। ਸੋ ਪਵਨਦੀਪ ਇੰਸ਼ੋਰੈਂਸ ਦਾ ਬ੍ਰੋਕਰ ਹੈ ਜੀ। ਅੱਛਾ, ਇੱਥੇ ਪੜਨਾ। ਪਵਨ ਪ੍ਰੋਗਰਾਮ ਸੁਣ ਰਹੇ ਹੋ, ਤੁਹਾਡੇ ਕੋਲ ਸਮਾਂ ਘੱਟ ਹੁੰਦਾ ਹੈ। ਬਿਲਕੁਲ ਭਾਜੀ, ਬਹੁਤ। ਬਰਾੜ ਸਾਹਿਬ ਸਭ ਤੋਂ ਪਹਿਲਾਂ ਉਹੀ, ਮੈਂ ਕੋਈ ਕੁਐਸਚਨ ਨਹੀਂ ਹੈਗਾ ਮੇਰਾ, ਮੈਂ ਤਾਂ ਇਹੀ ਕੰਪਲੀਮੈਂਟ ਕਰਨਾ ਸੀ ਵੀ ਕਿਉਂਕਿ ਮੈਂ ਵੀ ਇਸ ਪ੍ਰੋਗਰਾਮ ਨਾਲ ਜੁੜਿਆ ਹੋਇਆ। ਇੱਕ ਚੀਜ਼ ਦੀ ਤਾਂ ਗਾਰੰਟੀ ਮੈਂ ਦੇ ਸਕਦਾ ਵੀ ਉਰੇ ਕੋਈ ਵੀ ਕਮਾਈ ਕਰਨ ਨਹੀਂ ਆਉਂਦਾ ਜੀ, ਪਰ ਡਾਕਟਰ ਸਾਹਿਬ ਜੋ ਕਮਾਈ ਕਰ ਰਹੇ ਨੇ ਜੀ, ਜੋ ਸਾਂਝ ਸਾਡੇ ਨਾਲ ਪਾ ਰਹੇ ਨੇ ਜੀ, ਉਹ ਸਾਡੇ ਸਾਰਿਆਂ ਦੀ ਬਹੁਤ ਅਨਮੋਲ ਹੈ ਜੀ। ਲਾਈਕ ਇਹ ਸਿੱਖਿਆ ਨਾਰਮਲ ਤੌਰ ਤੇ ਮਿਲਦੀ ਨਹੀਂ ਜੀ। ਸਾਡੇ ਜਿੰਨੇ ਵੀ ਸਰੋਤੇ ਨੇ ਸਾਰੇ ਸ਼ਾਇਦ ਇਸੇ ਲਈ ਨਹੀਂ ਲੋਕ ਕਾਲ ਕਰ ਰਹੇ ਕੁਐਸਚਨ ਨੂੰ, ਕਿਉਂਕਿ ਇਹਨਾਂ ਦੀ ਗੱਲਾਂ ਤੋਂ ਟੁੱਟਿਆ ਨਹੀਂ ਜਾ ਰਿਹਾ ਜੀ। ਕੋਈ ਲਾਈਕ ਪਰੇ ਨਹੀਂ ਹੋਣਾ ਚਾਹੁੰਦਾ। ਬਹੁਤ ਵਧੀਆ ਵਿਚਾਰ ਸਾਂਝੇ ਕਰ ਰਹੇ ਨੇ ਜੀ। ਔਰ ਇਹ ਜਿਵੇਂ ਬਾਣੀ ਵੀ ਕਹਿੰਦੀ ਹੈ, ਸੁਣਤੇ ਪੁਨੀਤ ਕਹਤੇ ਪਵਿੱਤ। ਆ ਜਿਹੜੀ ਸੁਣ ਕੇ ਅਸੀਂ ਇਹ ਤੁਹਾਡੇ ਤੋਂ ਸਿੱਖਿਆ ਲੈ ਰਹੇ ਹਾਂ ਜੀ, ਇਹ ਬਿਲਕੁਲ ਵਾਕਈ ਅਨਮੋਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਟਾਈਮ ਦੇਣ ਲਈ, ਔਰ ਬਰਾੜ ਸਾਹਿਬ ਤੁਸੀਂ ਵੀ ਪਲੀਜ਼ ਇਹਨਾਂ ਨੂੰ ਹਮੇਸ਼ਾ ਲੈ ਕੇ ਆਉਂਦੇ ਰਿਹਾ ਕਰੋ ਜੀ। ਥੈਂਕ ਯੂ। ਪਵਨਦੀਪ ਸੱਚੀ ਦੱਸਿਓ ਇਮਾਨਦਾਰੀ ਨਾਲ, ਜਦੋਂ ਡਾਕਟਰ ਸਾਹਿਬ ਗੱਲਾਂ ਕਰਦੇ ਤੁਹਾਡਾ ਦਿਲ ਕਰਦਾ ਕਿ ਮੈਂ ਕੁਝ ਹੋਰ ਕਰਾਂ? ਬਿਲਕੁਲ, ਤਾਂ ਉਹੀ ਮੈਂ ਬਰਾੜ ਸਾਹਿਬ ਕਹਿ ਰਿਹਾ ਵੀ ਪਰੇ ਟੁੱਟਣ ਨੂੰ ਜਾਣ ਨੂੰ ਜੀ ਨਹੀਂ ਕਰਦਾ। ਹਲੇ ਮੈਂ 9:30 ਅਦਰਵਾਈਜ਼ ਆਫਿਸ ਹੁੰਦਾ, ਹਮੇਸ਼ਾ 9 ਵਜੇ ਮੈਂ ਸਟਾਰਟ ਕਰਦਾ ਹੁੰਦਾ, ਬਟ ਹਲੇ ਵੀ ਮੈਂ ਬਿਲਕੁਲ ਆਪਣੇ ਘਰ ਹੀ ਬੈਠਾ। ਮੈਨੂੰ ਐਸੀ ਵੀ ਚਲੋ ਜਦੋਂ ਬ੍ਰੇਕ ਆਊਗੀ ਉਦੋਂ 10 ਮਿੰਟ ਦੀ, ਉਦੋਂ ਮੈਂ ਸੈਲਫ ਮਾਰ ਕੇ ਜਾਊਂਗਾ। ਲਾਈਕ ਇੰਨਾ ਬੰਨ ਕੇ ਰੱਖਣ ਵਾਲੇ ਔਰ ਇਹਨਾਂ ਦੇ ਵਿਚਾਰ ਨੇ ਜੀ। ਔਰ ਬੜੇ ਹੀ ਇਹ ਕਿ ਸਾਡੇ ਲਈ ਇਹ ਰੀਅਲਿਸਟਿਕ ਨੇ। ਅਸੀਂ
ਸਾਰੇ ਬੜੀ ਡਿਸਟਰੈਕਟਿਵ ਔਰ ਡਬਲ ਲਾਈਫ ਸਾਰੇ ਜੀ ਰਹੇ ਹਾਂ ਅਸੀਂ ਐਜ਼ ਅੱਜ ਦੇ ਮਾਡਰਨ ਹਿਊਮਨ ਬੀਇੰਗਸ। ਪਰ ਡਾਕਟਰ ਸਾਹਿਬ ਸਾਨੂੰ ਬੈਕ ਟੂ ਦ ਟੈਕਸਟ ਬੁੱਕ ਲੈ ਕੇ ਜਾ ਰਹੇ ਨੇ, ਭਾਈ ਜ਼ਿੰਦਗੀ ਇਸ ਤਰ੍ਹਾਂ ਜੀਣੀ ਚਾਹੀਦੀ ਹੈ, ਤਾਂ ਉਹ ਜ਼ਿੰਦਗੀ ਹੈ, ਅਦਰਵਾਈਜ਼ ਤਾਂ ਉਹ ਸਿਰਫ ਇੱਕ ਟਾਈਮ ਟੇਬਲ ਹੈ। ਥੈਂਕ ਯੂ ਬਾਮਨਦੀਪ, ਥੈਂਕ ਯੂ ਡਾਕਟਰ ਸਾਹਿਬ। ਹਾਂਜੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਮੈਂ ਜਿਹੜਾ ਸਵਾਲ ਕਰਨਾ ਸੀ ਅਗਲਾ ਨਾ, ਹਾਂਜੀ, ਕਿ ਇਸ ਦਾ ਮਤਲਬ ਸਭ ਤੋਂ ਵੱਡੀ ਗੱਲ ਜੇ ਅਸੀਂ ਸ਼ੁਰੂਆਤ ਕਰੀਏ, ਜਦੋਂ ਅਸੀਂ ਪ੍ਰਪੇਅਰ ਹੋ ਜਾਂਦੇ ਆ ਆਫਟਰ ਮੈਰਿਜ ਕਿ ਸਾਡੇ ਬੇਬੀ ਆਵੇ, ਸਭ ਕੁਝ ਹੋ ਜਾਂਦਾ, ਮਾਂ-ਬਾਪ ਦੋਨੋਂ ਕੰਮ ਕਰਦੇ ਆ, ਹਾਂਜੀ, ਚਲੋ ਇੱਥੋਂ ਦਾ ਸਿਸਟਮ ਹੀ ਇਦਾਂ ਦਾ ਜੀ ਕਰਨਾ ਪੈਣਾ, ਹਾਂਜੀ, ਹਾਂਜੀ। ਤੇ ਜ਼ਿਆਦਾਤਰ ਖਾਸ ਕਰਕੇ ਮੈਂ ਕਹੂੰ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ 1 ਸਾਲ ਦੀ ਛੁੱਟੀ ਮਿਲਦੀ ਆ, ਹਾਂਜੀ, ਹਾਂਜੀ, ਉਹ ਮਾਂ ਨੂੰ ਹੀ ਮਿਲਦੀ ਆ, ਮਾਂ ਨੂੰ ਮਿਲਦੀ, ਹਾਂਜੀ, ਠੀਕ ਹੈ ਜੀ। ਹਾਂਜੀ, ਨਹੀਂ ਸੌਰੀ, ਬਹੁਤ ਲੈ ਸਕਦੇ ਆ, ਪਰ ਲੈ ਮਾਂ ਹੀ ਲੈਂਦੀ ਆ, ਹਾਂਜੀ, ਹਾਂਜੀ, ਮਤਲਬ ਮਾਂ ਹੀ ਲੈਂਦੀ ਆ ਉਹਨਾਂ ਨੂੰ, ਹਨਾ। ਸੋ ਜਿਹੜੇ ਪਹਿਲੇ 2 ਮੰਥ ਆ ਡਾਕਟਰ ਸਾਹਿਬ, ਕੀ ਅਸੀਂ ਆਪਣੇ ਬੱਚੇ ਲਈ ਜੇ ਉਹ ਲਾ ਦਈਏ, ਹਨਾ, ਮਤਲਬ ਤੁਸੀਂ 40 ਨਹੀਂ, ਮੈਂ ਕਹੂੰਗਾ ਹੋਰ 20 ਦਿਨ ਲਾਓ ਯਾਰ, ਕੀ ਹੋ ਜਾਊਗਾ, ਕੀ ਕੁਛ ਨਹੀਂ ਰੁਕਣਾ, ਕੁਛ ਨਹੀਂ ਹੁੰਦਾ, ਹਨਾ। ਅਕਾਊਂਟ ਤੁਹਾਡੇ ਦੇਖੋ ਡਾਕਟਰ ਸਾਹਿਬ, ਕਿਤੇ ਜ਼ਿਆਦਾ ਵੀ ਆਏ ਨਾ, ਤੁਸੀਂ ਖਰਚੇ ਜ਼ਿਆਦਾ ਕਰ ਲੈਂਦੇ ਹੋ, ਜੇ ਘੱਟ ਆ ਤੇ ਤੁਸੀਂ ਖਰਚਾ ਘੱਟ ਕਰ ਲੈਂਦੇ ਹੋ, ਉਹ ਤਕਰੀਬਨ ਬੈਲੈਂਸ ਜਾਂ ਬਰਾਬਰ ਹੀ ਰਹਿੰਦਾ, ਹਨਾ। ਪਰ ਜੇ ਉਹ ਤੁਸੀਂ ਘੱਟੋ ਘੱਟ 40 ਦੀ ਥਾਂ ਤੇ ਵੀ 2 ਮੰਥ ਮਾਮ ਆਪਣੇ ਬੱਚੇ ਨਾਲ 100% ਹੀ ਟਾਈਮ ਦੇ ਦੇਵੇ, ਹਨਾ, ਤੇ ਕੁਝ ਹੋਰ ਹੀ ਹੋ ਸਕਦਾ ਨਾ। ਬਿਲਕੁਲ ਭਾਜੀ, ਬਹੁਤ ਜ਼ਿਆਦਾ ਫਰਕ ਪੈ ਸਕਦਾ। ਅਸੀਂ ਐਕਚੁਅਲੀ ਉਲਝ ਗਏ ਹਾਂ ਜੀ। ਸਾਡੀ ਪ੍ਰੋਬਲਮ ਹੈ ਵੀ ਸਾਡੀ ਉਮਰ ਬੜੀ ਥੋੜੀ ਆ। ਦੇਖੋ ਨਾ, ਗੁਰੂ ਨਾਨਕ ਸਾਹਿਬ ਕਦੋਂ ਆਏ ਇਸ ਧਰਤੀ ਤੇ? ਜੀ 1300 ਮੇਰੇ ਖਿਆਲ ਕਿੰਨੇ ਚ ਆਏ ਆ ਉਹ? 1539 ਜੋਤੀ 1469 ਚ। ਹਾਂ ਜੀ। ਤੇ ਦੇਖੋ ਸਾਡੀ ਉਮਰ ਕਿੰਨੀ ਕੱਚੀ, 100 ਸਾਲ ਉਮਰ ਹੈ ਸਾਡੀ, ਸਾਡੀ ਵਿਰਾਸਤ ਦੀ, ਹਨਾ। ਤੇ ਇਸ 600 ਸਾਲ ਦੇ ਵਿੱਚ ਜਦੋਂ ਦੇ 10ਵੇਂ ਗੁਰੂ ਸਾਹਿਬ ਗਏ ਆ, ਵੈਸੇ ਤਾਂ ਅਸੀਂ ਸ਼ੁਰੂ ਤੋਂ ਉਲਝਣਾ ਚ ਸੀਗੇ, ਪਰ ਸਾਡੇ ਤੇ ਹਮਲੇ ਜਿਹੜੇ ਸ਼ੁਰੂ ਹੋ ਗਏ ਸੀ 10ਵੇਂ ਗੁਰੂ ਸਾਹਿਬ ਦੇ ਹੁੰਦਿਆਂ ਹੀ, ਤੇ ਉਸ ਤੋਂ ਬਾਅਦ ਲਗਾਤਾਰ ਚੱਲੀ ਆ ਰਿਹਾ, ਠੀਕ ਹੈ ਨਾ। ਪਹਿਲਾਂ ਸਾਨੂੰ ਸਰੀਰਕ ਤੌਰ ਤੇ ਜਾਂ ਸਮਝ ਲਓ ਵੀ ਫਿਜ਼ੀਕਲੀ ਸਾਨੂੰ ਇਨਕੈਪੇਬਲ ਕੀਤਾ ਗਿਆ, ਹੁਣ ਅਸੀਂ ਮੈਂਟਲੀ ਇਨਕੈਪੇਬਲ, ਮੈਂ ਤਾਂ ਕਹਿ ਦੂੰਗਾ ਵੀ ਮੈਂਟਲੀ ਹੈਂਡੀਕੈਪ ਹੋਏ ਪਏ ਤੇ ਉਧਰ ਨੂੰ ਜਾ ਰਹੇ ਆ। ਚਲੋ ਇੱਕ ਪੋਲੀਟੀਕਲ ਵਿਸ਼ਾ ਆ, ਠੀਕ ਹੈ ਨਾ ਜੀ, ਆਪਾਂ ਪੋਲੀਟੀਕਲ ਵਿਸ਼ੇ ਨੂੰ ਛੱਡ ਦਈਏ, ਬਟ ਅਸੀਂ ਆਪ ਇੰਡੀਵਿਜੂਅਲ ਲੈਵਲ ਤੇ ਵੀ ਅਸੀਂ ਮੈਂ ਕਹੂੰਗਾ ਪੰਜਾਬੀ ਚ ਵਰਡ ਆ ਵੀ ਗਰਕ ਰਹੇ। ਮੈਨੂੰ ਇਹ ਕਹਿਣ ਚ ਝਿਜਕ ਨਹੀਂ ਹੈਗੀ, ਜਿੱਥੋਂ ਮੈਂ ਦੇਖ ਰਿਹਾ ਮੈਨੂੰ ਲੱਗਦਾ ਵੀ ਅਸੀਂ ਗਰਕ ਰਹੇ। ਸੋ ਮੈਂ ਇਹੀ ਚਾਹੁੰਦਾ ਹੈ ਕਿ ਆਪਾਂ ਜੇ ਥੋੜਾ ਜਿਹਾ ਸੰਭਲਣਾ ਆ ਤੇ ਸਾਨੂੰ ਹੁਣੇ ਹੀ ਕੰਮ ਕਰਨਾ ਪੈਣਾ, ਨਹੀਂ ਤੇ ਸਾਡੇ ਕੋਲੋਂ ਬਾਅਦ ਸਾਡੇ ਹੱਥ ਪੱਲੇ ਕੁਝ ਨਹੀਂ ਰਹਿਣਾ, ਬਸ ਕਾਰਾਂ ਕੋਠੀਆਂ ਰਹਿ ਜਾਣਗੀਆਂ, ਬਟ ਅੰਦਰੋਂ ਬਿਲਕੁਲ ਅਸੀਂ ਖਾਲੀ ਹੋ ਜਾਵਾਂਗੇ, ਅੰਦਰੋਂ ਖੋਖਲੇ ਹੋ ਜਾਵਾਂਗੇ, ਸਾਡੇ ਕੋਲੇ ਕੁਝ ਨਹੀਂ ਹੋਣਾ ਅਗਾਂਹ ਕੁਝ ਦੇਣ ਨੂੰ। ਅਸੀਂ ਕਿਉਂ ਨਹੀਂ ਨਵੀਂ ਹਿਸਟਰੀ ਸਿਰਜ ਸਕੇ ਹੁਣ ਤੱਕ? ਅਸੀਂ ਪੁਰਾਣੀ ਹਿਸਟਰੀ ਦੀ ਗੱਲ ਕਰਦੇ ਹਾਂ। ਅਸੀਂ 10ਵੇਂ ਗੁਰੂ ਸਾਹਿਬ ਤੋਂ ਬਾਅਦ ਜਾਂ ਬੰਦਾ ਸਿੰਘ ਬਹਾਦਰ ਤੋਂ ਬਾਅਦ, ਚਲੋ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅਸੀਂ ਕਿੰਨੇ ਕੁ ਹੋਰ ਨਵੇਂ ਯੋਧੇ ਪੈਦਾ ਕਰ ਸਕੇ ਤਾਂ ਕਿ ਸਾਡੀ ਹਿਸਟਰੀ ਚੱਲੀ ਜਾਵੇ। ਅਸੀਂ ਪਿੱਛੇ ਹੀ ਵੇਖੀ ਜਾਂਦੇ ਹਾਂ, ਅਸੀਂ ਨਵਾਂ ਕੁਝ ਬਣਾ ਨਹੀਂ ਸਕੇ, ਕਿਉਂਕਿ ਅਸੀਂ ਉਹਦਾ ਕਾਰਨ ਇਹ ਵੀ ਅਸੀਂ ਉਲਝੇ ਵੀ ਰਹੇ ਕੁਝ। ਬਟ ਹੁਣ ਇਹੋ ਜਿਹਾ ਮੌਕਾ ਆ ਗਿਆ ਹੈ, ਖਾਸ ਕਰਕੇ ਜਦੋਂ ਅਸੀਂ ਇਹਨਾਂ ਮੁਲਕਾਂ 'ਚ ਆ ਗਏ ਹਾਂ, ਇੱਥੇ ਸਾਨੂੰ ਹੋਰ ਸਤਰਕਤਾ ਨਾਲ ਆਪਦਾ ਬੈਲੈਂਸ ਮੇਨਟੇਨ ਕਰਨਾ ਪੈਣਾ, ਨਹੀਂ ਤੇ ਸਾਡਾ ਬੈਲੈਂਸ ਆਊਟ ਹੋ ਜਾਣਾ। ਅਸੀਂ ਜਿਹੜੀ ਮਾਨਸਿਕਤਾ ਅਜੇ ਵੀ ਲਈ ਫਿਰਦੇ ਆ ਪੁਰਾਣੀ, ਵੀ ਪੈਲੀ 3 ਕਿੱਲੇ ਆ, ਆਪਾਂ ਘਰੇ 4 ਟਰੈਕਟਰ ਲਿਆ ਕੇ ਖੜਾ ਕਰਨਾ, ਠੀਕ ਹੈ ਨਾ, ਉਹੀ ਸਾਡੀ ਇੱਥੇ ਚੱਲੀ ਜਾਂਦੀ ਆ। ਇਹਦੇ ਚੋਂ ਨਿਕਲਣਾ ਸੰਦੀਪ ਜੀ ਐਂਡ ਤੇ ਕੁਛ ਨਹੀਂਗਾ। ਅਸੀਂ ਉਹਨਾਂ ਚੀਜ਼ਾਂ ਪਿੱਛੇ ਪੈਸਾ ਟਾਈਮ ਖਰਾਬ ਕਰ ਦਿੰਦੇ ਆ, ਜਿਹੜੀ ਸਾਡੀ ਅਸਲੀ ਜਾਇਦਾਦ ਹੈ ਨਾ, ਉਹ ਅਸੀਂ ਖਾਲੀ ਛੱਡੀ ਫਿਰਦੇ ਆ। ਸੱਚੀ। ਅੱਛਾ ਡਾਕਟਰ ਸਾਹਿਬ, ਮੈਨੂੰ 3 ਕਾਲ ਆ ਗਈਆਂ ਸੀ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਕਹੀ, ਤੁਸੀਂ ਕਹੀ ਕਿ 5 ਐਪੀਸੋਡ ਕਰਾਂਗੇ, ਮੈਨੂੰ 5 ਨਹੀਂ ਡਾਕਟਰ ਸਾਹਿਬ 10 15 ਜਿੰਨੇ ਵੀ ਹੋਏ ਪਲੀਜ਼ ਸਮਾਂ ਕੱਢਿਓ ਤੁਸੀਂ। ਥੈਂਕ ਯੂ ਤੁਹਾਡਾ ਨਾ। ਤੇ ਦੋਸਤੋ ਤੁਸੀਂ ਕਾਲ ਕਰਨੀ ਹੈ ਨਾ, ਮੈਂ 5-7 ਮਿੰਟ ਕਾਲ ਹੀ ਲੈ ਲੈਣੇ ਆਪਾਂ, ਤੇ ਜਦੋਂ ਕਾਲ ਕਰਦੇ ਹੋ ਪਲੀਜ਼ ਹੋਲਡ ਕਰ ਲਿਆ ਕਰੋ ਕਾਲ, ਕਿ ਮੈਂ ਮਿਡਲ ਦੇ ਵਿੱਚੋਂ ਡਾਕਟਰ ਸਾਹਿਬ ਦੀ ਗੱਲ ਨੂੰ ਰੋਕਣਾ ਨਹੀਂ ਚਾਹੁੰਦਾ। 905 673 9700। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਾਰਤਿਕ, ਪਲੀਜ਼ ਬੋਥ ਸਕਰੀਨ ਤੇ ਡਾਕਟਰ ਸਾਹਿਬ ਵੀ ਔਰ ਮੈਨੂੰ ਵੀ, ਮਤਲਬ ਦੋਨੋਂ ਬੋਥ ਸਕਰੀਨ ਤੇ ਕਰ ਦਿਓ ਜੀ। ਢੀਂਡਸਾ ਸਾਹਿਬ ਜੀ ਆਇਆਂ ਨੂੰ। ਮੈਂ ਸਿਰਫ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਹੀ ਕਹਿਣਾ ਸੀ, ਔਰ ਡਾਕਟਰ ਸਾਹਿਬ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਡਾਕਟਰ ਸਾਹਿਬ ਦਾ ਨੰਬਰ ਜਿਹੜਾ ਨਾ ਉਹ ਸਕਰੀਨ ਤੇ ਜ਼ਰੂਰ ਦਿਓ ਜੀ। ਡਾਕਟਰ ਸਾਹਿਬ, ਮੈਂ ਤੁਹਾਡਾ ਚੌਕੀਦਾਰ ਰਹਿ ਕੇ ਆਇਆ ਪੱਟੀ 1 ਸਾਲ ਜੀ। ਅੱਛਾ ਜੀ। ਤੇ ਇਹ ਮੈਂ ਸਿਰਫ ਤੁਹਾਨੂੰ ਸਤਿ ਸ੍ਰੀ ਅਕਾਲ ਹੀ ਬੁਲਾਉਣੀ ਸੀ। ਮੈਂ ਰੇਸ਼ਮ ਸਿੰਘ ਢੀਂਡਸਾ ਬੋਲ ਰਿਹਾ। ਅੱਛਾ ਜੀ। ਤੇ ਮੈਂ ਤੁਹਾਡੇ ਪੱਟੀ ਦਾ ਮੁੱਖ ਸੇਵਾਦਾਰ ਰਹਿ ਕੇ ਆਇਆ ਜੀ, ਪੁਲਿਸ ਦਾ। ਅੱਛਾ ਜੀ।
ਐਸਐਚਓ ਸੀ ਜੀ। ਅੱਛਾ ਅੱਛਾ ਮੈਂ ਮੇਰਾ ਖਿਆਲ ਹੈ ਕਿ ਮੈਂ ਵੱਡੇ ਡਾਕਟਰ ਸਾਹਿਬ ਨੂੰ ਵੀ ਮਿਲਿਆ। ਅੱਛਾ ਜੀ, ਤੁਹਾਡੇ ਫਾਦਰ ਮੇਰੇ ਸਾਹਿਬ ਤੋਂ ਦੀ ਬਾਅਦ, ਗੱਲ ਹੈ ਜੀ। ਓਕੇ ਓਕੇ। ਮੈਂ ਸਾਲ ਉੱਥੇ ਜ਼ਰੂਰ ਰਿਹਾ ਤੇ ਮੈਂ ਆਪਣਾ ਸਕਰੀਨ ਤੇ ਨੰਬਰ ਜ਼ਰੂਰ ਦਿਓ, ਮੈਂ ਜ਼ਰੂਰ ਪਿਛਲੀ ਵਾਰੀ ਸਰ ਮੈਂ ਹੁਣੀ ਕਹਿ ਰਿਹਾ ਮੈਂ ਆਪਰੇਟਰ ਨੂੰ ਨਾ ਆਪਣੇ ਕਾਰਤਿਕ ਉਹਨਾਂ ਨੂੰ ਕਹਿੰਦੇ ਆ ਕਿ ਨੰਬਰ ਸਾਂਝਾ ਕਰਨਗੇ। ਮੈਂ ਤੁਹਾਨੂੰ ਮਿਲਣਾ ਜ਼ਰੂਰ ਚਾਹੂੰਗਾ। ਮਿਹਰਬਾਨੀ ਜੀ। ਆਪਣੇ ਸੇਵਾਦਾਰ ਦੀ ਸਤਿ ਸ੍ਰੀ ਅਕਾਲ ਕਬੂਲ ਕਰ। ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਥੈਂਕ ਯੂ। ਸੋ ਵਿਨੀਪੈਗ ਤੋਂ ਕਾਲ ਆ ਰਹੀ ਸੀ, ਪਲੀਜ਼ ਤੁਸੀਂ ਹੁਣ ਕਾਲ ਕਰ ਲਿਓ, ਤੁਹਾਡੀ ਕਾਲ ਔਨ 에ਅਰ ਲੈ ਆਵਾਂਗੀ। ਡਾਕਟਰ ਸਾਹਿਬ ਆਪਣਾ ਕਲੀਨਿਕ ਦਾ ਐਡਰੈਸ ਔਰ ਫੋਨ ਨੰਬਰ ਪਲੀਜ਼ ਸ਼ੇਅਰ ਕਰ ਦਿਓ ਇੱਕ ਵਾਰੀ। ਕਲੀਨਿਕ ਸੰਦੀਪ ਜੀ ਹੈਗਾ 40 ਵੈਸਟਮੋਰ ਡਰਾਈਵ ਤੇ ਆ, ਹਾਈਵੇ 27 ਤੇ ਨਾ, ਉੱਥੇ ਏਸ਼ੀਅਨ ਫੂਡ ਸੈਂਟਰ ਦੇ ਨਾਲ ਬਿਲਡਿੰਗ, ਯੂਨਿਟ 103 ਹੈ ਜੀ। ਤੇ ਫੋਨ ਨੰਬਰ ਉਹਦਾ ਹੈਗਾ 416 ਜੀ 745 ਜੀ 4050 416 745 4050 50। 4050। ਸੋ ਕਾਰਤਿਕ ਜੇ ਹੋ ਸਕਦਾ ਤਾਂ ਪਲੀਜ਼ ਸ਼ੇਅਰ ਕਰ ਦਿਓ ਨੰਬਰ ਵੀ ਇਹ, ਠੀਕ ਹੈ। ਤੇ ਡਾਕਟਰ ਸਾਹਿਬ ਹੁਣ ਆਪਾਂ ਜਿਹੜੇ ਨਾਲ ਹੀ ਜੇ ਕਾਲ ਆ ਗਈ ਤਾਂ ਵਿੱਚ ਆਪਾਂ ਲੈ ਲਾਂਗੇ ਆਪਣੇ ਕੋਲ, ਠੀਕ ਹੈ ਨਾ। ਸੋ ਆਪਾਂ ਜਿਹੜੇ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀ ਕਿ ਹਾਂਜੀ ਡਾਕਟਰ ਸਾਹਿਬ ਇਹ ਫਿਰ ਹੁਣ ਆਪਾਂ ਜ਼ਿੰਮੇਵਾਰੀ ਜਿਹੜੀ ਸਮਝਣੀ ਆ, ਮਤਲਬ ਇਹ ਜਿਹੜੀ ਵੀਡੀਓ ਆਪਾਂ ਕਰ ਰਹੇ ਆ ਇਹ ਮਤਲਬ ਐਜ ਏ ਗ੍ਰੈਂਡ ਪੇਰੈਂਟਸ ਦਾ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ ਆਪਣੇ ਬੱਚਿਆਂ ਨੂੰ, ਜਾਂ ਕਿਸੇ ਦੀ ਕਿ ਆਪਣੇ ਬੱਚਿਆਂ ਨੂੰ ਪੇਰੈਂਟਸ ਨੂੰ ਇਹ ਚੀਜ਼ਾਂ ਦੱਸੀਆਂ ਜਾਣ? ਸੰਦੀਪ ਜੀ ਮੈਂ ਤੁਹਾਡੀ ਗੱਲ ਰੋਕਦਾ ਹਾਂ। ਮਸਲਾ ਇਹ ਜੇ ਨਹੀਂ ਸੁਣਦੇ ਜੇ ਮੇਰੇ ਨਾਲ ਮਾਂ ਦੇ ਨਾਲ ਦਾਦੀ ਨਾਨੀ, ਜੇ ਅੱਜ ਮੈਂ ਪੁੱਛ ਲੈਣਾ ਨਾ ਪਿੱਤਾ ਕਰੇ ਦਾਦੀ ਨਾਨੀ ਹੈਗੀ ਆ, ਜੇ ਤੇ ਕਹਿ ਜਾਣਗੇ ਹੈਗੀ, ਕਈ ਕਹਿੰਦੇ ਜੀ ਬਾਹਰ ਹੀ ਬੈਠੇ ਆ, ਗੱਡੀ 'ਚ ਬੈਠੇ ਆ, ਮੈਂ ਕੋ ਬੁਲਾ ਲਿਆਓ। ਜਦੋਂ ਮੈਂ ਪੁਰਾਣੀ ਗੱਲ ਕਰਦਾ ਕਿ ਯਾਰ ਆਪਾਂ ਇਦਾਂ ਦਾ ਕਰਨਾ, ਤੇ ਉਹ ਮਾਤਾਵਾਂ ਬੋਲ ਪੈਂਦੀਆਂ ਕਿ ਡਾਕਟਰ ਸਾਹਿਬ ਇਹ ਸੁਣਦੇ ਨਹੀਂ ਗੱਲ, ਇਹ ਜੋ ਉਥੋਂ ਸੁਣ ਕੇ ਆਏ ਆ ਤੇ ਜਾਂ ਗੂਗਲ ਦੀ ਪੁੱਛਦੇ ਆ। ਸੋ ਮੇਰੀ ਨਵੇਂ ਪੇਰੈਂਟਸ ਨੂੰ ਬੇਨਤੀ ਇਹ ਹੈਗੀ ਆ ਕਿ ਪਲੀਜ਼ ਵਿਜ਼ਡਮ ਨੂੰ ਸੁਣੋ, ਵਿਜ਼ਡਮ ਨੂੰ ਛੱਡੋ ਨਾ। ਅਸੀਂ ਸਾਇੰਸ ਦੇ ਪਿੱਛੇ ਹੈਗੇ, ਠੀਕ ਹੈ, ਮੈਂ ਸਾਇੰਸ ਦੀ ਕੋਈ ਬਖੋਈ ਨਹੀਂ ਕਰਦਾ, ਬਟ ਜਦੋਂ ਸਾਇੰਸ ਜਿਵੇਂ ਸਾਇੰਸ ਦਾ ਦਾਇਰਾ ਵਿਸ਼ਾਲ ਹੋ ਰਿਹਾ ਤੇ ਤਿਵੇਂ ਨਵੀਆਂ ਗੱਲਾਂ ਵਿੱਚ ਐਡ ਹੋ ਰਹੀਆਂ, ਠੀਕ ਹੈ ਨਾ। ਤੇ ਵਿਜ਼ਡਮ ਨੂੰ ਐਵੇਂ ਸੁੱਟ ਨਾ ਪਾਓ ਕਿ ਆਹ ਗੱਲ ਐਵੇਂ ਹੀ ਹੈ ਜੀ। ਜੋ ਬਣੀ ਆ ਕੁਛ ਚਿਰ ਚੱਲਦੀ ਰਹੀ ਆ, ਉਹ ਤਾਂ ਕੋਈ ਨਾ ਕੋਈ ਆਧਾਰ ਜ਼ਰੂਰ ਹੋਏਗਾ ਤਾਂ ਹੀ ਬਣੀ ਆ। ਸਾਡੇ ਬਜ਼ੁਰਗ ਸਾਡੇ ਨਾਲੋਂ ਜ਼ਿਆਦਾ ਸਿਆਣੇ ਸੀਗੇ, ਠੀਕ ਹੈ, ਉਹ ਉਹਨੂੰ ਉਸ ਤਰੀਕੇ ਨਾਲ ਗਾਂ ਦੱਸ ਨਹੀਂ ਪਾਏ ਕਿ ਸਾਨੂੰ ਅੱਜ ਲੱਗਦੀ ਵੀ ਐਵੇਂ ਰਸਮ ਆ ਜਾਂ ਐਵੇਂ ਹੀ ਇਹ ਕੋਈ ਅੰਧ ਵਿਸ਼ਵਾਸ ਆ, ਹੈਗੇ ਵੀ ਆ ਕਈ, ਬਟ ਹਰ ਗੱਲ ਨੂੰ ਐਵੇਂ ਨਾ ਸੁੱਟੀ ਜਾਓ ਵੀ ਨਹੀਂ 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 ਇਦਾਂ ਨਹੀਂ। ਥੋੜੀ ਜਿਹੀ ਗੱਲ ਸੁਣ ਲਓ। ਜੇ ਮਾਂ ਕਹਿੰਦੀ ਆ, ਜੇ ਦਾਦੀ ਕਹਿ ਰਹੀ ਆ ਵੀ ਯਾਰ ਰੋਈ ਜਾਂਦਾ ਇਹਨੂੰ ਚੁੱਕ ਲਓ, ਤਾਂ ਉਦੋਂ ਇਹ ਨਾ ਕਹੋ ਕਿ ਸਾਨੂੰ ਹਸਪੀਟਲ ਵਾਲਿਆਂ ਨੇ ਕਿਹਾ ਕਿ ਜੇ ਰੋਂਦਾ ਤੈਨੂੰ ਰੋਣ ਦਿਓ ਆਪੇ ਚੁੱਪ ਕਰੂਗਾ। ਇਹ ਬਹੁਤ ਵੱਡਾ ਜ਼ੁਲਮ ਹੈ ਬੱਚਿਆਂ ਦੇ ਉੱਤੇ, ਬਹੁਤ ਵੱਡਾ ਜ਼ੁਲਮ ਹੈ ਕਿ ਨਹੀਂ ਜੀ ਇਹਨੂੰ ਚੁੱਕੋ ਨਾ, ਇਹਨੂੰ ਆਪਣੇ ਆਪ ਸੈਲਫ ਸੂਦਿੰਗ ਇਹਨੂੰ ਕਹਿੰਦੇ ਆ ਕਿ ਸੈਲਫ ਸੂਦਿੰਗ ਸਿੱਖ ਲੈਣ ਦਿਓ। ਮੈਂ ਤੇ ਉਹਦੇ ਨਾਲ ਸਹਿਮਤ ਨਹੀਂ ਜੇ ਹੈਗਾ, ਤੇ ਬਾਕੀ ਔਰ ਪੁਰਾਣੇ ਲੋਕ ਵੀ ਸਹਿਮਤ ਨਹੀਂ ਹੈਗੇ, ਇੱਥੋਂ ਵਾਲੀ ਪੀੜ੍ਹੀ ਸਹਿਮਤ ਹੈ। ਉਹ ਕਹਿੰਦੇ ਜੀ ਨਹੀਂ ਜੀ ਕੱਲ ਨੂੰ ਜ਼ਿਆਦਾ ਰਹੂਗਾ ਤੇ ਫਿਰ ਅਸੀਂ ਕੀ ਕਰਾਂਗੇ। ਇਹ ਅਸੀਂ ਪਹਿਲਾਂ ਹੀ ਤਿਆਰੀ ਕੱਸੀ ਬੈਠੇ ਆ ਵੀ ਸਾਡੇ ਨਾਲ ਬਹੁਤਾ ਅਟੈਚ ਨਾ ਹੋਵੇ, ਸਾਡੇ ਤੇ ਬਹੁਤਾ ਡਿਪੈਂਡੈਂਟ ਨਾ ਹੋਵੇ। ਇਹ ਗੜਬੜ ਆ, ਫਿਰ ਤੁਸੀਂ ਪੈਦਾ ਹੀ ਨਾ ਕਰੋ ਭਾਈ। ਡਾਕਟਰ ਸਾਹਿਬ ਇਹ ਸੱਚੀ ਗੱਲ ਹੈ। ਇਹ ਕਹਿ ਦਿੰਦੇ ਆ ਕਿ ਬੱਚੇ ਯਾਰ ਤੁਹਾਡੇ ਨਾਲ ਤਾਂ ਜ਼ਿਆਦਾ ਟਾਈਮ ਰਹਿਣੇ ਨਹੀਂ, ਜਦੋਂ ਮੈਰਿਜ ਹੋਣੀ ਆ ਅੱਛਾ ਭੱਜਦੇ ਵੀ ਆ। ਨੈਚੁਰਲੀ ਭੱਜਣਾ ਭਾਜੀ, ਦੇਖੋ ਮੈਰਿਜ ਹੋਈ ਨਹੀਂ, ਆਪਣੇ ਡਾਊਨਟਾਊਨ ਵਾਲੇ ਪਾਸੇ ਲੈ ਲਿਆ ਜੀ, ਆਪਣਾ ਕਾਉਂਟਰ ਲੈ ਲਿਆ, ਦੂਸਰਾ ਲੈ ਲਿਆ ਜੀ, ਚਲੇ ਗਏ ਆ। ਔਰ ਕਈ ਵਾਰ ਅਸੀਂ ਖੁਸ਼ ਵੀ ਹੁੰਦੇ ਆ ਤੇ ਕਈ ਵਾਰ ਅਸੀਂ ਮਤਲਬ ਦੁਖੀ ਵੀ ਹੁੰਦੇ ਆ ਵੀ ਯਾਰ ਇਹ ਕੀ ਹੋ ਗਿਆ। ਉਹ ਟੁੱਟੇ ਹੋਏ ਆ, ਔਰ ਐਕਚੁਅਲੀ ਤੁਸੀਂ ਜੋੜ ਹੀ ਨਹੀਂ ਸਕੀ ਉਹਨਾਂ ਨੂੰ ਆਪਦੇ ਨਾਲ। ਮੈਂ ਤੁਹਾਨੂੰ ਤਾਂ ਹੀ ਜੋੜ ਪਾਉਂਗਾ ਸੰਦੀਪ ਜੀ, ਗੱਲ ਫਿਰ ਲੈ ਦੇ ਕੇ ਗੁਰਬਾਣੀ ਤੇ ਆਉਣੀ ਆ, ਜਿੱਥੇ ਗੁਰੂ ਸਾਹਿਬ ਨੇ ਸਰਬੱਤ ਦਾ ਭਲਾ ਕਿਹਾ। ਸਰਬੱਤ ਦੇ ਭਲੇ ਦਾ ਜੇ ਮੇਰੇ ਹਿਸਾਬ ਨਾਲ ਮਤਲਬ ਇਹ ਹੈ ਕਿ ਤੁਸੀਂ ਹਰ ਇੱਕ ਚੀਜ਼ ਦੀ ਸਿਹਤ ਯਾਫਤਾ ਲਈ ਤੁਸੀਂ ਯਤਨ ਕਰਨਾ। ਇਹ ਆ ਸਰਬੱਤ ਦਾ ਭਲਾ ਕਿ ਜੇ ਮੇਰੇ ਲਾਗੇ ਦਰਖਤ ਹੈ ਤੇ ਮੈਂ ਇਹਨੂੰ ਵੀ ਨੁਕਸਾਨ ਨਾ ਪਹੁੰਚਾਵਾਂ। ਜੇ ਮੈਂ ਤਾਂ ਕੁਝ ਫਾਇਦਾ ਕਰ ਸਕਦਾ ਆਪਦੀ ਸਮਝ ਮੁਤਾਬਕ ਤੇ ਮੈਂ ਕਰਾਂ। ਪਰ ਸਾਡੀ ਸੁਸਾਇਟੀ ਬਣ ਗਈ ਆ ਕਿ ਅਸੀਂ ਫਾਇਦਾ ਕਿਵੇਂ ਲੈਣਾ। ਜੇ ਪਾਣੀ ਆ ਤੇ ਅਸੀਂ ਪਾਣੀ ਨੂੰ ਐਕਸਪਲੋਇਟ ਕਿਵੇਂ ਕਰਨਾ, ਜੇ ਜ਼ਮੀਨ ਆ ਤੇ ਜ਼ਮੀਨ ਨੂੰ ਐਕਸਪਲੋਇਟ ਕਿਵੇਂ ਕਰਨਾ, ਜੇ ਦਰਖਤ ਹੈ ਤੇ ਦਰਖਤ ਨੂੰ ਐਕਸਪਲੋਇਟ ਕਿਵੇਂ ਕਰਨਾ, ਤੇ ਜੇ ਸਾਡੇ ਆਪ ਦੇ ਬੱਚੇ ਆ ਤੇ ਅਸੀਂ ਇਹਨਾਂ ਨੂੰ ਐਕਸਪਲੋਇਟ ਕਿਵੇਂ ਕਰਨਾ। ਆਮ ਸੌਰੀ ਮੇਰੀ ਹਾਰਡ ਸਟੇਟਮੈਂਟ ਆ, ਬਟ ਕਿਤੇ ਨਾ ਕਿਤੇ ਅਸੀਂ ਇਸ ਤਰੀਕੇ ਨਾਲ ਵਿਚਰਦੇ ਆ ਆਪਦੇ ਬੱਚੇ ਨਾਲ ਵੀ ਕਿ ਜਾਂ ਤੇ ਸਾਨੂੰ ਤੰਗ ਨਾ ਕਰੇ ਜਾਂ ਇਹ ਜੀ ਤੰਗੀ ਤੋਂ ਅਸੀਂ ਕਿਵੇਂ ਬਚੀਏ। ਦੇਣਾ ਦੇ ਦੂਰ ਦੀ ਗੱਲ, ਦੇ ਅਸੀਂ ਕਹਿੰਦੇ ਨੇ ਡਾਲਰ ਲੈ ਲਓ, ਕਮਰਾ ਲੈ ਲਓ, ਘਰ ਲੈ ਲਓ, ਪਰ ਨਾ ਤਾਂ ਸਾਡਾ ਟਾਈਮ ਲਓ ਜੀ। ਡਾਕਟਰ ਸਾਹਿਬ ਇੱਥੇ ਹੋਲਡ ਕਰਿਓ, ਇਹ ਨਾ ਕਾਲ ਪਲੀਜ਼, ਜਦੋਂ ਤੁਸੀਂ ਕਾਲ ਕਰਦੇ ਨਾ ਤੁਹਾਡੀ ਕਾਲ ਮੈਂ ਦੇਖ ਰਿਹਾ ਇੱਥੇ ਜੀ, ਹੈ ਨਾ 3-4 ਕਾਲ ਆਉਂਦੀਆਂ,
ਥੋੜਾ ਜਿਹਾ ਟਾਈਮ ਹੋਲਡ ਕਰ ਲਿਆ ਕਰੋ। ਮੈਂ 1 ਬਾਈ 1 ਕਰਕੇ ਨਾ ਮਿਡਲ ਚੋਂ ਡਾਕਟਰ ਸਾਹਿਬ ਨੂੰ ਰੋਕਣਾ ਨਹੀਂ ਚਾਹੁੰਦਾ, ਤੁਹਾਡੀ ਕਾਲ ਨਹੀਂ ਲਿਆ ਕਰੂੰ, ਤੁਸੀਂ ਹੋਲਡ ਹੀ ਰੱਖਿਆ ਕਰੋ ਕਾਲ। ਮੈਂ ਲਊਂਗਾ ਤੁਹਾਡੀਆਂ 3-4 ਕਾਲ, ਪੱਕਾ ਕਾਲ ਲੈ ਕੇ ਜਾਊਂਗਾ। ਤੁਹਾਡੇ ਦਿਲ ਦੀ ਗੱਲ ਆ ਕੋਈ, ਜ਼ਰੂਰ ਤੁਸੀਂ ਸ਼ੇਅਰ ਕਰੋ, ਤੁਹਾਡੇ ਤੋਂ ਵੀ ਸਾਨੂੰ ਸਿੱਖਣ ਨੂੰ ਕੁਝ ਮਿਲਣਾ ਹੈ। ਡਾਕਟਰ ਸਾਹਿਬ ਜੀ ਕੰਟੀਨਿਊ ਉੱਥੇ ਹੀ ਰੱਖਿਓ। ਔਰ ਇੱਕ ਮੇਰੇ ਮਨ 'ਚ ਹੋਰ ਸਵਾਲ ਆ ਗਿਆ, ਤੁਸੀਂ ਇਕੱਲੇ ਮਾਂ ਨੂੰ ਇੱਕ ਚੀਜ਼ ਤੁਰੇ ਜਾ ਰਹੇ ਹੋ ਭਾਜੀ, ਪੂਰੀ ਸ੍ਰਿਸ਼ਟੀ ਜੀ, ਪੂਰੀ ਸ੍ਰਿਸ਼ਟੀ ਤੁਸੀਂ ਕੋਈ 1-2 ਜਾਨਵਰਾਂ ਨੂੰ ਛੱਡ ਕੇ, ਉਹਦੇ 'ਚ ਵੀ ਕੁਝ ਸਰੀਰਕ ਤੌਰ ਤੇ ਕੁਝ ਲਿਮਿਟੇਸ਼ਨਸ ਰੱਬ ਨੇ ਦਿੱਤੀਆਂ ਹੋਈਆਂ ਉਸ ਪਾਰਟਿਕੂਲਰ ਜੀਵ ਨੂੰ, ਨਹੀਂ ਤੇ ਭਾਜੀ ਪੂਰੀ ਸ੍ਰਿਸ਼ਟੀ ਮਾਂ ਤੇ ਹੀ ਚੱਲਦੀ ਹੈ। ਮਾਂ ਤੋਂ ਹੀ ਸਾਰੇ ਕੁਝ ਸਿੱਖਦੇ ਆ। ਬੰਦੇ ਦਾ ਕੰਮ ਤਾਂ ਸਿਰਫ ਜਿਹੜਾ ਮਤਲਬ ਮੇਲ ਆ, ਉਹਦਾ ਬਹੁਤੀਆਂ ਜਾਨਵਰਾਂ ਨੂੰ ਤੁਸੀਂ ਧਿਆਨ ਨਾਲ ਦੇਖੋ ਤੇ ਉਹਦਾ ਕੰਮ ਸਿਕਿਉਰਿਟੀ ਆ ਕਿ ਮੈਂ ਆਪਦੇ ਹਰਡ ਨੂੰ ਸਿਕਿਉਰ ਕਰਨਾ। ਪਰ ਨਿਆਣਾ ਸ਼ੇਰ ਦਾ ਬੱਚਾ ਸ਼ੇਰਨੀ ਤੋਂ ਸਿੱਖਦਾ ਸ਼ਿਕਾਰ ਕਿਵੇਂ ਕਰਨਾ। ਸ਼ੇਰ ਤਾਂ ਬੜਾ ਸ਼ਿਕਾਰ ਕਰਦੇ ਹੀ ਨਹੀਂ, ਸ਼ੇਰਨੀ ਦੇ ਸ਼ਿਕਾਰ ਤੇ ਪੜਦਾ। ਜੇ ਤੁਸੀਂ ਧਿਆਨ ਨਾਲ ਦੇਖੋ ਤੇ ਉਹਨੂੰ ਤਾਂ ਜਦੋਂ ਉਹਨੂੰ ਘਰੋਂ ਕੱਢ ਦਿੱਤਾ ਜਾਂਦਾ ਨਾ ਕਿ ਤੂੰ ਹੁਣ ਆਪਦਾ ਹਰਮ ਬਣਾਉਣਾ ਹੈ, ਉਦੋਂ ਉਹ ਆਪ ਸ਼ਿਕਾਰ ਕਰਦੇ ਆ। ਨਹੀਂ ਤੇ ਸ਼ਿਕਾਰ ਹਮੇਸ਼ਾ ਸ਼ੇਰਨੀ ਕਰਦੀ ਹੈ ਤੇ ਸ਼ੇਰ ਉਹਨੇ ਆਰਾਮ ਨਾਲ ਬਹਿ ਕੇ ਖਾਂਦੇ ਆ। ਠੀਕ ਹੈ, ਬਟ ਬਹੁਤ ਸਾਰੇ ਜਾਨਵਰ ਹੈ। ਮਤਲਬ ਮੈਨੂੰ ਇੱਕ ਦਰਿਆਈ ਘੋੜਾ ਹੁੰਦਾ ਜਿਹਦੇ ਚ ਮੇਲ ਸਾਂਭਦਾ ਹੈ, ਤੇ ਇੱਕ ਪੈਂਗੋਨ ਦਾ ਮੈਨੂੰ ਪਤਾ ਹੈ ਕਿ ਉਹਦੇ ਚ ਆਂਡੇ ਨੂੰ ਜਿਹੜਾ ਸੀਂਚਣਾ ਨਾ ਉਹ ਮੇਲ ਦਾ ਕੰਮ ਹੁੰਦਾ। ਫੀਮੇਲ ਦੇ ਦਿੰਦੀ ਆ ਆਂਡਾ ਤੇ ਉਹ ਉਹਨੂੰ ਸੀਂਚਦਾ ਹੈ। ਤੇ ਸੋ ਮਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਭਾਜੀ। ਅਸੀਂ ਤਾਂ ਮਾਂ ਨੂੰ ਹੋਰ ਪਾਸੇ ਲਾ ਲਿਆ ਹੈ। ਅਸੀਂ ਆਪਣੇ ਇਕਨੋਮਿਕ ਕਹਿ ਲਓ ਵੀ ਦੁਨੀਆ ਦੇ ਵਿੱਚ ਮਾਂ ਨੂੰ ਅਸੀਂ ਹੋਰ ਕੰਮਾਂ ਲਈ ਵਰਤੀ ਜਾਂਦੇ ਆ, ਪਰ ਜਿਹੜਾ ਮਾਂ ਦਾ ਮੇਨ ਜਿਹੜੀ ਰਿਸਪੌਂਸਿਬਿਲਿਟੀ ਹੈ ਨਾ, ਉਹ ਹੁਣ ਕਿਉਂਕਿ ਨਾ ਭਰਤਾ ਉਹਦੇ ਵਿੱਚ ਕਿ ਤੂੰ ਬੰਦੇ ਤੋਂ ਘੱਟ ਨਹੀਂ। ਯਾਰ ਤੁਹਾਡਾ ਦੋਵਾਂ ਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ। ਬੰਦੇ ਦਾ ਕੋਈ ਕੰਪੈਰੀਜ਼ਨ ਔਰਤ ਨਾਲ ਨਹੀਂ ਹੈਗਾ। ਉਹ ਆਪਣੀ ਥਾਂ ਤੇ ਸਮਰੱਥ ਆ, ਬੰਦਾ ਆਪਣੀ ਥਾਂ ਤੇ ਸਮਰੱਥ ਆ। ਇਹ ਜਿਹੜਾ ਅਸੀਂ ਕਹਿੰਦੇ ਨੇ ਨਾ ਬਰਾਬਰਤਾ ਵਾਲਾ ਕੰਮ, ਇੱਥੇ ਹੀ ਰੱਟਾ ਪੈਂਦਾ। ਮੈਂ ਤੇ ਤੁਸੀਂ ਕਦੀ ਬਰਾਬਰ ਨਹੀਂ ਹੋ ਸਕਦੇ। ਹਾਂ, ਤੁਸੀਂ ਆਪਣੀ ਥਾਂ ਤੇ ਠੀਕ ਹੋ, ਮੈਂ ਆਪਣੀ ਥਾਂ ਤੇ ਠੀਕ ਹਾਂ। ਅਸੀਂ ਇੱਕ ਦੂਜੇ ਦੀ ਰਿਸਪੈਕਟ ਤਾਂ ਹੀ ਕਰ ਸਕਦੇ ਹਾਂ। ਪਰ ਜੇ ਮੈਂ ਤੁਹਾਨੂੰ ਬਰਾਬਰ ਕਰਨ ਤੇ ਲੱਗ ਪਿਆ, ਤੁਸੀਂ ਮੇਰੇ ਨਾਲ ਨਹੀਂ ਹੋਣਾ, ਮੈਂ ਤੁਹਾਡੇ ਨਾਲ ਨਹੀਂ ਹੋਣਾ। ਸੋ ਗੱਲ ਇਹ ਆ ਵੀ ਜੋ ਮਾਂ ਕੋਲੇ ਆ ਨਾ, ਜੋ ਮਾਂ ਦੇ ਸਕਦੀ ਆ, ਜੋ ਮਾਂ ਕਰ ਸਕਦੀ ਆ, ਉਹ ਬੰਦਾ ਨਹੀਂ ਕਰ ਸਕਦਾ ਭਾਜੀ। ਬੰਦਾ ਭੱਜ ਲੈਂਦਾ। ਅੱਛਾ, ਚੀਜ਼ ਤਾਂ ਇਹ ਸਾਡੇ ਅੰਦਰ ਤਾਂ ਭਰਤੀ ਜੀ ਇਹ ਚੀਜ਼, ਅਸੀਂ ਤਾਂ ਭਰੇ ਪਏ ਆ ਕਿ ਬਰਾਬਰਤਾ। ਅਸੀਂ ਉਹੀ ਚੀਜ਼ ਅਸੀਂ ਮਤਲਬ ਕਈ ਚੀਜ਼ ਨੂੰ ਆਪਣੇ ਆਪ ਹੀ ਅਸੀਂ ਸਮਝ ਲੈਣਾ ਬਰਾਬਰਤਾ ਕਿਹੜੀ ਚੀਜ਼ ਦੇ ਵਿੱਚ ਆ, ਹੈਨਾ। ਕੁਝ ਕੁ ਪਾਰਟ ਇਹ ਆ ਕਿ ਜਿਹੜੇ ਮਾਂ ਨੇ ਕਰਨੇ ਉਹ ਮਾਂ ਹੀ ਕਰ ਸਕਦੀ ਆ, ਜਿਹੜੇ ਬਾਪ ਨੇ ਕਰਨੇ ਆ ਉਹ ਬਾਪ ਹੀ ਕਰ ਸਕਦਾ ਹੈ। ਬਰਾਬਰ ਦਾ ਕਨਸੈਪਟ ਖਤਮ ਕਰਨਾ ਚਾਹੀਦਾ। ਉਹ ਆਪਣੇ ਆਪ ਚ ਸੰਪੂਰਨ ਆ। ਤੁਸੀਂ ਇੱਕ ਦੂਜੇ ਦੀ ਰਿਸਪੈਕਟ ਬਰਾਬਰ ਦੇ ਲੈਵਲ ਤੇ ਕਰ ਸਕਦੇ ਹੋ। ਪਰ ਜੇ ਤੁਸੀਂ ਕਹੋ ਕਿ ਤੂੰ ਸਾਰੀਆਂ ਗੱਲਾਂ 'ਚ ਬਰਾਬਰ ਹੋ ਜੀ, ਉਹ ਤਾਂ ਭਾਜੀ ਦੋ ਸਕੇ ਭਰਾ ਨਹੀਂ ਹੁੰਦੇ, ਉਹ ਤਾਂ ਜਿਹੜੇ ਜੋੜੇ ਜੰਮੇ ਬੱਚੇ ਹੁੰਦੇ ਉਹ ਨਹੀਂ ਹੁੰਦੇ। ਸੋ ਇਹ ਇੱਕ ਗਲਤ ਕਨਸੈਪਟ ਹੈ। ਇਹ ਵੈਸਟ ਦਾ ਕਨਸੈਪਟ ਹੈ। ਇਹ ਸਾਡੇ ਕਲਚਰ ਦਾ ਕਨਸੈਪਟ ਨਹੀਂ ਹੈਗਾ। ਅਸੀਂ ਤਾਂ ਅਡਾਪਟ ਕਰ ਲਿਆ। ਸਾਡੇ ਤਾਂ ਇੱਜ਼ਤ ਦਿੱਤੀ ਗਈ ਸੀ ਹਰੇਕ ਨੂੰ ਬਰਾਬਰ ਦੀ, ਔਰ ਮਾਂ ਨੂੰ ਉੱਪਰ ਦਾ ਇੱਜ਼ਤ ਦਿੱਤੀ ਗਈ ਸੀ। ਸੋ ਇਹ ਵੈਸਟ ਦਾ ਕਨਸੈਪਟ ਹੈ ਬਰਾਬਰਤਾ ਦਾ। ਕਿਉਂਕਿ ਇੱਥੇ ਤਾਂ 1960 ਤੱਕ ਅਮਰੀਕਾ ਦੇ ਵਿੱਚ ਤਾਂ ਔਰਤਾਂ ਪੜ੍ਹਾਈ ਨਹੀਂ ਸੀ ਕਰ ਸਕਦੀਆਂ, ਔਰਤਾਂ ਨੌਕਰੀ ਨਹੀਂ ਸੀ ਕਰ ਸਕਦੀਆਂ। ਤੁਹਾਨੂੰ ਪਤਾ 1966 ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਸੀ ਅਮਰੀਕਾ ਦੇ ਵਿੱਚ। ਜੇ ਤੁਸੀਂ ਕੰਮ ਕਰਦੇ ਹੋ, ਤੁਹਾਨੂੰ $1 ਘੰਟੇ ਦਾ ਮਿਲਦਾ ਹੈ ਤੇ ਔਰਤ ਨੂੰ 59 ਸੈਂਟ ਮਿਲਦੇ ਸੀ ਡਾਲਰ ਦੇ। ਇਹ 1900 ਦੀ ਗੱਲ ਹੈ, ਮੈਂ ਕਰ ਰਿਹਾ 1950-60 ਦੀ ਗੱਲ ਜੀ। ਤੇ ਅਸੀਂ ਸਾਡੇ ਗੁਰੂ ਸਾਹਿਬ ਨੇ ਤੇ ਪਹਿਲੇ ਗੁਰੂ ਸਾਹਿਬ ਨੇ ਤੇ ਅੱਜ ਤੋਂ 600 ਸਾਲ ਪਹਿਲਾਂ ਕਹਿਤਾ ਸੀ ਵੀ ਜਿਹੜੀ ਔਰਤ ਹੈ ਇਹ ਤੁਹਾਡੇ ਤੋਂ ਇਹਨੂੰ ਤੁਸੀਂ ਮੰਦਾ ਕਿਵੇਂ ਕਹਿ ਸਕਦੇ ਆ। ਇਹ ਤਾਂ ਹੁਣ ਸ਼ੁਰੂ ਕੀਤਾ ਇਹਨਾਂ ਨੇ ਕੰਮ, ਤੇ ਇਹਨਾਂ ਨੇ ਫਿਰ ਉਦੋਂ ਬਰਾਬਰਤਾ ਵਾਲਾ ਕਨਸੈਪਟ ਇੰਟਰੋਡਿਊਸ ਕੀਤਾ ਤੇ ਅਸੀਂ ਉਹਨੂੰ ਲੈ ਲਿਆ। ਬਰਾਬਰ ਨਹੀਂ ਹੈਗੇ, ਉਹ ਕਈਆਂ ਗੱਲਾਂ ਤੋਂ ਸਾਡੇ ਤੋਂ ਉੱਤੇ ਆ। ਉੱਤੇ ਹੈ ਜੀ, ਬਿਲਕੁਲ ਸਹੀ ਗੱਲ। ਠੀਕ ਹੈ ਨਾ, ਅਸੀਂ ਉਹਨੂੰ ਛਾਂ ਖਿੱਚ ਕੇ ਤੇ ਦੂਜੇ ਕੰਮ ਕਰਵਾ ਰਹੇ। ਸੱਚੀ ਮੁੱਚੀ ਡਾਕਟਰ ਸਾਹਿਬ, ਹਨਾ, ਸੱਚੀ ਮੁੱਚੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਦੇਖੀ ਦਾ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਮਤਲਬ ਇੱਕ ਮਾਂ ਜੇ ਕੋਈ ਜੌਬ ਕਰਦੇ ਆ, ਮੇਰੇ ਵਾਈਫ ਖੁਦ ਜਾਂਦੇ ਮੇਰੇ ਨਾਲ ਉੱਥੇ ਨਾ, ਕਿਸ ਤਰ੍ਹਾਂ ਹਰ ਬੱਚੇ ਦਾ ਖਿਆਲ ਰੱਖ ਕੇ ਕਿਹੜਾ ਫੂਡ, ਕਿਵੇਂ ਫੂਡ ਕਰਨਾ, ਕਿਹੜਾ ਸਕੂਲ ਆ, ਸਾਰਾ ਕੁਝ ਕਰਕੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਬਿਜ਼ਨਸ ਦੇ ਵਿੱਚ ਵੀ ਹੱਥ ਜਾਂ ਕੋਈ ਜੌਬ ਵੀ ਹੈ ਨਾ ਕਰਨੀ। ਮਤਲਬ ਡਾਕਟਰ ਸਾਹਿਬ ਕਹਿੰਦੇ ਮਜਬੂਰੀਆਂ ਤਾਂ ਨਹੀਂ। ਔਰਤ ਸਾਰਾ ਕੁਝ ਕਰ ਸਕਦੀ ਹੈ ਬੰਦੇ ਲਈ, ਕਿਉਂਕਿ ਔਰਤ ਚੋਂ ਬੰਦਾ ਨਿਕਲਦਾ ਨਾ, ਉਹਦੇ ਕੋਲੇ ਕੈਪੇਬਿਲਿਟੀ ਹੈਗੀ ਸਾਰਾ ਕੁਝ ਕਰਨ ਦੀ, ਤੋ ਕਰਕੇ ਵਿਖਾ ਵੀ ਦਿੰਦੇ। ਬੰਦੇ ਕੋਲੇ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਾਇੰਟੀਫਿਕ ਰੀਜ਼ਨ ਦੱਸਦਾ। ਬੱਚਾ ਜਦੋਂ ਰੋਂਦਾ ਹੈ ਨਾ, ਬੱਚੇ ਦੀ ਜਿਹੜੀ ਆਵਾਜ਼ ਹੁੰਦੀ ਆ, ਉਹਦੀ ਜਿਹੜੀ ਫ੍ਰੀਕੁਐਂਸੀ ਹੁੰਦੀ ਆ, ਉਹ ਰੱਬ ਨੇ ਕੁਝ ਇਹੋ ਜਿਹੀ ਬਣਾਈ ਆ ਕਿ ਜੇ ਕਿਸੇ ਹਾਲ ਦੇ ਵਿੱਚ 2000 ਬੰਦਾ ਵੀ ਖੜਾ ਹੈ ਨਾ ਤੇ ਰੌਲਾ ਪਾ ਰਹੇ ਆ, ਅਗਰ ਇੱਕ ਬੱਚਾ ਰੋ ਪਏ ਨਾ, ਤੁਹਾਡਾ ਕੰਨ ਉਸ ਆਵਾਜ਼ ਨੂੰ ਇਗਨੋਰ ਨਹੀਂ ਕਰ ਸਕਦਾ। ਤੁਹਾਨੂੰ ਰੌਲੇ 'ਚ ਮੈਨੂੰ ਸ਼ਾਇਦ ਤੁਹਾਡੀ ਆਵਾਜ਼ ਨਾ ਸੁਣੇ,
ਪਰ ਅਗਰ ਇੱਕ ਬੱਚਾ ਰੋ ਪਿਆ ਹੈ, ਉਹਦੀ ਆਵਾਜ਼ ਹਰ ਬੰਦੇ ਦੇ ਕੰਨ ਨੂੰ ਪਤਾ ਲੱਗ ਜਾਣੀ ਹੈ ਕਿ ਬੱਚਾ ਰੋ ਰਿਹਾ। ਉਹਦੀ ਫ੍ਰੀਕੁਐਂਸੀ ਵੱਖਰੀ ਹੈ ਬੱਚੇ ਦੇ ਰੋਣ ਦੀ ਆਵਾਜ਼ ਦੀ। ਔਰ ਅਗਰ ਇੱਕ ਲੇਡੀ ਔਰ ਇੱਕ ਬੰਦਾ ਹੈ ਨਾ ਤੇ ਬੱਚਾ ਰੋ ਰਿਹਾ ਹੋਵੇ, ਲੇਡੀ ਉਹਨੂੰ ਘੰਟਿਆਂ ਤੱਕ ਬਰਦਾਸ਼ਤ ਕਰ ਸਕਦੀ ਆ ਉਸ ਆਵਾਜ਼ ਨੂੰ। ਬੰਦੇ ਦੀਆਂ 5 ਮਿੰਟ 'ਚ ਚੀਕਾਂ ਨਿਕਲ ਜਾਂਦੀਆਂ ਮੇਲ ਦੀਆਂ। ਉਹ ਕਹਿ ਦਿੰਦਾ ਇਹਨੂੰ ਚੁੱਪ ਕਰਾਓ, ਇਹਨੂੰ ਲੈ ਜਾਓ ਪਰਾਂ ਲੈ ਜਾਓ, ਉਹ ਆਪ ਪਾਸੇ ਹੋ ਜਾਊਗਾ। ਇਹ ਰੱਬ ਵੱਲੋਂ ਡਿਜ਼ਾਈਨ ਕੀਤਾ ਗਿਆ ਕਿਉਂਕਿ ਉਹ ਆਵਾਜ਼ ਸਾਡੇ ਬੰਦੇ ਵਾਸਤੇ ਉਹ ਇੱਕ ਸਿਗਨਲ ਆ, ਐਮਰਜੈਂਸੀ ਦਾ ਅਲਾਰਮ ਆ ਉਹ। ਹੁਣ ਤੁਸੀਂ ਤਿਆਰ ਹੋ ਜਾਂਦੇ ਕਿ ਮੈਂ ਐਮਰਜੈਂਸੀ ਨੂੰ ਹੈਂਡਲ ਕਿਵੇਂ ਕਰਨਾ, ਬਟ ਅਗਰ ਉਹ ਐਮਰਜੈਂਸੀ ਹੈਂਡਲ ਨਹੀਂ ਨਾ ਹੋ ਰਹੀ ਤੁਸੀਂ ਤਰਲੋ ਮੱਛੀ ਹੋਣ ਲੱਗ ਜਾਂਦੇ। ਔਰ ਇਸ ਗੱਲ ਤੇ ਕਈਆਂ ਘਰਾਂ 'ਚ ਪੌੜਾ ਪੈ ਜਾਂਦਾ। ਬੀਬੀ ਕਹਿੰਦੀ ਮੈਂ ਸਾਰੀ ਜੜੀ ਨੂੰ ਸਾਂਭਦੀ, ਹੁਣ ਤੁਸੀਂ 2 ਮਿੰਟ ਨੂੰ ਫੜ ਨਹੀਂ ਸਕਦੇ ਜੇ ਰੋ ਪਿਆ ਤੇ। ਫਿਰ ਮੈਂ ਉਹਨੂੰ ਸਮਝਾ ਦਿੰਦਾ ਨਾ ਵੀ ਇਹ ਰੱਬ ਵੱਲੋਂ ਫਿਤਰਤ ਬੰਦੇ ਨੂੰ ਮਿਲੀ ਹੋਈ ਆ ਕਿ ਬਹੁਤਾ ਚਿਰ ਨਹੀਂ ਇਹ ਤਿੱਖੀ ਆਵਾਜ਼ ਨੂੰ ਝੱਲ ਸਕਦਾ, ਔਰਤ ਝੱਲ ਸਕਦੀ ਹੈ। ਫਿਰ ਚੱਕਰ ਤਾਂ ਉੱਥੇ ਹੀ ਪੈ ਜਾਂਦਾ ਨਾ ਜੀ, ਇਹ ਰੱਬ ਕਹਿੰਦੇ ਵੀ ਵੱਲੋਂ- ਅਸੀਂ ਆਪਾਂ ਨਾਲ ਬਰਾਬਰ ਹਾਂ। ਹਾਂ, ਫਿਰ ਇਹਨਾਂ ਨਾਲ ਲੜਾਈ। ਸਾਨੂੰ ਇਹ ਸਮਝਣਾ ਪਊਗਾ ਕਿ ਸਾਨੂੰ ਰੱਬ ਨੇ ਕਿਹੜੀ ਚੀਜ਼ਾਂ ਲਈ ਬਣਾਇਆ। ਠੀਕ ਹੈ ਨਾ, ਅਸੀਂ ਜੇ ਸਮਝ ਲਾਂਗੇ ਤੇ ਫਿਰ ਇੱਕ ਦੂਜੇ ਦੀ ਰਿਸਪੈਕਟ ਵੱਧ ਜਾਊਗੀ। ਜੇ ਅਸੀਂ ਇੱਕ ਦੂਜੇ ਨੂੰ ਖਿੱਚ ਕੇ ਆਪਦੇ ਲੈਵਲ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਭਾਜੀ, ਉਹ ਨਹੀਂ ਹੋਣਾ। ਐਕਚੁਅਲੀ ਤਾਂ ਡਾਕਟਰ ਸਾਹਿਬ ਸਤਕਾਰ ਰਿਸਪੈਕਟ ਹੀ ਹੈ ਨਾ, ਬਰਾਬਰਤਾ ਨੂੰ ਅਸੀਂ ਕਿਸੇ ਹੋਰ ਪਾਸੇ ਨੂੰ ਲੈ ਗਏ। ਹੋਰ ਪਾਸੇ ਲੈ ਗਏ। ਬਰਾਬਰਤਾ ਇਹ ਕਨਸੈਪਟ ਹੀ ਗਲਤ ਹੈ। ਕਿੱਥੇ ਕਿਹਾ ਵਾ, ਕਿਹੜੇ ਗੁਰੂ ਸਾਹਿਬ ਨੇ ਕਿਹਾ ਵਾ ਕਿ ਸਾਰੇ ਧਰਮ ਬਰਾਬਰ ਨੇ? ਉਹਨਾਂ ਨੇ ਸਤਕਾਰ ਕਿਹਾ, ਸਤਕਾਰ ਦੇ ਲੈਵਲ ਤੇ ਬਰਾਬਰ ਨੇ। ਧਾਰਨਾ ਤਾਂ ਸਭ ਦੀ ਵੱਖਰੀ ਵੱਖਰੀ ਹੈ, ਆਸਥਾ ਸਭ ਦੀ ਵੱਖਰੀ ਵੱਖਰੀ ਹੈ। ਉਹ ਆਪਦੀ ਆਸਥਾ ਰੱਖੇ ਵੀ ਤੁਸੀਂ ਆਪਦੀ ਆਸਥਾ ਰੱਖੋ, ਸਤਕਾਰ ਦੇ ਲੈਵਲ ਤੇ ਬਰਾਬਰ ਨੇ। ਸੋ ਇਹ ਅਸੀਂ ਹੋਰ ਪਾਸੇ ਬਰਾਬਰਤਾ ਲੈ ਕੇ ਆੜ ਜਾਂਦੇ ਹਾਂ। ਔਰ ਇਹ ਪਰਿਵਾਰ 'ਚ ਵੀ ਇਸੇ ਤਰ੍ਹਾਂ ਹੀ ਹੁੰਦਾ। ਅਸੀਂ 2 ਬੱਚਿਆਂ 'ਚ 2 ਭਰਾਵਾਂ ਭੈਣਾਂ ਦੇ ਵਿੱਚ ਅਸੀਂ ਕੰਪੇਅਰ ਕਰਨ ਲੱਗ ਜਾਂਦੇ, ਉਹ ਐਂ ਕਰਦਾ ਯਾਰ ਤੂੰ ਨਹੀਂ ਐਂ ਕਰਦਾ। ਉਹਦੇ ਨਾਲ ਉਹਦੀ ਮਾਨਸਿਕਤਾ ਖਰਾਬ ਹੋ ਜਾਂਦੀ ਹੈ ਜਿਹਨੂੰ ਤੁਸੀਂ ਕੰਪੇਅਰ ਕਰਦੇ ਹੋ। ਸੋ ਆਪਾਂ ਫਿਰ ਵਾਪਸ ਉੱਥੇ ਆ ਜਾਈਏ। ਪਹਿਲੇ 9 ਮਹੀਨੇ ਆਪਦੇ ਬੱਚੇ ਨੂੰ ਇਸ ਤਰੀਕੇ ਨਾਲ ਵਿਚਰੋ ਕਿ ਤੁਸੀਂ ਆਪਦਾ ਫਿਜ਼ੀਕਲ ਕੰਫਰਟ ਨੂੰ ਜ਼ਿਆਦਾ ਦੇ ਸਕੋ, ਉਹਨੂੰ ਆਪਦਾ ਦੁੱਧ ਪਿਆ ਸਕੋ, ਆਪਣੀ ਮੈਂਟਲ ਸਥਿਰਤਾ ਵੀ ਇਸ ਤਰੀਕੇ ਨਾਲ ਰੱਖ ਸਕੋ ਕਿ ਤੁਸੀਂ ਉਹਨੂੰ ਦੁੱਧ ਪਿਆ ਸਕੋ ਆਪਦਾ। ਡਾਕਟਰ ਸਾਹਿਬ ਆਪਣੇ ਕੋਲੇ ਨਾ 4-5 ਮਿੰਟ 'ਚ ਆਪਾਂ ਸਮਿਟਣਾ ਜੀ, ਕਾਲ ਨਹੀਂ ਲੈ ਸਕਦੇ ਹੁਣ। ਮਤਲਬ ਆਪਾਂ ਜਿਹੜਾ ਨਾ ਇਹ ਤੁਸੀਂ ਕਿਹਾ ਕਿ 9 ਮਹੀਨੇ ਤੱਕ ਦੁੱਧ, ਔਰ ਕੁਛ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਵੀ ਹੋਣਾ ਹੈ ਕਿ ਜੇ ਮਾਂ ਆਪਣਾ ਦੁੱਧ ਬੱਚੇ ਨੂੰ ਪਿਉਂਦੀ ਆ, ਉਹਦੀ ਬਾਡੀ ਨੂੰ ਵੀ ਮਤਲਬ ਉਹਨੂੰ ਕੁਝ ਪਾਵਰ ਜਾਂ ਕੁਝ ਬੈਟਰ ਹੁੰਦਾ ਉਹਨਾਂ ਉਹਦੇ ਲਈ। ਬਿਲਕੁਲ ਜੀ, ਹਨਾ ਤਾਂ ਹੈ ਹੀ। ਕਿਉਂਕਿ ਮਤਲਬ ਜੇ ਬੱਚਾ ਦੁੱਧ ਪੀਂਦਾ ਨਾ ਮਾਂ ਦਾ, ਹਨਾ, ਉਹਦੀ ਮਤਲਬ ਜਿਹੜੀ ਕੁਦਰਤ ਨੇ ਚੀਜ਼ਾਂ ਬਣਾਈਆਂ, ਹਨਾ। ਸੋ ਮਤਲਬ ਅਖੀਰ ਇਹਦੇ ਜਿਹੜਾ ਅੱਜ ਦਾ ਆਪਾਂ ਬੱਚੇ ਦੇ 9 ਮਹੀਨੇ ਤੱਕ ਹੀ ਆਪਾਂ ਸ਼ੋਅ ਕੀਤਾ ਜੀ, ਹਨਾ। ਮੈਂ ਸੋਚਿਆ ਸੀ ਕਿ 7-8 ਸਾਲ ਤੱਕ ਚਲੇ ਜਾਵਾਂਗੇ ਆਪਾਂ। ਓਕੇ, ਹੁਣ ਇਹ 9 ਮਹੀਨੇ ਅਖੀਰ ਤੱਕ ਬੱਚੇ ਨੂੰ ਦੁੱਧ ਪਿਉਣਾ, ਕਿਸ ਤਰ੍ਹਾਂ ਰਹਿਣਾ, ਕੀ ਚੀਜ਼, ਕਿਹੜੀਆਂ ਚੀਜ਼ਾਂ ਹੋਰ ਆ, ਇਹਨੂੰ ਤੁਸੀਂ ਸਮੇਟੋ ਜੀ, ਅੱਜ ਰੈਪ ਅਪ ਕਰ ਦਈਏ ਪ੍ਰੋਗਰਾਮ ਨੂੰ। ਪੈਦਾ ਹੋਣ ਤੋਂ ਬਾਅਦ ਸਭ ਤੋਂ ਤੁਹਾਡੀ ਪਹਿਲੀ ਪ੍ਰਾਇੋਰਟੀ ਹੈਗੀ ਆ ਸਰੀਰਕ ਤੌਰ ਦੇ ਉੱਤੇ ਕਿ ਤੁਹਾਡੇ ਬੱਚੇ ਨੂੰ ਤੁਹਾਡੀ ਮਾਂ ਮਿਲਣੀ ਚਾਹੀਦੀ। ਸਭ ਤੋਂ ਪਹਿਲਾਂ ਮਤਲਬ 100% ਇਹ ਪਹਿਲੀ ਚੀਜ਼ ਹੈ ਜੀ। ਇਹ ਜਿਹੜੀ ਮੈਂਟਲ ਹੈਲਥ ਰਿਸਰਚਰਸ ਵੀ ਇਹੀ ਕਹਿਣ ਲੱਗ ਗਏ ਆ ਕਿ ਜਦੋਂ ਬੱਚੇ ਨੂੰ ਫਿਜ਼ੀਕਲ ਕੰਫਰਟ ਮਿਲਦਾ ਆ ਤੇ ਉਹਦਾ ਬ੍ਰੇਨ ਜ਼ਿਆਦਾ ਵਧੀਆ ਵਿਕਾਸ ਕਰਦਾ ਆ। ਬੈਸੀਨੇਟ ਵਾਲੇ ਕਹਿੰਦੇ ਆ ਜੀ ਨਹੀਂ ਇਹਨੂੰ ਬੈਸੀਨੇਟ ਚ ਪਾਓ, ਸੇਫਟੀ ਆ, ਸਿਕਿਉਰਿਟੀ ਆ। ਨਹੀਂ, ਮੈਂ ਮੈਂਟਲ ਹੈਲਥ ਵਾਲਿਆਂ ਦੇ ਨਾਲ ਜਾਊਂਗਾ ਜੀ। ਉਹ ਇਹ ਪ੍ਰੂਵ ਕਰ ਚੁੱਕੇ ਆ ਲੈਬੋਰੇਟਰੀ ਦੇ ਵਿੱਚ ਕਿ ਜਦੋਂ ਬੱਚਾ ਫਿਜ਼ੀਕਲ ਕੰਫਰਟ 'ਚ ਰਹਿੰਦਾ ਆ ਤੇ ਉਹਦੇ ਦਿਮਾਗ ਵੱਖਰੇ ਤਰੀਕੇ ਨਾਲ ਬਿਹੇਵ ਕਰਦਾ। ਠੀਕ ਹੈ, ਸਾਡਾ ਨਹੀਂ ਜੀ ਕਰਦਾ ਯਾਰ ਅਸੀਂ ਅੱਜ ਮੰਮੀ ਨਾਲ ਸੌਣਾ, ਅੱਜ ਡੈਡੀ ਨਾਲ ਸੌਣਾ। ਕੰਫਰਟ ਹੈ ਨਾ ਇੱਕ ਵੱਖਰੀ ਕਿਸਮ ਦਾ, ਅੰਦਰ ਡਿਫਰੈਂਟ ਤਰ੍ਹਾਂ ਦੇ ਕੈਮੀਕਲ ਰਿਲੀਜ਼ ਹੁੰਦੇ ਆ ਤੁਹਾਡੇ ਮਾਈਂਡ ਦੇ ਵਿੱਚ, ਜਿਹੜੇ ਤੁਸੀਂ ਲਫ਼ਜ਼ਾਂ ਨਾਲ ਉਸ ਕੰਫਰਟ ਨਹੀਂ ਲਿਆ ਸਕਦੇ, ਸਿਰਫ ਨਾਲ ਪੈਣ ਨਾਲ ਹੀ ਆ ਜਾਂਦਾ। ਠੀਕ ਹੋ ਗਿਆ। ਸੋ ਬੱਚੇ ਨੂੰ ਆਪਦੇ ਨਾਲ ਲਾਓ, ਠੀਕ ਹੈ, ਤੇ ਆਪਦਾ ਦੁੱਧ ਪਿਉਣ ਲਈ ਆਪਣੇ ਆਪ ਨੂੰ ਤਿਆਰ ਕਰੋ ਕਿ ਮੈਂ ਇਹ ਕੰਮ ਕਰਨਾ ਹੀ ਕਰਨਾ। ਜੇ ਮੇਰਾ ਨਹੀਂ ਆਇਆ ਤੇ ਇਹ ਆਉਣਾ ਚਾਹੀਦਾ। ਔਰ ਜੇ ਮਾਂ ਇਮੋਸ਼ਨਲ ਆ, ਮਾਂ ਨੂੰ ਛੱਡੋ, ਮੈਂ ਤਾਈਆਂ ਚਾਚੀਆਂ ਵੇਖੀਆਂ ਬੈਕ ਹੋਮ ਜਿਨ੍ਹਾਂ ਦੇ ਆਪਦੇ ਨਿਆਣੇ 5-5 ਸਾਲ ਦੇ, ਜਿਹਨਾਂ ਨੂੰ ਆਪਣੇ ਨੂੰ ਦੁੱਧ ਛਡਾਇਆ 3-3 ਸਾਲ ਹੋ ਗਏ, ਉਹ ਨਿਆਣਾ ਚੁੱਕਦੀਆਂ ਦੁੱਧ ਉਤਰਾਉਂਦਾ। ਠੀਕ ਹੈ ਨਾ। ਸੋ ਮਸ਼ੀਨ ਤਾਂ ਸਾਡੀ ਰੈਡੀ ਹੈ, ਸੋਚ ਇੱਥੇ ਆ, ਸਵਿਚ ਇੱਥੇ ਆ ਇਸ ਜਗ੍ਹਾ ਤੇ। ਸੋ ਇਸ ਸਵਿਚ ਨੂੰ ਬੰਦ ਨਾ ਕਰੋ, ਇਹਨੂੰ ਚਾਲੂ ਰੱਖੋ, ਇਹਨੂੰ ਔਨ ਰੱਖੋ। ਇਹ ਬਹੁਤ ਜ਼ਰੂਰੀ ਆ। ਪਹਿਲੇ 3 ਮਹੀਨੇ 'ਚ ਦਿਮਾਗ ਡਬਲ ਸਪੀਡ ਨਾਲ ਵੱਧਦਾ ਹੈ, ਉਸ ਤੋਂ ਬਾਅਦ ਸਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਟਾਈਮ ਦੇ ਉੱਤੇ ਸਾਡੇ ਬੱਚੇ ਨੂੰ ਮੈਕਸਿਮਮ ਫਿਜ਼ੀਕਲ ਕੰਫਰਟ, ਮੈਕਸਿਮਮ ਫਿਜ਼ੀਕਲ ਟੱਚ, ਮੈਕਸਿਮਮ ਮਾਂ ਦਾ ਦੁੱਧ ਮਿਲਣਾ ਚਾਹੀਦਾ। ਉਹ ਸਾਡੀ ਨੀਂਦ ਤਿਆਰ ਕਰਦਾ ਹੈ ਔਰ ਉਹਨੇ ਸਾਨੂੰ ਐਂ ਕਹਿ ਲਓ ਅਗਲੀਆਂ ਪੁਸ਼ਤਾਂ ਤੱਕ ਉਹਦਾ ਅਸਰ ਜਾਣਾ। ਠੀਕ ਹੈ। ਸੋ ਮਤਲਬ ਸਭ ਤੋਂ ਇਹੀ ਆ ਗਿਆ ਕਿ ਮਾਂ ਆਪਦੇ ਬੱਚੇ ਦੀ ਕਲੋਜ਼ ਰਵੇ,
ਥੋੜਾ ਜਿਹਾ ਬਾਪ ਦਾ ਰੋਲ ਵੀ ਦੇ ਦਿਓ ਇੱਕ ਦੇ ਮਿੰਟ ਦੇ ਵਿੱਚ। ਬਾਪ ਦਾ, ਮੈਂ ਕਹੂੰਗਾ ਬਾਪ ਦਾ ਰੋਲ ਇਹ ਆ ਕਿ ਜਮਾਂ ਹੀ ਇਗਨੋਰ ਹੀ ਕਰੀ ਜਾ ਰਹੇ ਡਾਕਟਰ ਸਾਹਿਬ। ਨਹੀਂ, ਬਾਪ ਦਾ ਰੋਲ ਉਹਨਾਂ ਦੋਵਾਂ ਪ੍ਰਤੀ ਹੈ ਜੀ ਕਿ ਉਹ ਸੁਖਾਵਾਂ ਮਾਹੌਲ ਤਿਆਰ ਕਰੇ। ਕਿਉਂਕਿ ਮੈਂ ਤਾਂ ਆਪਣੇ ਜਵਾਕਾਂ ਨੂੰ ਇੰਨਾ ਕੁ ਚੱਟਿਆ ਨਾ, ਤਿੰਨਾਂ ਜਣਿਆਂ ਨੂੰ ਇੰਨਾ ਕੁ ਚੱਟਿਆ, ਇਧਰੋਂ ਲਮਕਾ ਇਧਰੋਂ ਲੜ। ਔਰ ਮੈਂ ਡਾਕਟਰ ਸਾਹਿਬ ਦੇਖੋ, ਮੈਂ ਫਿਰ ਤੁਹਾਨੂੰ ਕਹਿੰਦਾ ਕਿ ਵੱਡੀ ਬੇਟੀ ਤਕਰੀਬਨ ਮੈਨੂੰ ਲੱਗਦਾ 10 ਕੁ ਦਿਨ ਦੀ ਸੀ ਜਦੋਂ ਦੀ ਮੇਰੇ ਨਾਲ ਸ਼ਾਵਰ ਲੈਂਦੀ ਆ। ਇੱਥੇ ਪਾ ਲੈਣਾ ਮੈਂ, ਉੱਪਰੋਂ ਉਹਦੇ ਸ਼ਾਵਰ ਆਉਣਾ। ਜਿਹੜੀ ਗਬਲੀ ਆ ਉਹ ਹੋ ਸਕਦਾ ਜੀ ਵੀਕ ਦੀ, ਜਦੋਂ ਅਸੀਂ ਘਰ ਲੈ ਕੇ ਉਹਨੂੰ ਥੋੜੀ ਪ੍ਰੋਬਲਮ ਸੀਗੀ, ਚੈੱਕ ਕਰਾ ਹਸਪੀਟਲ ਰਹੀ, ਮੇਰੇ ਨਾਲ ਸ਼ਾਵਰ ਲੈਂਦੀ ਆ। ਔਰ ਨਿੱਕੀ ਨੂੰ ਤਾਂ ਜੇ ਮੈਂ ਗਲਤ ਨਹੀਂ ਡਾਕਟਰ ਸਾਹਿਬ 2 ਤੋਂ 3 ਦਿਨ ਦੀ ਮੇਰੇ ਨਾਲ ਸ਼ਾਵਰ ਲੈਂਦੀ ਰਹੀ ਆ। ਮੇਰੇ ਇੱਥੇ ਸ਼ੋਲਡਰ ਤੇ ਲਾ ਕੇ ਮੈਂ ਉੱਪਰ ਛੱਡ ਲੈਣਾ ਨਹਾ ਕੇ। ਔਰ ਤਿੰਨਾਂ ਨੂੰ ਆਪਣੀਆਂ ਬੇਟੀਆਂ ਨੂੰ ਮੈਂ ਤਕਰੀਬਨ 8-10 ਸਾਲ ਤੱਕ ਉਹ ਜਦੋਂ ਮੈਂ ਸ਼ਾਵਰ ਵੜਨਾ ਨਾ ਤੇ ਉਹਨਾਂ ਦੀ ਮਾਂ ਨੇ ਛੱਡ ਦੇਣਾ, ਚਲੋ ਡੈਡੀ ਨਹਾਉਣ ਚੱਲੇ, ਪਾਪਾ ਨਹਾਉਣ ਚੱਲੇ, ਸਾਰੀਆਂ ਨੇ ਆਪਣੇ ਆਪਣੇ ਟਾਵਲ ਜਾ ਕੇ ਨਾ ਲੈਣ ਲਾ ਲੈਣੀ ਹਨਾ। ਤੇ ਮੈਂ ਵਿੱਚੋਂ ਇਹ ਨਵਾ ਕੇ ਸਾਬਣ ਸੁਬਣ ਲਾ ਕੇ ਤੇਲ ਲਾ ਕੇ ਬਾਹਰ ਰੱਖੀ ਜਾਣੇ ਤੇ ਇਧਰੋਂ ਚੱਕ ਕੇ ਉਹਨਾਂ ਨੂੰ ਗਾਹ ਲਈ ਜਾਣਾ। ਠੀਕ ਹੈ। ਸੋ ਉਹ ਇੱਕ ਵੱਖਰਾ ਹੀ ਆਨੰਦ ਸੀ। ਸੋ ਬੰਦੇ ਦਾ ਕੰਮ ਇਹ ਹੈ ਭਾਜੀ ਕਿ ਬੰਦਾ ਇੱਕ ਬਹੁਤ ਸੁਖਾਵਾਂ ਮਾਹੌਲ ਸਿਰਜੇ ਆਪਦੇ ਘਰ ਦੇ ਵਿੱਚ ਜੀ, ਸਿਕਿਉਰਿਟੀ ਵੀ ਦੇਵੇ ਤੇ ਮਾਂ ਨੂੰ ਬਹੁਤੀਆਂ ਟੈਨਸ਼ਨਾਂ ਨਾ ਹੋਣ ਵੀ ਉਹ ਬੰਦਾ ਕਹੇ ਵੀ ਮੈਂ ਚੱਕਦਾ, ਠੀਕ ਹੈ ਨਾ। ਈਵਨ ਕਿ ਰੋਟੀ ਪਾਣੀ ਦਾ ਵੀ ਕਹੋ ਮੈਂ ਚੱਕਦਾ, ਤੇ ਤੇਰੀ ਪਹਿਲੀ ਪ੍ਰਾਇੋਰਟੀ ਇਸ ਵੇਲੇ ਬੱਚਾ ਹੈ। ਇਹ ਬੰਦੇ ਦੀ ਜ਼ਿੰਮੇਵਾਰੀ ਆ। ਤੇ ਜੇ ਬੰਦਾ ਹੁਣ ਕੰਮ ਕਰਕੇ ਆਇਆ ਤਾਂ ਆਗੇ ਵੀ ਐਕਸਪੈਕਟ ਕਰੇ ਕਿ ਹੁਣ ਮੈਨੂੰ ਸਾਰਾ ਕੁਝ ਬਣਾ ਕੇ ਵੀ ਦੇਵੇ, ਵੀ ਇਹਦੇ ਘਰੇ ਵਿਹਲੀ ਬੈਠੀ ਆ। ਵਿਹਲੀ ਨਹੀਂ ਹੁੰਦੀ ਉਹ, ਹਾਂ, ਉਹਦੇ ਬਹੁਤ ਜ਼ਿਆਦਾ ਕੰਮ ਹੁੰਦੇ ਆ। ਥੈਂਕ ਯੂ ਡਾਕਟਰ ਸਾਹਿਬ, ਅੱਜ ਲਈ ਇੰਨਾ ਹੀ। ਤੇ ਆਪਾਂ ਇੱਕ ਵੀਕ ਛੱਡ ਕੇ ਫਿਰ ਅਗਲੀ ਵੀਕ ਕੁਝ ਹੋਰ ਕਰਾਂਗੇ। ਬਹੁਤ ਮਿਹਰਬਾਨੀ, ਦਿਲੋਂ ਧੰਨਵਾਦ ਤੁਹਾਡਾ, ਸ਼ੁਕਰੀਆ ਸਾਰੇ ਦਰਸ਼ਕਾਂ ਵੱਲੋਂ ਜਿਹੜੇ ਕਾਲ ਕਰ ਰਹੇ ਸੀ ਨਾ, ਆਪਾਂ ਔਨ 에ਅਰ ਨਹੀਂ ਲੈ ਸਕੇ, ਉਹਨਾਂ ਨੂੰ ਵੀ ਤੁਹਾਡਾ ਧੰਨਵਾਦ। ਚਲੋ ਮੈਂ ਉਹਨਾਂ ਤੋਂ ਮਾਫੀ ਮੰਗਦਾ, ਗੁਸਤਾਖੀ ਮਾਫ ਨਹੀਂ ਲੈ ਸਕੇ ਕਾਲ ਜੀ, ਸ਼ੁਕਰੀਆ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਡਾਕਟਰ ਸਾਹਿਬ ਦਾ ਨੰਬਰ ਮੈਂ ਤੁਹਾਨੂੰ ਫਿਰ ਇੱਕ ਵਾਰੀ ਦੇ ਦਿੰਦਾ, 416 745 4050। ਇਟੋ ਬਿਕੋ ਦੇ ਵਿੱਚ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਰੈਕਸਟਲ ਗੁਰੂ ਘਰ ਵੀ ਕਹਿੰਦੇ ਨੇ, ਉਹਨਾਂ ਦੇ ਬਿਲਕੁਲ ਨਜ਼ਦੀਕ ਹੀ ਜਿਹੜਾ ਇਹਨਾਂ ਦਾ ਕਲੀਨਿਕ ਹੈਗਾ। ਤੁਸੀਂ ਮੇਰੇ ਕੋਲੋਂ ਵੀ ਐਡਰੈਸ ਲੈ ਸਕਦੇ ਹੋ ਜਾਂ ਸਕਰੀਨ ਤੇ ਵੀ ਨੰਬਰ ਆਇਆ, ਤੇ ਜ਼ਰੂਰ ਜਾਇਆ ਕਰੋ। ਜੇ ਤੁਹਾਨੂੰ ਲੱਗਦਾ ਕੋਈ ਬੱਚਿਆਂ ਨਾਲ ਸੰਬੰਧਿਤ ਕੋਈ ਇਸ਼ੂ ਹੈਗਾ, ਕੋਈ ਪ੍ਰੋਬਲਮਸ ਹੈਗੀਆਂ, ਤੁਸੀਂ ਡਾਕਟਰ ਸਾਹਿਬ ਨੂੰ ਜਾ ਕੇ ਮਿਲੋ, ਅਪਾਇੰਟਮੈਂਟ ਬਣਾ ਕੇ ਇਹਨਾਂ ਦਾ ਸਭ ਟਾਈਮਿੰਗ ਜ਼ਰੂਰ ਦੱਸੋ ਆਪਣੇ ਕਲੀਨਿਕ ਦਾ। ਟਾਈਮਿੰਗ ਸੰਦੀਪ ਜੀ 9 ਤੋਂ 5 ਹੁੰਦੀ ਆ, ਮੰਡੇ ਟੂ ਥਰਸਡੇ। ਠੀਕ ਹੈ। ਫਰਾਈਡੇ ਮੈਂ 10 ਵਜੇ ਤੋਂ ਲੈ ਕੇ 8 ਵਜੇ ਤੱਕ। ਠੀਕ ਹੈ ਜੀ। ਤੇ ਸੰਡੇ 10 ਤੋਂ 2 ਬਸ। ਜ਼ਰੂਰ ਦੋਸਤੋ, ਤੁਹਾਨੂੰ ਲੱਗਦਾ ਕੋਈ ਤੁਹਾਨੂੰ ਪ੍ਰੋਬਲਮ ਸਮੱਸਿਆ ਹੈ ਤੇ ਮਿਲੋਗੇ, ਤੁਹਾਨੂੰ ਬਹੁਤ ਚੰਗਾ ਲੱਗੂਗਾ। ਕਾਫੀ ਕੁਝ ਅਸੀਂ ਬਦਲਾਅ ਕਰ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ। ਅੱਜ ਲਈ ਇੰਨਾ ਹੀ ਜੀ। ਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖਿਆ, ਸੁਣਿਆ, ਸ਼ੇਅਰ ਜ਼ਰੂਰ ਕਰ ਦਿਓ। ਇੱਕ ਵੀ ਬੰਦੇ ਤੇ ਇਸ ਚੀਜ਼ ਦਾ ਫਰਕ ਪੈ ਗਿਆ ਨਾ, ਤੇ ਮੈਨੂੰ ਬੜਾ ਚੰਗਾ ਲੱਗੂਗਾ ਇੱਥੇ ਸ਼ੋਅ ਕਰਨ ਲਈ। ਜਿਹੜੇ ਆਪਣਾ ਸਮਾਂ ਕੱਢਦੇ ਆ, ਸਿੱਖਣ ਦਾ ਆਪਾਂ ਨੂੰ ਟਾਈਮ ਮਿਲਦਾ ਹੈ ਨਾ, ਜ਼ਰੂਰ ਕੋਸ਼ਿਸ਼ ਕਰਿਆ ਕਰੋ। ਕੋਈ ਸ਼ਬਦਾਂ ਦੀ ਚੋਣ ਵਿੱਚ ਗਲਤੀ ਹੋ ਜਾਂਦੀ ਆ, ਉਹਦੇ ਲਈ ਮਾਫੀ। ਪ੍ਰੋਗਰਾਮ ਦੇਖਣ ਲਈ, ਸੁਣਨ ਲਈ ਧੰਨਵਾਦ। ਡਾਕਟਰ ਸਾਹਿਬ ਤੁਹਾਡਾ ਹੀ ਧੰਨਵਾਦ। ਲਾਈ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।